ਜਥੇਦਾਰ ਗੁਰਚਰਨ ਸਿੰਘ ਟੌੜਾ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਤਾ ਰਹੀ ਰਹੇ। ਜੇ ਪਰ ਆਪਾਂ ਸਿੱਖ ਰਾਜਨੀਤੀ ਦੀ ਗੱਲ ਕਰ ਲਈਏ, ਜਦੋਂ ਤੋਂ ਅਸੀਂ ਪੱਤਰਕਾਰਤਾ ਦੇ ਵਿੱਚ ਆਏ ਹਾਂ, ਸਭ ਤੋਂ ਲੰਬਾ ਸਮਾਂ ਇੱਕੋ ਆਗੂ ਹੈ ਜਿਹਦੀ ਇੱਕ ਛਾਪ ਹੈ, ਜਿਸਦਾ ਇੱਕ ਪ੍ਰਭਾਵ ਹੈ। ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਆਉਂਦਾ ਹੈ, ਸਿਆਸਤ ਦੇ ਵਿੱਚ ਮੁੱਖ ਮੰਤਰੀ ਅਕਾਲੀ ਦਲ ਦਾ ਬਣਦਾ ਹੈ, ਉਸ ਵੇਲੇ ਜਿਹੜੇ ਹੈਗੇ ਉਹ ਸੱਤਾ ਦੇ ਜਿਹੜੇ ਕੇਂਦਰ ਨੇ ਉਹ ਤਿੰਨ ਬਣ ਜਾਂਦੇ। ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਤਾ ਦਾ ਕੇਂਦਰ ਬਣ ਜਾਂਦਾ, ਇੱਕ ਮੁੱਖ ਮੰਤਰੀ ਸੱਤਾ ਦਾ ਕੇਂਦਰ ਬਣ ਜਾਂਦਾ, ਇੱਕ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੱਤਾ ਦਾ ਕੇਂਦਰ ਬਣ ਜਾਂਦਾ। ਤੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਤਾਲਮੇਲ ਰਹਿਣਾ ਜ਼ਰੂਰੀ ਆ, ਪਰ ਇਹ ਨਹੀਂ ਕਿ ਇੱਕੋ ਹੀ ਜਿਹੜਾ ਬੰਦਾ ਉਹ ਤਿੰਨਾਂ ਨੂੰ ਚਲਾਵੇ। ਇੱਕ ਉਹ ਹਮੇਸ਼ਾ ਸਟੇਜ ਤੇ ਖੜਾ ਹੋ ਕੇ ਨਾਰਾ ਦਿੰਦੇ ਸੀਗੇ, ਅਕਾਲ ਤਖਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ। ਜਾਣੀ ਉਹ ਨਾਰਾ ਅੱਜ ਵੀ ਸਿੱਖ ਭਾਈਚਾਰੇ ਦੇ ਪੰਜਾਬੀਆਂ ਦੇ ਇਹੋ ਜਿਹਾ ਨਾਰਾ ਮੁੜ ਕੇ ਕਦੇ ਸਟੇਜ ਤੋਂ ਗੂੰਜਿਆ ਹੀ ਨਹੀਂ ਕਿ ਅਕਾਲ ਤਖਤ ਮਹਾਨ ਹੈ। ਇਹ ਇੱਕ ਉਹਨਾਂ ਦੀ ਬਹੁਤ ਵੱਡੀ ਖਾਸੀਅਤ ਸੀ। ਉਹ ਕਹਿੰਦੇ ਕਿ ਜਥੇਦਾਰ ABCD ਕੋਈ ਵੀ ਜਿਹੜਾ ਹੈ ਬੈਠਾ ਅਕਾਲ ਤਖਤ 'ਤੇ, ਪਰ ਜਿਹੜਾ ਅਕਾਲ ਤਖਤ ਸਾਹਿਬ ਦਾ ਸਤਿਕਾਰ ਤਾਂ ਹੀ ਹੈ। ਤੇ ਜੇ ਅਸੀਂ ਜਥੇਦਾਰ ਨੂੰ ਇੱਕ ਨੂੰ ਲਾਂਭੇ ਕਰਕੇ ਹੋਰ ਕੋਈ ਲਾਉਣ ਦੀ ਕੋਸ਼ਿਸ਼ ਕਰਾਂਗੇ ਵੀ ਫਿਰ ਇਹ ਤਾਂ ਉਵੇਂ ਹੀ ਹੋਇਆ ਜਿਵੇਂ ਸਰਕਾਰਾਂ ਆਪਣੇ ਅਫਸਰ ਬਦਲ ਦਿੰਦੀਆਂ ਜਾਂ ਹੋਰ ਹੈ। ਦੀ ਉਪ ਚੋਣ ਦਾ ਵੀ ਜੇ ਆਪਾਂ ਜ਼ਿਕਰ ਕਰਦੇ ਹਾਂ ਤਾਂ ਉੱਥੇ ਜਿਹੜਾ ਸੀਨ ਇਸ ਵੇਲੇ ਬਣਿਆ ਵਾ ਉਸ ਨੂੰ ਕਿਵੇਂ ਦੇਖਦੇ ਹੋ ਭਾਜੀ? ਇੱਕ ਪਾਸੇ ਜਿਹੜਾ ਹੈਗਾ ਪੂਰੇ ਦੇਸ਼ ਦੇ ਮਾਹੌਲ ਦੇ ਨਾਲ ਚੱਲੇਗੀ ਇਹ ਚੋਣ, ਜਾਂ ਪੰਜਾਬ ਦੇ ਮਾਹੌਲ ਦੇ ਨਾਲ ਚੱਲੇਗੀ, ਇਹਦੇ ਤੇ ਕਾਫੀ ਗੱਲ ਜਿਹੜੀ ਹੈ ਨਿਰਭਰ ਕਰਦੀ। ਮੈਂ ਸਮਝਦਾ ਕਿ ਇਹ ਵੀ ਇੱਕ ਬਹੁਤ ਵੱਡੀ ਕੁਦਰਤੀ ਆਫਤ ਹੈ। ਜਦੋਂ ਤੁਹਾਡੀ 6 ਮਹੀਨਿਆਂ ਦੀ ਕਮਾਈ ਰੁੜ ਗਈ ਹੈ ਇੱਕ ਕਿਸਮ ਦੀ, ਮੁਆਵਜ਼ਾ ਕਿੰਨਾ ਕੁ ਮਿਲ ਜਾਏਗਾ? ਸਰਕਾਰ ਨੇ ਕਿਹਾ ਕਿ ਅਸੀਂ 15,000 ਦੇਵਾਂਗੇ ਵਧਾ ਕੇ ਵੀ ਪਰ ਏਕੜ, ਤੇ ਕੀ ਜਿਹੜਾ ਹੈ 15,000 ਪਰ ਏਕੜ ਨਾਲ ਜਿਹੜਾ ਹੈ ਕਿਸਾਨ ਦੀ ਜਿਹੜੀ ਪੂਰੀ ਜਿਹੜੀ ਹੈ ਉਹ ਆਪਾਂ ਜਿਹਨੂੰ ਕਹਿੰਦੇ ਹਾਂ ਕਿ ਕੰਪਨਸੇਟ ਹੋ ਜਾਏਗੀ। ਨਹੀਂ, ਉਹਦਾ ਕੋਈ ਨਾ ਕੋਈ ਹੱਲ ਤਾਂ ਲੱਭਿਆ ਜਾਣਾ ਚਾਹੀਦਾ। ਕਿਸਾਨ ਦੀ ਪੂਰੀ ਫਸਲ, ਜਿੱਦਾਂ ਤੁਸੀਂ ਖੁਦ ਹੀ ਕਿਹਾ ਕਿ ਹੁਣ ਜਦੋਂ ਫਸਲ ਬਰਬਾਦ ਹੋਈ ਹੈ ਤਾਂ ਉਹ ਆਪਣਾ ਸਾਰਾ ਖਰਚਾ ਫਸਲ ਦੇ ਉੱਤੇ ਲਾ ਚੁੱਕਾ। ਪਹਿਲੀ ਗੱਲ ਤਾਂ ਇਹ ਵੀ ਸਰਕਾਰਾਂ ਨੂੰ ਇਹਨੂੰ ਇੰਡਸਟਰੀ ਨਹੀਂ ਅਜੇ ਤੱਕ ਕਰਾਰ ਦਿੱਤਾ। ਇੰਡਸਟਰੀ ਦੇ ਵਿੱਚ ਕੋਈ ਨੁਕਸਾਨ ਹੁੰਦਾ ਹੈ, ਵੱਡਾ ਨੁਕਸਾਨ ਹੁੰਦਾ ਹੈ, ਉਹਦੇ ਲਈ ਕਾਨੂੰਨ ਨੇ ਬਕਾਇਦਾ ਤੌਰ 'ਤੇ ਜਿੱਥੇ ਉਹਨਾਂ ਨੂੰ ਕੰਪਨਸੇਟ ਕੀਤਾ ਜਾਂਦਾ ਹੈ। ਇਸੇ ਕਰਕੇ ਜਿਹੜਾ ਫਸਲੀ ਬੀਮੇ ਦਾ ਰੌਲਾ ਤਾਂ ਬਹੁਤ ਪੈ ਰਿਹਾ। ਹੁਣ ਵੀ ਜਿਹੜੀ ਯੂਨੀਅਨ ਗਵਰਨਮੈਂਟ ਹੈ ਸਾਡੀ, ਭਾਰਤ ਦੀ ਸਰਕਾਰ ਹੈ, ਉਹ ਬਾਰ-ਬਾਰ ਇਹ ਗੱਲ ਕਹਿੰਦੀ ਹੈ ਕ੍ਰੌਪ ਇੰਸ਼ੋਰੈਂਸ ਇੱਕ ਇਹੋ ਜਿਹੀ ਗੱਲ ਹੈ ਜਿਹੜਾ ਪੂਰੀ ਤਰ੍ਹਾਂ ਜਿਹੜਾ ਕਿਸਾਨ ਨੂੰ ਦਿੱਤਾ ਨਹੀਂ ਜਾਂਦਾ, ਨਾ ਉਹਦਾ ਪੂਰਾ ਮੁਆਵਜ਼ਾ ਮਿਲਦਾ। ਪਹਿਲੀ ਗੱਲ, ਕੰਪਨੀਆਂ ਆਉਂਦੀਆਂ ਹੀ ਨਹੀਂ। ਹੁਣ ਦੇਸ਼ ਦੇ ਅੰਦਰ ਤੁਹਾਨੂੰ ਲੱਗਦਾ ਹੈ ਕਿ ਸਿੱਖ ਮੀਡੀਆ, ਮੁਸਲਿਮ ਮੀਡੀਆ, ਹਿੰਦੂ ਮੀਡੀਆ, ਇਹਦਾ ਮੰਡੀਆਂ ਪਾ ਸਕਦੇ ਹਾਂ ਆਪਾਂ? ਮੀਡੀਆ ਤਾਂ ਦੇਖੋ ਮੀਡੀਆ ਹੀ ਹੈ, ਉਹਨੂੰ ਚਲਾਉਂਦਾ ਕੋਈ ਵੀ ਹੈ, ਜਾਂ ਉਹਦੇ 'ਚ ਕਿਸੇ ਇੱਕ ਆਪਾਂ ਕਹਿ ਦਈਏ ਕਿ ਫਿਰਕੇ ਨਾਲ ਸੰਬੰਧਿਤ ਲੋਕਾਂ ਦੀ ਵੱਧ ਸ਼ਮੂਲੀਅਤ ਹੋ ਸਕਦੀ, ਉਹਨਾਂ ਦੀਆਂ ਖਬਰਾਂ ਜ਼ਿਆਦਾ ਆ ਸਕਦੀਆਂ। ਉਹ ਆਪਣੀ ਨੀਤੀ ਦੇ ਪੱਖੋਂ ਉਹਦੀ ਜਿਹੜੀ ਆਪਾਂ ਕਹਿੰਦੇ ਹਾਂ ਕਿ ਉਸ ਪਾਸੇ ਉਹ ਅਲਾਰ ਹੋ ਸਕਦਾ। ਹੁਣ ਜੇ ਆਪਾਂ ਉਹਨੂੰ ਆਪਾਂ ਕਹਿ ਲਈਏ ਕਿ ਪੂਰੇ ਮੀਡੀਆ ਦਾ ਸਰੂਪ ਇਹ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ। ਦੇਸ਼ ਦਾ ਮੀਡੀਆ ਦਾ ਕੁਛ ਹੈ ਇਹੋ ਜਿਹਾ ਵੀ ਹੈ ਜਿਹੜਾ ਜਾਣਬੁੱਝ ਕੇ ਪੰਜਾਬ ਨੂੰ ਗਲਤ ਰੰਗ ਦੇ ਕੇ ਪੇਸ਼ ਕਰਦਾ, ਕੋਈ ਮਨਸ਼ਾ ਉਹਨਾਂ ਦੀ ਆਪਣੀ ਹੋਈ। ਹੁਣ ਸੌਦਾ ਵੇਚਣ ਤੇ ਗੱਲ ਆ ਗਈ, ਆਪਣੀ TRP ਵਧਾਉਣ ਤੇ ਗੱਲ ਆ ਗਈ, ਵਿਊਅਰਸ਼ਿਪ ਵਧਾਉਣ ਤੇ ਗੱਲ ਆ ਗਈ। ਫਿਰ ਇਹ ਵੀ ਕਿਹੜੀ ਗੱਲ ਵਿਕ ਸਕਦੀ ਹੈ ਜਾਂ ਹੋਰ ਹੈ। ਪੰਜਾਬ ਨੂੰ ਐਵੇਂ ਯੁੱਧ ਦਾ ਅਖਾੜਾ, ਬਗਾਵਤ ਦਾ ਅਖਾੜਾ ਬਣਾ ਕੇ ਪੇਸ਼ ਕਰਨਾ ਕਿ ਜਿਹੜਾ ਇਲੈਕਟ੍ਰੋਨਿਕ ਮੀਡੀਆ ਇਹਦਾ ਇੱਕ ਜਿਹੜਾ ਨੈਗੇਟਿਵ ਪੱਖ ਸਭ ਤੋਂ ਵੱਧ ਇਹ ਵੀ ਹੈ ਕਿ ਤੁਸੀਂ ਕਿੰਨੀ ਗੱਲ ਕਿਸੇ ਤੋਂ ਕਹਾਉਣੀ ਹੈ, ਕਿੰਨੀ ਉਹਦੀ ਅੱਗੇ ਪੇਸ਼ ਕਰਨੀ ਹੈ। ਦਰਸ਼ਕਾਂ ਨੂੰ ਵਾਰਸਤਵਾਰ ਪ੍ਰੋਗਰਾਮ 'ਚ ਮੇਰੇ ਜਾਣੀ ਕਿ ਜਗਤਾਰ ਸਿੰਘ ਸਿੱਧੂ ਤੇ ਮੇਰੇ ਨਾਲ ਮੇਰੇ ਸੀਨੀਅਰ ਜਰਨਲਿਸਟ ਸਾਥੀ ਪ੍ਰੀਤਮ ਰੁਪਾਲ ਦੋਨਾਂ ਵੱਲੋਂ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਆਪਾਂ ਹਮੇਸ਼ਾ ਇਸ ਪਲੇਟਫਾਰਮ ਤੇ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਹਫ਼ਤੇ ਭਰ ਦੀਆਂ ਵੱਡੀਆਂ ਘਟਨਾਵਾਂ, ਪੰਜਾਬ 'ਚ ਕੀ ਵਾਪਰਿਆ, ਪੰਜਾਬ ਤੋਂ ਬਾਹਰ ਕੀ ਵਾਪਰਿਆ, ਉਹਨਾਂ ਸਾਰੇ ਮੁੱਦਿਆਂ ਤੇ ਆਪਾਂ ਜੋ ਇਸ਼ੂਜ਼ ਬਣਦੇ ਆ ਤੁਹਾਡੀ ਕਚਹਿਰੀ 'ਚ ਲੈ ਕੇ ਹਾਜ਼ਰ ਹੁੰਦੇ ਆ। ਕੀ ਵਰਤਾਰਾ ਰਿਹਾ ਹੈ, ਕੀ ਹੋ ਸਕਦਾ ਹੈ, ਉਸ ਦੇ ਬਾਰੇ 'ਚ ਜਾਣਕਾਰੀ, ਉਸ ਦੇ ਪਿਛੋਕੜ 'ਚ ਕੀ ਹੈ, ਇਹ ਸਾਰੇ ਮੁੱਦਿਆਂ ਤੇ ਆਪਾਂ ਅੱਜ ਤੁਹਾਡੇ ਸਾਹਮਣੇ ਕਰਾਂਗੇ ਚਰਚਾ। ਇਹਨਾਂ ਮੁੱਦਿਆਂ ਤੇ ਕਰਾਂਗੇ ਵਿਚਾਰ। ਰੁਪਾਲ ਜੀ, ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਸਭ ਤੋਂ ਪਹਿਲਾਂ ਆਪਾਂ ਜਿਸ ਮੁੱਦੇ ਤੇ ਲਈਏ ਤਾਂ ਮੇਰਾ ਖਿਆਲ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਜਿਹੜੇ ਕਦਾਵਾਰ ਅਕਾਲੀ ਆਗੂ ਵੀ ਰਹੇ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਬਾ ਸਮਾਂ 28 ਸਾਲ ਪ੍ਰਧਾਨ ਰਹੇ ਹੈ। ਬਰਸੀ ਦੇ ਨਾਲ ਆਪਾਂ ਅੱਜ ਦੇ ਜਿਹੜਾ ਹੈਗਾ ਮੁੱਦੇ ਦੀ ਸ਼ੁਰੂਆਤ ਕਰੀਏ ਤਾਂ ਮੇਰਾ ਖਿਆਲ ਜ਼ਿਆਦਾ ਬਿਹਤਰ ਰਹੇਗਾ। ਮੈਂ ਦਰਸ਼ਕਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਜਥੇਦਾਰ ਗੁਰਚਰਨ ਸਿੰਘ ਟੌੜਾ
ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਂ ਰਹੀ ਰਹੇ। ਜੇ ਪਰ ਆਪਾਂ ਸਿੱਖ ਰਾਜਨੀਤੀ ਦੀ ਗੱਲ ਕਰ ਲਈਏ, ਜਦੋਂ ਤੋਂ ਅਸੀਂ ਪੱਤਰਕਾਰਤਾ ਦੇ ਵਿੱਚ ਆਏ ਹਾਂ, ਸਭ ਤੋਂ ਲੰਬਾ ਸਮਾਂ ਇੱਕੋ ਆਗੂ ਹੈ ਜਿਹਦੀ ਇੱਕ ਛਾਪ ਹੈ, ਜਿਸ ਦਾ ਇੱਕ ਪ੍ਰਭਾਵ ਹੈ, ਔਰ ਦਹਾਕਿਆਂ ਤੱਕ ਉਸ ਆਗੂ ਨੇ ਅਗਵਾਈ ਤਾਂ ਕੀਤੀ ਪਰ ਇਹ ਵੀ ਕਮਾਲ ਹੈ, ਜਿੱਦਾਂ ਆਪਾਂ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਆਪਣੀ ਪੱਗ ਤੇ ਕੋਈ ਦਾਗ ਵੀ ਨਹੀਂ ਲੱਗਣ ਦਿੱਤਾ। ਔਰ ਵੱਖ-ਵੱਖ ਖੇਤਰਾਂ ਦੇ ਵਿੱਚ ਇੱਕ ਸਧਾਰਨ ਪਰਿਵਾਰ ਚੋਂ ਉੱਠ ਕੇ ਆਏ, ਬਿਲਕੁਲ ਹੀ ਛੋਟੀ ਕਿਸਾਨੀ ਚੋਂ ਉੱਠ ਕੇ ਆਏ, ਹਲ ਵਾਹੁੰਦੇ ਰਹੇ, ਸਾਈਕਲ ਚਲਾਉਂਦੇ ਰਹੇ। ਅੱਜ ਦੇ ਜ਼ਮਾਨੇ ਦਾ ਜੇ ਜ਼ਿਕਰ ਕਰੀਏ ਤਾਂ ਸ਼ਾਇਦ ਨਵੀਂ ਪੀੜ੍ਹੀ ਸੋਚੇਗੀ ਕਿ ਇਸੇ ਯੁੱਗ ਦਾ ਵਿਅਕਤੀ ਸੀ ਜਥੇਦਾਰ ਗੁਰਚਰਨ ਸਿੰਘ ਟੌਹੜਾ, ਕਿਉਂਕਿ ਜਦੋਂ ਹੁਣ ਕੋਈ ਸਾਈਕਲ ਤੇ ਵੀ ਜਾਂਦਾ, ਪੈਦਲ ਵੀ ਜਾਂਦਾ ਤਾਂ ਮੋਬਾਈਲ ਫੋਨ ਤੋਂ ਬਗੈਰ ਗੁਜ਼ਾਰਾ ਨਹੀਂ ਕਰ ਸਕਦਾ। ਜਦੋਂ ਅਸੀਂ ਪੱਤਰਕਾਰ ਦੇ ਤੌਰ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਉਹਨਾਂ ਦੇ ਘਰ ਮਿਲਣ ਜਾਂਦੇ ਸੀ, ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਉਹਨਾਂ ਦਾ ਘਰ ਜਿਹੜਾ ਹੈਗਾ, ਤਾਂ ਉਹਨਾਂ ਦੇ ਘਰ ਦੇ ਵਿੱਚ ਫੋਨ ਵੀ ਨਹੀਂ ਸੀ ਲੱਗਿਆ ਹੁੰਦਾ। ਲਾਈਨ ਫੋਨ ਜਿਸ ਨੂੰ ਕਹਿੰਦੇ ਆ, ਉਹ ਫੋਨ ਵੀ ਨਹੀਂ ਸੀ। ਮੋਬਾਈਲ ਦੀ ਤਾਂ ਗੱਲ ਹੀ ਛੱਡੋ। ਉਸ ਤੋਂ ਬਾਅਦ ਕਾਫੀ ਲੰਬਾ ਸਮਾਂ ਜਿਹੜਾ ਮੋਬਾਈਲ ਆਏ, ਜਿਹੜਾ ਜਦੋਂ ਵੀ ਉਹਨਾਂ ਨੇ ਕੋਈ ਫੋਨ ਤੇ ਗੱਲ ਕਰਨੀ ਹੁੰਦੀ ਤਾਂ ਅਕਸਰ ਉਹ ਕਹਿੰਦੇ ਕਿ ਆਪਾਂ ਪਟਿਆਲੇ ਚੱਲਦੇ ਹਾਂ, ਪਟਿਆਲੇ ਕਿਸੇ ਦਫ਼ਤਰ 'ਚ ਬਹਿ ਕੇ ਆਪਾਂ ਫੋਨ ਕਰਾਂਗੇ। ਐਡਾ ਸਧਾਰਨ ਆਗੂ, ਛੋਟਾ ਜਿਹਾ ਮਕਾਨ, ਲੰਬਾ ਸਮਾਂ ਜਦੋਂ ਤੱਕ ਅਸੀਂ ਉਹਨਾਂ ਨੂੰ ਦੇਖਦੇ ਰਹੇ ਹਾਂ, ਉਸੇ ਮਕਾਨ ਦੇ ਵਿੱਚ ਉਹਨਾਂ ਨੇ ਆਪਣੀਆਂ ਸਰਗਰਮੀਆਂ ਚਲਾਈਆਂ। ਇਹ ਵੱਖਰੀ ਗੱਲ ਹੈ ਕਿ ਦੁਨੀਆ ਭਰ ਦੇ ਲੋਕ, ਵੱਡੇ ਆਗੂ ਉਸੇ ਮਕਾਨ ਦੀ ਛੱਤ ਹੇਠਾਂ ਆ ਕੇ ਬੈਠਦੇ ਰਹੇ ਹੈ। ਕੜੀਆਂ ਵਾਲੀ, ਵਾਲਿਆਂ ਵਾਲੀ ਜਿਹੜੀ ਹੈਗੀ ਹੈ ਬੈਠਕ, ਜਥੇਦਾਰ ਗੁਰਚਰਨ ਸਿੰਘ ਟੌਹੜਾ ਸਵੇਰੇ ਹੀ ਉੱਠ ਕੇ ਜਲਦੀ ਤਿਆਰ ਹੋ ਕੇ ਬੈਠ ਜਾਂਦੇ ਸੀ। ਦਿਨ ਭਰ ਦੀਆਂ ਸਰਗਰਮੀਆਂ ਦੇ ਲਈ, ਚਾਹੇ ਪੰਥਕ ਸਰਗਰਮੀਆਂ ਹੁੰਦੀਆਂ, ਚਾਹੇ ਆਮ ਲੋਕਾਂ ਦੀਆਂ ਸਰਗਰਮੀਆਂ ਹੁੰਦੀਆਂ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅੱਜ ਬਰਸੀ ਹੈ, ਜਿੱਥੇ ਅਸੀਂ ਆਪਣੇ ਚੈਨਲ ਵੱਲੋਂ, ਆਪਣੇ ਸਾਥੀਆਂ ਵੱਲੋਂ, ਆਪਣੀ ਟੀਮ ਵੱਲੋਂ ਉਹਨਾਂ ਨੂੰ ਨਤਮਸਤਕ ਹੁੰਦੇ ਹਾਂ। ਉਹਨਾਂ ਪ੍ਰਤੀ ਆਪਣਾ ਆਭਾਰ ਜਿਹੜੀ ਹੈਗੀ ਹੈ, ਸ਼ਰਧਾ ਦਾ ਪ੍ਰਗਟਾਵਾ ਕਰਦੇ ਹਾਂ। ਨਾਲ ਇਹ ਵੀ ਗੱਲ ਕਹਾਂਗੇ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਤੁਰ ਜਾਣ ਬਾਅਦ ਇੱਕ ਐਸਾ ਖਿਲਾਫ ਪਿਆ ਕਿ ਅੱਜ ਤੱਕ ਜਿਹੜਾ ਪੰਥ ਆਪਣੇ ਆਪ ਨੂੰ ਪੰਥਕ ਤਰ੍ਹਾਂ ਕਹਾਉਂਦੀਆਂ, ਉਹ ਔਜੜ 'ਚ ਪਈਆਂ ਹੋਈਆਂ ਤੇ ਅੱਗੇ ਆਉਣ ਵਾਲੇ ਸਮੇਂ 'ਚ ਕਿਤੇ ਔਜੜ ਦਾ ਹੱਲ ਵੀ ਨਿਕਲਦਾ ਨਜ਼ਰ ਨਹੀਂ ਆਉਂਦਾ। ਹਰਪਾਲ ਜੀ, ਕਿਵੇਂ ਦੇਖਦੇ ਹੋ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜਿਹੜੀ ਐਡੀ ਵੱਡੀ ਹਸਤੀ, ਪੰਥਕ ਮਾਮਲਾ, ਜਿੱਦਾਂ ਮੈਂ ਕਿਹਾ ਕਦਾਵਰ ਆਗੂ, ਚਲੇ ਜਾਣ ਤੋਂ ਬਾਅਦ ਵੀ ਉਸ ਦਾ ਖਲਾਅ ਅਜੇ ਕਿਧਰੇ ਭਰਪਾਈ ਹੁੰਦੀ ਨਜ਼ਰ ਨਹੀਂ ਆਈ? ਜਗਤਾਰ ਜੀ, ਦੇਖੋ ਤੁਸੀਂ ਵੈਸੇ ਖੁਦ ਹੀ ਕਾਫੀ ਕੁਝ ਉਹਨਾਂ ਦੀ ਸ਼ਖਸੀਅਤ ਬਾਰੇ ਦੱਸ ਦਿੱਤਾ, ਤੇ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਮੈਂ ਜਦੋਂ ਦਿੱਲੀ ਸੀ ਤੇ ਉਹਨਾਂ ਦੇ ਕਾਫੀ ਨੇੜੇ ਵਿਚਰਨ ਦਾ ਮੌਕਾ ਮਿਲਿਆ, ਉਹਨਾਂ ਨਾਲ ਬੜੀਆਂ ਲੰਬੀਆਂ ਗੱਲਾਂ ਕਰਨ ਦਾ ਵੀ ਕਈ ਵਾਰੀ ਮੌਕਾ ਮਿਲਦਾ, 1 to 1 ਇਕੱਲੇ ਬੈਠ ਕੇ ਗੱਲਾਂ ਕਰਦੇ, ਤੇ ਅਕਾਲੀ ਸਿਆਸਤ ਬਾਰੇ ਵੀ, ਕਿਸਾਨੀ ਬਾਰੇ ਵੀ, ਦੇਸ਼ ਬਾਰੇ ਵੀ, ਪੂਰੇ ਜਹਾਨ ਬਾਰੇ ਵੀ। ਉਹ ਇੱਕ ਤਾਂ ਇਹ ਹੈ ਕਿ ਉਹ ਇੱਕ ਇੱਦਾਂ ਦੇ ਅਕਾਲੀ ਆਗੂ ਸੀ ਜਿਹੜੇ ਅੰਦਰੋਂ ਅਕਾਲੀ ਸੀ। ਯੈਸ, ਹਾਂ, ਉਹਨਾਂ ਨੇ ਕੋਈ ਇਹ ਨਹੀਂ ਸੀ ਕਿ ਉਹ ਨੀਲੀ ਪੱਗ ਬੰਨਣ ਕਰਕੇ ਅਕਾਲੀ ਸੀ, ਤੇ ਉਹ ਅਕਾਲੀ ਜਿਹੜਾ ਹੈ ਉਹਨਾਂ ਦੇ ਜਿਹੜਾ ਉਹਨਾਂ ਦਾ ਸਾਰਾ ਹੀ ਆਪਾਂ ਕਹਿੰਦੇ ਕਿ ਜ਼ਿਹਨ ਜਿਹੜਾ ਸੀ ਉਹ ਪੂਰਾ ਹੀ ਜਿਹੜਾ ਹੈਗਾ ਜਿੱਦਾਂ ਦਾ ਇੱਕ ਤਰ੍ਹਾਂ ਆਪਾਂ ਕਹਿੰਦੇ ਕਿ ਪੰਥਕ ਸਿੱਖੀ ਦੇ ਵਿੱਚ, ਅਕਾਲੀਅਤ ਦੇ ਵਿੱਚ, ਤੇ ਪੂਰਾ ਮਤਲਬ ਕਿ ਸਰਸ਼ਾਰ ਸੀਗਾ। ਤੇ ਦੂਜਾ ਇਹ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਦੇ ਜਾਣ ਤੋਂ ਬਾਅਦ ਇੱਕ ਇੰਨਾ ਵੱਡਾ ਖਲਾਅ ਪੈਦਾ ਹੋ ਗਿਆ, ਵਾਕਈ ਇਹ ਗੱਲ ਹੈ ਕਿ ਉਸ ਕੱਦ ਦਾ ਕੋਈ ਵੀ ਆਗੂ ਅਕਾਲੀ ਦਲ ਦੇ ਵਿੱਚ ਨਹੀਂ ਰਿਹਾ, ਤੇ ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਮੈਂ ਸਮਝਦਾ ਕਿ ਕੈਫੀਅਤ ਸੀ, ਇੰਨੀ ਜ਼ਿਆਦਾ ਉਹਨਾਂ ਦੇ ਵਿੱਚ ਸਮਰੱਥਾ ਸੀ ਕਿ ਜਿੱਥੇ ਉਹ ਖੜ ਜਾਂਦੇ ਸੀ ਜਾਂ ਕੋਈ ਗੱਲ ਕਹਿੰਦੇ ਸੀ, ਉਸ ਗੱਲ ਦਾ ਨੋਟਿਸ ਲਿਆ ਜਾਂਦਾ ਸੀ, ਪੰਥਕ ਧਿਰਾਂ ਦੇ ਵਿੱਚ ਵੀ ਤੇ ਪੂਰੇ ਦੇਸ਼ ਦੀ ਸਿਆਸਤ ਦੇ ਵਿੱਚ ਵੀ। ਮੈਨੂੰ ਯਾਦ ਹੈ ਜਦੋਂ 1996 ਦੇ ਵਿੱਚ ਜਦੋਂ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਤੇ ਉੱਥੇ ਉਦੋਂ ਅਕਾਲੀ ਦਲ ਤੇ BSP ਦਾ ਗੱਠਜੋੜ ਸੀ ਪੰਜਾਬ ਦੇ ਵਿੱਚ, ਤੇ ਅਕਾਲੀ ਦਲ ਨੂੰ ਉੱਥੇ ਕਾਫੀ ਉਦੋਂ ਸੀਟਾਂ ਉਹਦੇ ਚੋਂ ਮਿਲੀਆਂ, ਕਿਉਂਕਿ ਜ਼ਿਆਦਾ ਜਿਹੜੀਆਂ ਸੀਟਾਂ ਸੀ ਉਹ ਅਕਾਲੀ ਦਲ ਕੋਲੇ ਸੀ। ਤੇ ਅਕਾਲੀ ਦਲ ਜਦੋਂ ਪ੍ਰਕਾਸ਼ ਸਿੰਘ ਬਾਦਲ, ਕਿਉਂਕਿ ਅਕਾਲੀ ਦਲ ਦੇ ਉਸ ਵੇਲੇ ਵੀ ਪ੍ਰਧਾਨ ਸੀਗੇ, ਤੇ ਉਹਨਾਂ ਨੇ ਵੀ ਗੱਲਬਾਤ ਕੀਤੀ, ਇੱਕ ਇੱਦਾਂ ਦੀ ਉਦੋਂ ਹੰਗ ਪਾਰਲੀਮੈਂਟ ਆਈ, ਤੇ ਇਹ ਲੱਗਦਾ ਨਹੀਂ ਸੀ ਕਿ ਕੋਈ ਸਰਕਾਰ ਬਣਾਉਣ ਦੇ ਸਮਰੱਥ ਹੈ। BJP ਕੋਲੇ ਵੀ ਪੂਰਨ ਬਹੁਮਤ ਨਹੀਂ ਸੀਗਾ, ਤੇ ਉਸ ਵੇਲੇ ਦੀ ਇੱਕ ਸਿਚੁਏਸ਼ਨ ਇਹ ਸੀ ਕਿ ਵੱਡੇ ਜਿਹੜੇ ਲੀਡਰ ਸੀ ਉਹ ਸਾਰੇ MP ਜਿੱਤ ਕੇ ਗਏ,
ਸੁਰਜੀਤ ਸਿੰਘ ਬਰਨਾਲਾ ਸੀ, ਸੁਖਦੇਵ ਸਿੰਘ ਢੀਂਡਸਾ ਸ਼ਾਇਦ ਉਸ ਸਾਲ ਨਹੀਂ ਜਿੱਤੇ, ਸੁਰਜੀਤ ਸਿੰਘ ਬਰਨਾਲਾ ਸੀ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਸੀ ਤੇ ਹੋਰ ਜਿਹੜੇ ਸੀ ਕਾਫੀ ਜਿਹੜੇ ਸੀਨੀਅਰ ਅਕਾਲੀ ਆਗੂ ਉਦੋਂ MP ਬਣੇ। ਤੇ ਜਿਹੜੀਆਂ ਰੀਜਨਲ ਫੋਰਸਿਸ ਸੀਗੀਆਂ, ਜਿਹੜੀਆਂ ਖਾਸ ਕਰਕੇ ਦੇਸ਼ ਦੇ ਸਦਰਨ ਜਿਹੜੀਆਂ ਸਟੇਟਸ ਉਹਨਾਂ ਦੀਆਂ ਪਾਰਟੀ ਹੋਰ, ਉਹਨਾਂ ਦੀ ਟੇਕ ਅਕਾਲੀ ਦਲ ਤੇ ਸੀ, ਕਿਉਂਕਿ ਅਕਾਲੀ ਦਲ ਇੱਕ ਰੀਜਨਲ ਫੋਰਸ ਵੱਲੋਂ ਵਿਚਰਦਾ ਰਿਹਾ ਆਪਣੇ ਆਪ ਨੂੰ। ਤੇ ਪਰ ਪ੍ਰਕਾਸ਼ ਸਿੰਘ ਬਾਦਲ ਹੋਰੀ ਚੁੱਪ-ਚਾਪ ਜਿਹੜਾ ਸੀ ਜਾ ਕੇ ਗੱਲਬਾਤ ਕਰਕੇ ਐਲਾਨ ਕਰਿਆ ਕਿ ਅਸੀਂ BJP ਨੂੰ ਸਪੋਰਟ ਕਰ ਰਹੇ ਹਾਂ। ਹਾਲਾਂਕਿ BJP ਅਕਾਲੀ ਦਲ ਦੀ ਸਪੋਰਟ ਨਾਲ ਵੀ ਬਹੁਮਤ ਦੇ ਵਿੱਚ ਨਹੀਂ ਸੀ। ਉਦੋਂ ਮੈਨੂੰ ਪਤਾ ਜਿਹੜਾ ਰਿਐਕਸ਼ਨ ਸੀਗਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ, ਉਹ ਬਹੁਤ ਸਖਤ ਜਿਹੜਾ ਸੀ ਰਿਐਕਸ਼ਨ ਸੀ ਕਿ ਇਹ ਅਕਾਲੀ ਦਲ ਨੇ ਆਪਣਾ ਜਿਹੜਾ ਸੀ ਇੱਥੋਂ ਨਿਘਾਰ ਸ਼ੁਰੂ ਕਰ ਲਿਆ, ਆਪਣੇ ਪੈਰ ਤੇ ਆਪ ਕਹਾੜਾ ਜਿਹੜਾ ਮਾਰਨਾ ਸ਼ੁਰੂ ਕਰ ਲਿਆ। ਇੱਦਾਂ ਦਾ ਉਹ ਰਿਐਕਸ਼ਨ ਸੀ। ਭਾਵੇਂ ਖੁੱਲ੍ਹ ਕੇ ਮੀਡੀਆ 'ਚ ਉਹਨਾਂ ਨੇ ਇਹ ਗੱਲ ਨਹੀਂ ਕੀਤੀ, ਪਰ ਜਦੋਂ ਆਫ ਦਾ ਰਿਕਾਰਡ ਕੋਈ ਗੱਲ ਕਰਦੇ ਸੀ ਤੇ ਉਹ ਕਹਿੰਦੇ ਸੀ ਕਿ ਹੁਣ ਅਕਾਲੀ ਦਲ ਨੂੰ ਸੇਵਾ ਜਿਹੜਾ ਹੈਗਾ ਮੌਕਾ ਸੀ ਸੰਭਾਲਣ ਦਾ ਦੇਸ਼ ਦੀ ਸਥਿਤੀ ਨੂੰ। ਤੇ ਇਹੀ ਹੋਇਆ ਕਿ 13 ਦਿਨਾਂ ਬਾਅਦ ਜਦੋਂ ਸਰਕਾਰ ਨਹੀਂ ਰਹੀ, BJP ਦੀ ਟੁੱਟ ਗਈ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ, ਤੇ ਉਦੋਂ ਬਾਅਦ HD ਦੇਵੇ ਗੌੜਾ ਦੀ ਜਿਹੜੀ ਅਗਵਾਈ ਦੇ ਵਿੱਚ ਫਿਰ ਜਿਹੜੀ ਸੀ ਇੱਕ ਗੱਠਜੋੜ ਦੀ ਸਰਕਾਰ ਬਣੀ ਤੇ ਅਕਾਲੀ ਦਲ ਵਿਰੋਧੀ ਧਿਰ ਦੇ ਵਿੱਚ ਬੈਠ ਗਿਆ ਆ ਕੇ। ਤੇ ਉਹ ਮਤਲਬ ਕਿ ਇਹੋ ਜਿਹੇ ਜਿਹੜੇ ਜਦੋਂ ਦੇਸ਼ ਦੀ ਸਿਆਸਤ ਦੇ ਜਿਹੜੇ ਮਤਲਬ ਕਿ ਨੈਸ਼ਨਲ ਪੋਲਿਟਿਕਸ ਦੇ ਵਿੱਚ ਆਪਾਂ ਗੱਲ ਕਰੀਏ, ਉਦੋਂ ਵੀ ਉਹ ਕਹਿੰਦੇ ਸੀ ਕਿ ਅਕਾਲੀ ਦਲ ਨੂੰ ਜਿਹੜਾ ਸੀ ਉਹ ਜਿਹੜੀ ਤੀਜੀ ਧਿਰ ਬਣਨ ਦੀ ਇੱਕ ਸੰਭਾਵਨਾ ਦੇਸ਼ ਦੇ ਵਿੱਚ, ਉਹਦੇ ਨਾਲ ਖੜਨਾ ਚਾਹੀਦਾ, ਕਿਉਂਕਿ ਅਕਾਲੀ ਦਲ ਫੈਡਰਲਿਜ਼ਮ ਦੀ ਗੱਲ ਕਰਦਾ ਰਿਹਾ ਹਮੇਸ਼ਾ, ਵੱਧ ਅਧਿਕਾਰਾਂ ਦੀ ਗੱਲ ਕਰਦਾ ਰਿਹਾ। ਤੇ BJP ਹਮੇਸ਼ਾ ਚਾਹੁੰਦੀ ਹੈ ਕਿ ਸੈਂਟਰ ਦੇ ਕੋਲੇ ਸਭ ਤੋਂ ਵੱਧ, ਜੋ ਹੁਣ ਆਪਣੇ ਕੋਲੇ ਜੋ ਤਸਵੀਰ ਸਾਹਮਣੇ ਹੈ। ਰਪਾਲ, ਉਸ ਮਾਮਲੇ ਦਾ ਜਦੋਂ ਤੁਸੀਂ ਜ਼ਿਕਰ ਕਰ ਰਹੇ ਹੋ, ਦੇਖੋ ਜਿੱਦਾਂ ਤੁਸੀਂ ਉਹਨਾਂ ਦੀ ਗੱਲ ਕੀਤੀ ਹੈ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ, ਯਾਦਾਂ ਜਿਹੜੀਆਂ ਹੈਗੀਆਂ ਅਕਸਰ ਹੁੰਦਾ ਹੀ ਹੈ ਕਿ ਜਦੋਂ 1 ਅਪ੍ਰੈਲ ਦੀ ਗੱਲ ਆਉਂਦੀ ਹੈ ਤੇ ਜਿਸ ਤਰੀਕੇ ਨਾਲ ਉਹਨਾਂ ਦੇ ਹਮਾਇਤੀ ਹੈ ਸ਼ੁਭ ਚਿੰਤਕ ਆ ਉਹ ਮਨਾਉਂਦੇ ਇਸ ਦਿਨ, ਉਹ ਤਾਂ ਹੈ ਹੀ ਹੈ। ਪਰ ਇੱਕ ਗੱਲ ਮੈਂ ਜਿਹੜੀ ਹਲੀਮੀ ਦੀ ਗੱਲ ਪ੍ਰੀਤਮਪਾਲ ਮੈਂ ਜ਼ਰੂਰ ਤੁਹਾਡੇ ਨਾਲ, ਕਿਉਂਕਿ ਇੱਕ ਐਡੇ ਕੱਦ ਦਾ ਨੇਤਾ, ਹੁਣ ਜਿੱਦਾਂ ਦਾ ਮੀਡੀਆ ਬਾਰੇ ਕਿਹਾ ਜਾਂਦਾ ਹੈ ਕਿ ਜੇ ਮੀਡੀਆ ਦੇ ਉੱਤੇ ਸਕੰਜਾ ਕੱਸਿਆ ਜਾਵੇ, ਮੀਡੀਆ ਦੇ ਖਿਲਾਫ ਵੀ ਬੋਲਿਆ ਜਾਂਦਾ, ਪਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਕਿੱਦਾਂ ਦਾ ਸੁਭਾਅ ਸੀ। ਜਦੋਂ ਅਨੰਦਪੁਰ ਸਾਹਿਬ ਜਿਹੜਾ ਬਹੁਤ ਵੱਡਾ ਖਾਲਸੇ ਦਾ ਦਿਨ ਮਨਾਇਆ ਗਿਆ ਤੇ ਉਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ ਦੋ ਅਲੱਗ-ਅਲੱਗ ਖੇਮਿਆਂ 'ਚ, ਬਿਲਕੁਲ 1999 ਦੇ ਵਿੱਚ ਜਦੋਂ ਲੜਾਈ ਤਿੱਖੀ ਹੋ ਗਈ ਸੀ ਪੂਰੀ। ਜੀ, ਹਾਂਜੀ। ਤੇ ਜਰਨਲਿਸਟ ਦੇ ਤੌਰ ਤੇ ਜਿਹੜਾ ਹੈਗਾ ਤੁਸੀਂ ਹੁੰਦਾ ਹੀ ਹੈ ਕਿ ਜੋ ਸਰਕਾਰ ਹੈ, ਮੁੱਖ ਮੰਤਰੀ ਹੈ, ਉਹਨਾਂ ਦੀ ਕਵਰੇਜ ਕਰਨੀ ਹੁੰਦੀ ਹੈ। ਪਰ ਟੌਹੜਾ ਸਾਹਿਬ ਵੀ ਬੜੇ ਵਿਭਾਗ ਸੀ। ਮੈਨੂੰ ਉੱਥੇ ਅਨੰਦਪੁਰ ਸਾਹਿਬ ਮਿਲ ਗਏ, ਮੈਨੂੰ ਦੂਰੋਂ ਹੀ ਦੇਖ ਕੇ ਕਹਿਣ ਲੱਗੇ, ਲਓ ਜੀ ਆ ਗਏ ਜਗਤਾਰ, ਜੇ ਜਗਤਾਰ ਦੇ ਦਰਸ਼ਨ ਕਰ ਲਏ, ਉਹ ਜੇ ਸਰਕਾਰ ਦੇ ਦਰਸ਼ਨ ਕਰ ਲਏ। ਮੈਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਬੜੇ ਸਤਿਕਾਰ ਨਾਲ, ਮੈਂ ਮਜ਼ਾਕ ਦੇ ਵਿੱਚ ਉਹਨਾਂ ਦੀ ਗੱਲ ਨੂੰ ਟਾਲਿਆ, ਪਰ ਮੈਂ ਪਾਸੇ ਜਾ ਕੇ ਚੰਦੂ ਮਾਜਰਾ ਜੀ ਉਹਨਾਂ ਦੇ ਨਾਲ ਸੀ, ਮੈਂ ਚੰਦੂ ਮਾਜਰਾ ਨੂੰ ਕਿਹਾ, ਮੈਂ ਕਿਹਾ ਦੇਖੋ ਮੈਂ ਇਹਨਾਂ ਦਾ ਬੜਾ ਸਤਿਕਾਰ ਕਰਦਾ, ਮੈਂ ਤਾਂ ਕਦੇ ਕੌਲੀ ਜਿਹਨੂੰ ਕਹਿੰਦੇ ਪਾਣੀ ਪਾ ਕੇ ਵੀ SGPC ਦਾ ਜਾਂ ਸਰਕਾਰ ਦਾ ਨਹੀਂ ਪੀਤਾ ਹੋਏਗਾ। ਤੇ ਇਹਨਾਂ ਨੂੰ ਕਹੋ ਵੀ ਮੈਂ ਇਸ ਗੱਲ ਦਾ ਬੁਰਾ ਮਨਾਇਆ, ਟੌਹੜੇ ਦੀ ਤੇ ਬਾਦਲ ਦੀ ਟੱਕਰ ਆਪਸ ਵਿੱਚ ਹੋਏਗੀ। ਜਰਨਲਿਸਟਾਂ ਨੇ ਤਾਂ ਦੇਖੋ ਸਰਕਾਰ ਨੂੰ ਵੀ ਕਵਰ ਕਰਨਾ ਤੇ ਟੌਹੜਾ ਸਾਹਿਬ ਨੂੰ ਕਵਰ ਕਰਦੇ ਆ। ਲਓ ਜੀ, ਮੇਰਾ ਸੁਨੇਹਾ ਟੌਹੜਾ ਸਾਹਿਬ ਤੱਕ ਪਹੁੰਚ ਗਿਆ। ਉਸ ਤੋਂ ਬਾਅਦ 'ਚ ਰਪਾਲ ਜੀ ਖਾਲਸਾ ਕਾਲਜ ਚੰਡੀਗੜ੍ਹ ਦੇ 'ਚ ਇੱਕ ਫੰਕਸ਼ਨ ਸੀ, ਉੱਥੇ ਮੈਨੂੰ ਮਿਲੇ। ਉਹ ਲੈ ਤੂੰ ਤਾਂ ਮੇਰੇ ਨਾਲ ਨਾਰਾਜ਼ ਹੀ ਹੋ ਗਿਆ, ਚੱਲ ਅੱਜ ਤੇਰੇ, ਮੈਂ ਉਹ ਦਿਨ ਟ੍ਰਿਬਿਊਨ 'ਚ ਸੀ, ਚੱਲ ਟ੍ਰਿਬਿਊਨ 'ਚ ਚੱਲਦੇ ਹਾਂ, ਤੇਰੇ ਕੋਲ ਮੈਂ ਕੌਫੀ ਦਾ ਕੱਪ ਪੀ ਕੇ ਆਉਣਾ। ਤੁਸੀਂ ਵਡੱਪਣ ਦੇਖੋ, ਮੇਰੇ ਕੋਲ ਟ੍ਰਿਬਿਊਨ 'ਚ ਆਏ, ਮੈਨੂੰ ਕਹਿੰਦੇ ਕੁਰਸੀ ਛੱਡ, ਜਿੱਥੇ ਮੈਂ ਬਹਿ ਕੇ ਰਿਪੋਰਟਿੰਗ ਕਰਦਾ ਸੀ ਉਸ ਕੁਰਸੀ 'ਤੇ ਬੈਠੇ ਔਰ ਉੱਥੇ ਕੌਫੀ ਦਾ ਕੱਪ ਪੀ ਕੇ ਮੈਨੂੰ ਜਿਹੜਾ ਪਿਆਰ ਨਾਲ ਜੱਫੀ ਪਾ ਕੇ ਮਿਲ ਕੇ, ਜਾਣੀ ਇੱਕ ਆਪਣਤ, ਜਾਣੀ ਤੁਸੀਂ ਦੇਖੋ ਉਸ ਬੰਦੇ ਦਾ ਵਡੱਪਣ ਦੇਖੋ ਕਿ ਕਿਸ ਤਰੀਕੇ ਨਾਲ ਸੀਗਾ, ਕਿੱਥੇ ਹੁਣ ਦੇ ਆਗੂ ਤੇ ਹੁਣ ਦੀ ਲੀਡਰਸ਼ਿਪ। ਇੱਕ ਗੱਲ ਜਿਹੜੀ ਹੈਗੀ ਹੈ ਰਪਾਲ ਜੀ, ਹੋਰ ਜਿੱਦਾਂ ਤੁਸੀਂ ਕਿਹਾ ਜਿਸ ਤਰ੍ਹਾਂ ਦਾ ਅਸੂਲਾਂ ਦਾ ਉਹ ਆਗੂ ਸੀ, ਮੈਂ ਜੇ ਕਹਾਂ ਕਿ ਰਪਾਲ ਹੁੰਦਾ ਤਾਂ ਪਰਸਨਲ ਗੱਲਾਂ ਹੈਗੀਆਂ, ਪਰ ਕਈ ਵਾਰੀ ਹੁੰਦੀਆਂ ਕਿ ਉਹ ਗੱਲਾਂ ਜਾ ਕੇ ਜਿਹੜੀ ਪਬਲਿਕ ਨਾਲ ਵੀ ਜੁੜ ਜਾਂਦੀਆਂ। ਮੈਂ ਆਪਣੇ ਘਰ 'ਚ ਜੇ ਕਿਸੇ ਆਗੂ ਦੀ ਰਪਾਲ ਤਸਵੀਰ ਲਗਾਈ, ਕਿਸੇ ਇੱਕ ਆਗੂ ਦੀ ਤਸਵੀਰ ਲਗਾਈ ਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਸੀ। ਜਿਸ ਦਿਨ ਇਹ ਤੁਰ ਗਏ, ਮੈਨੂੰ ਲੱਗਿਆ ਕਿ ਯਾਰ ਟੌਹੜਾ ਨਹੀਂ ਤੁਰ ਗਏ, ਸਾਡੀ ਜਿਹੜੀ ਬਹੁਤ ਵੱਡੀ ਇੱਕ ਵਿਰਾਸਤ, ਸਾਡੀ ਜਿਹੜੀ ਇੱਕ ਵੱਡੀ ਚੱਲਦੀ ਫਿਰਦੀ ਲਾਇਬ੍ਰੇਰੀ ਸਿੱਖ ਇਤਿਹਾਸ ਨਾਲ ਜੁੜਿਆ ਵਾ, ਬਹੁਤ ਕੁਝ ਚੱਲਿਆ ਗਿਆ ਅੱਜ ਜਦੋਂ, ਮਤਲਬ ਇਸ ਤਰ੍ਹਾਂ ਦਾ। ਤੇ ਇੱਕ ਗੱਲ ਮੈਂ ਕਹਿ ਕੇ ਜਿਹੜਾ ਹੈਗਾ ਇਸ ਗੱਲ ਨੂੰ ਤੁਹਾਡੇ ਤੋਂ ਇਸ ਮੁੱਦੇ 'ਤੇ ਗੱਲ ਜਾਣਨੀ ਚਾਹਾਂਗਾ ਕਿ ਕਿਸ ਤਰ੍ਹਾਂ ਦਾ ਉਹ ਆਗੂ ਸੀ। ਤੁਹਾਨੂੰ ਵੀ ਯਾਦ ਹੋਏਗਾ ਜਦੋਂ ਜਲੰਧਰ ਦੇ 'ਚ ਜਾ ਕੇ ਇਹਨਾਂ ਨੇ ਇੱਕ ਨਿਊਜ਼ ਏਜੰਸੀ ਨੂੰ ਆਪਣੀ ਇੰਟਰਵਿਊ ਦਿੱਤੀ, ਕੇਵਲ ਇੰਨੀ ਗੱਲ ਕਹੀ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਹੈਗੇ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਕਹਿੰਦੇ ਜਿੱਦਾਂ ਮੈਂ ਪ੍ਰਧਾਨ ਹੈ, ਅਕਾਲੀ ਦਲ ਦੇ ਪ੍ਰਧਾਨ ਨੇ ਇਹ,
ਕਹਿੰਦੇ ਉਹਨਾਂ ਨੂੰ ਇੱਕ ਅਹੁਦਾ ਰੱਖਣਾ ਚਾਹੀਦਾ, ਜਾਂ ਮੁੱਖ ਮੰਤਰੀ ਦੇ ਰੱਖ ਲੈਣ ਜਾਂ ਅਕਾਲੀ ਦਲ ਦੀ ਪ੍ਰਧਾਨਗੀ ਦੇ ਰੱਖ ਲੈਣ। ਲਓ ਜੀ, ਜਦੋਂ ਇਹ ਨਿਊਜ਼ ਜਿਹੜੀ ਹੈ ਟੀਵੀ ਤੇ ਚਲੀ ਗਈ ਟਕ ਟਕ ਕਰਕੇ, ਤੇ ਰੌਲਾ ਪੈ ਗਿਆ ਅਕਾਲੀ ਦਲ ਦੇ ਅੰਦਰ। ਨਾਲ ਦੀ ਨਾਲ ਹੀ ਜਿਹੜੇ ਬਾਦਲ ਸਾਹਿਬ ਦੇ ਹਮਾਇਤੀ ਸੀ ਜਾਂ ਹੋਰ ਸੀ, ਲਾਲਾ ਹੋ ਗਈ ਕਿ ਦੇਖੋ ਜੀ ਟੌੜਾ ਸਾਹਿਬ ਨੇ ਬਗਾਵਤ ਕਰਤੀ। ਟੌੜਾ ਸਾਹਿਬ ਨੇ ਕੁਝ ਵੀ ਨਹੀਂ ਸੀ ਕਿਹਾ। ਇੰਨੀ ਗੱਲ ਹੈ, ਹੁਣ ਦੇਖੋ ਜਿਹੜੀ ਆਪਾਂ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਔਜੜ ਦੀ, ਕਿ ਪੰਥ ਕਿੱਦਾਂ ਔਜੜ 'ਚ ਪਿਆ ਫਿਰਦਾ ਹੈ, ਉਹ ਸਮੇਂ ਦੇ 'ਚ ਟੌੜਾ ਨੇ ਜਦੋਂ ਇਹ ਗੱਲ ਉਠਾਈ ਕਿ ਅਕਾਲੀ ਦਲ ਨੂੰ ਸਾਰੀ ਪਾਵਰ ਜਿਹੜੀ ਹੈਗੀ ਹੈ ਇੱਕ ਥਾਂ ਨਹੀਂ ਇਕੱਠੀ ਰੱਖਣੀ ਚਾਹੀਦੀ, ਕਿ ਪ੍ਰਧਾਨ ਵੀ ਉਹੀ ਵਿਅਕਤੀ ਔਰ ਮੁੱਖ ਮੰਤਰੀ ਵੀ ਉਹੀ ਵਿਅਕਤੀ। ਟੌੜਾ ਨੇ ਉਸ ਦਾ ਵਿਰੋਧ ਕੀਤਾ। ਅਲਟੀਮੇਟਲੀ ਕੀ ਹੋਇਆ ਕਿ ਟੌੜਾ ਨੂੰ ਅਕਾਲੀ ਦਲ ਤੋਂ ਬਾਹਰ ਦਾ ਰਾਹ ਦਿਖਾਇਆ ਗਿਆ। ਟੌੜਾ ਸਾਹਿਬ ਨੇ ਵੱਖਰੇ ਤੌਰ 'ਤੇ ਲੜਾਈ ਵੀ ਲੜੀ, ਔਰ ਉਹਦਾ ਅੰਤ ਉਸ ਦੌਰ ਦਾ ਕੀ ਹੋਇਆ ਕਿ ਜਿਹੜੀ ਆਪਾਂ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਅਕਾਲੀ ਦਲ ਦੇ ਹੱਥੋਂ ਉਸ ਅਗਲੀ ਵਾਰੀ ਸਰਕਾਰ ਵੀ ਚਲੀ ਗਈ। ਮੁੜ ਕੇ ਫਿਰ ਟੌੜਾ ਸਾਹਿਬ ਨੂੰ ਨਾਲ ਜੁੜਿਆ ਗਿਆ। ਜਾਣੀ ਉਹ ਦੌਰ ਅੱਜ ਵੀ ਮੈਂ ਕਹਿੰਦਾ ਜੇ ਅਕਾਲੀ ਦਲ ਇਸ ਚੀਜ਼ 'ਤੇ ਭੁਗਤ ਰਿਹਾ, ਪਰਿਵਾਰਵਾਦ ਦਾ ਮਾਮਲਾ ਉੱਠਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਉੱਠਦਾ ਹੈ, ਕਿਧਰੇ ਅਗਰ ਉਸ ਨੇਤਾ ਦੀ ਗੱਲ ਕਿਤੇ ਉਦੋਂ ਅਕਾਲੀ ਦਲ ਦੇ ਸਿਧਾਂਤ ਦੀ ਗੱਲ ਮੰਨੀ ਜਾਂਦੀ। ਕਿਉਂਕਿ ਹੁਣ ਇਹ ਕਿਹਾ ਜਾਂਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਚਲਦਿਆਂ ਜਿਹੜਾ ਹੈਗਾ ਸਾਰੇ ਜਿਹੜੇ ਲੀਡਰ ਹੈ ਉਹਨਾਂ ਦੇ ਕੱਦ ਬੌਣੇ ਕਰਤੇ, ਪਾਰਟੀ ਦੇ ਅੰਦਰ ਆਵਾਜ਼ ਚੁੱਪ ਕਰਾਤੀ। ਜੇ ਜਥੇਦਾਰ ਗੁਰਚਰਨ ਸਿੰਘ ਟੌੜਾ ਵਰਗੇ ਆਗੂ ਜੇ ਉਸ ਵੇਲੇ ਇਹ ਗੱਲਾਂ ਮੰਨੀਆਂ ਹੁੰਦੀਆਂ ਤਾਂ ਅਕਾਲੀ ਦਲ ਨੂੰ ਅੱਜ ਇਸ ਉਜੜ ਦਾ ਸਾਹਮਣਾ ਨਾ ਕਰਨਾ ਪੈਂਦਾ। ਪ੍ਰੀਤਮਪਾਲ, ਕਿਵੇਂ ਦੇਖਦੇ ਹੋ ਸਾਰੇ ਮਾਮਲੇ ਦੇ, ਕਿਹੋ ਜਿਹੀਆਂ ਪ੍ਰਸਥਿਤੀਆਂ 'ਚ ਅਕਾਲੀ ਦਲ ਕਿੱਥੋਂ ਕਿੱਥੇ ਪਹੁੰਚ ਗਿਆ? ਉਹਦੀ ਇੱਕ ਵੱਡੀ ਵਜ੍ਹਾ ਇਹ ਵੀ ਹੈ ਕਿ ਜਥੇਦਾਰ ਟੌੜਾ ਵਰਗੇ ਜਿਹੜੇ ਆਗੂ ਸੀ ਉਹਨਾਂ ਦਾ ਕੱਦ ਜ਼ਬਰਦਸਤੀ ਕੱਟਣ ਦੀ ਕੋਸ਼ਿਸ਼ ਕੀਤੀ ਗਈ। ਨਹੀਂ, ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ। ਮੈਨੂੰ ਯਾਦ ਹੈ ਕਿਉਂਕਿ ਉਹਨਾਂ ਨਾਲ ਮੈਂ ਉਦੋਂ ਵੀ ਵਿਚਰਦਾ ਰਿਹਾ ਜਦੋਂ ਨੈਸ਼ਨਲ ਮੀਡੀਆ ਵੀ ਕਈ ਵਾਰੀ ਉਹਨਾਂ ਨੂੰ ਇੰਟਰਵਿਊ ਲਈ ਬੁਲਾਉਂਦਾ ਸੀ। 2 ਵਾਰ ਜਿਹੜੇ ਸੀ ਜਿਹੜਾ ਸੀ ਆਪ ਕੀ ਅਦਾਲਤ, ਤੇ ਉਹਦੇ ਵਿੱਚ ਵੀ ਉਹ ਗਏ, ਉਹਨਾਂ ਨੇ ਗੱਲਬਾਤ ਦੇ ਬੇਬਾਕ ਜਿਹੜੇ ਹੈ ਜਵਾਬ ਦਿੱਤੇ। ਤੇ ਲਾਸਟ ਜਿਹੜੀ ਉਹਨਾਂ ਦੀ ਡੈਥ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਲਾਸਟ ਇੰਟਰਵਿਊ ਸੀ ਉਹ ਇੱਕ ਚੈਨਲ ਲਈ ਕੀਤੀ ਸੀ, ਤੇ ਆਪਣਾ ਸਿੱਧੂ ਦਮਦਮੀ ਹੋਰਾਂ ਨੇ ਕੀਤੀ ਸੀ ਉਹ। ਤੇ ਉਹਦੇ ਵਿੱਚ ਉਹਨਾਂ ਨੇ ਜਿਹੜੀ ਇੱਕ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਬਿਲਕੁਲ ਉਹੀ ਗੱਲ ਉਹਨਾਂ ਨੇ ਉਠਾਈ, ਬੜੇ ਜ਼ੋਰਦਾਰ ਤਰੀਕੇ ਨਾਲ ਉਠਾਈ ਕਿ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਆਉਂਦਾ ਹੈ, ਸਿਆਸਤ ਦੇ ਵਿੱਚ ਮੁੱਖ ਮੰਤਰੀ ਅਕਾਲੀ ਦਲ ਦਾ ਬਣਦਾ ਹੈ, ਤੇ ਉਸ ਵੇਲੇ ਜਿਹੜੇ ਹੈਗੇ ਆ ਉਹ ਸੱਤਾ ਦੇ ਜਿਹੜੇ ਕੇਂਦਰ ਨੇ ਉਹ 3 ਬਣ ਜਾਂਦੇ ਆ। ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਤਾ ਦਾ ਕੇਂਦਰ ਬਣ ਜਾਂਦਾ, ਇੱਕ ਮੁੱਖ ਮੰਤਰੀ ਸੱਤਾ ਦਾ ਕੇਂਦਰ ਬਣ ਜਾਂਦਾ, ਇੱਕ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੱਤਾ ਦਾ ਕੇਂਦਰ ਬਣ ਜਾਂਦਾ। ਤੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਤਾਲਮੇਲ ਰਹਿਣਾ ਜ਼ਰੂਰੀ ਆ, ਪਰ ਇਹ ਨਹੀਂ ਕਿ ਇੱਕੋ ਹੀ ਜਿਹੜਾ ਬੰਦਾ ਉਹ ਤਿੰਨਾਂ ਨੂੰ ਚਲਾਵੇ। ਇਹ ਬਹੁਤ ਖਤਰਨਾਕ ਗੱਲ ਆ। ਉਹਨਾਂ ਨੇ ਉਦੋਂ ਇਹ ਗੱਲ, ਹਾਲਾਂਕਿ ਉਦੋਂ ਉਹ ਅਕਾਲੀ ਦਲ ਤੋਂ ਬਾਹਰ ਨਹੀਂ ਸੀ, ਅਕਾਲੀ ਦਲ ਦੇ ਵਿੱਚ ਹੀ ਸੀਗੇ, ਪਰ ਉਹ ਕਿਤੇ ਮਹਿਸੂਸ ਕਰਦੇ ਸੀ ਇਹ ਗੜਬੜ ਹੈ, ਤੇ ਇਹ ਗੱਲ ਉਹ ਮਹਿਸੂਸ ਕਰਦੇ ਸੀ। ਤੇ ਇਹ ਗੱਲ ਉਹਨਾਂ ਨੇ ਤਰਕ ਦੇ ਨਾਲ ਇਹ ਜਿਹੜੀ ਪੁੱਟ ਕੀਤੀ ਕਿ ਕਿਵੇਂ ਇਹਨਾਂ ਨੂੰ ਇੰਡੀਪੈਂਡੈਂਟ ਕੰਮ ਕਰਨ ਦੇਣਾ ਚਾਹੀਦਾ, ਸ਼੍ਰੋਮਣੀ ਕਮੇਟੀ ਨੂੰ ਕਿਵੇਂ ਕੰਮ ਕਰਨ ਦੇਣਾ ਚਾਹੀਦਾ, ਅਕਾਲ ਤਖਤ ਸਾਹਿਬ ਨੂੰ ਕਿਵੇਂ ਕੰਮ ਕਰਨ ਦੇਣਾ ਚਾਹੀਦਾ। ਤੇ ਇੱਕ ਗੱਲ ਜਿਹੜੀ ਮੈਂ ਇਹਦੇ 'ਚ ਐਡ ਕਰਨੀ ਚਾਹਾਂਗਾ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਹੋਰਾਂ ਨੇ, ਹਾਲਾਂਕਿ ਆਪਾਂ ਨੂੰ ਪਤਾ ਹੈ ਕਿ ਅਕਾਲ ਤਖਤ ਜਥੇਦਾਰ ਦੀ ਜਿਹੜੀ ਨਿਯੁਕਤੀ ਹੈ ਕਿਸੇ ਵੇਲੇ ਜਿਹੜੀ ਸੀ ਸਰਬੱਤ ਖਾਲਸਾ ਵੱਲੋਂ ਹੁੰਦੀ ਸੀ, ਕਿਸੇ ਵੇਲੇ ਜਿਹੜੀ ਸੀ ਬੁੱਢਾ ਦਲ ਵੱਲੋਂ ਵੀ ਹੁੰਦੀ ਰਹੀ, ਤੇ ਕਿਸੇ ਵੇਲੇ ਅੰਗਰੇਜ਼ਾਂ ਵੱਲੋਂ ਵੀ ਹੁੰਦੀ ਰਹੀ ਜਦੋਂ ਬਰਤਾਨਵੀ ਸਰਕਾਰ ਸੀ, ਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਹੁੰਦੀ ਰਹੀ, ਤੇ ਵਿੱਚੋਂ ਫੇਰ ਦੁਬਾਰਾ ਸਰਬੱਤ ਖਾਲਸਾ ਦਾ ਜਿਹੜਾ ਰਿਵਾਜ ਹੈ। ਜਥੇਦਾਰ ਟੌੜਾ ਨੇ ਪ੍ਰਧਾਨ ਹੁੰਦਿਆਂ ਜਾਂ ਬਾਅਦ 'ਚ ਪ੍ਰਧਾਨ ਬਣਦਿਆਂ ਕਦੇ ਵੀ ਕਿਸੇ ਜਥੇਦਾਰ ਨੂੰ ਅਹੁਦੇ ਤੋਂ ਲਾਂਭੇ ਨਹੀਂ ਸੀ ਕੀਤਾ। ਇਹ ਇੱਕ ਉਹਨਾਂ ਦੀ ਬਹੁਤ ਵੱਡੀ ਖਾਸੀਅਤ ਸੀ। ਉਹ ਕਹਿੰਦੇ ਕਿ ਜਥੇਦਾਰ ABCD ਕੋਈ ਵੀ ਜਿਹੜਾ ਹੈ ਬੈਠਾ ਅਕਾਲ ਤਖਤ 'ਤੇ, ਪਰ ਜਿਹੜਾ ਅਕਾਲ ਤਖਤ ਸਾਹਿਬ ਦਾ ਸਤਿਕਾਰ ਤਾਂ ਹੀ ਹੈ, ਤੇ ਜੇ ਅਸੀਂ ਜਥੇਦਾਰ ਨੂੰ ਇੱਕ ਨੂੰ ਲਾਂਭੇ ਕਰਕੇ ਹੋਰ ਕੋਈ ਲਾਉਣ ਦੀ ਕੋਸ਼ਿਸ਼ ਕਰਾਂਗੇ ਵੀ ਫਿਰ ਇਹ ਤਾਂ ਉਵੇਂ ਹੀ ਹੋਇਆ ਜਿਵੇਂ ਸਰਕਾਰਾਂ ਆਪਣੇ ਅਫਸਰ ਬਦਲ ਦਿੰਦੀਆਂ ਜਾਂ ਹੋਰ ਹੈ। ਤੇ ਇੱਕ ਇਹ ਪ੍ਰਭਾਵ ਜਾਏਗਾ ਕਿ ਜਿਹੜਾ ਜਥੇਦਾਰ ਹੈ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਾਹਤ ਹੈ, ਤੇ ਉਹ ਕਹਿੰਦੇ ਵੀ ਮੈਂ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦਾ। ਤੇ ਜਸਵੀਰ ਸਿੰਘ ਰੋਡੇ ਰਹੇ, ਉਹਨਾਂ ਨੂੰ ਫਿਰ ਉਹਦੇ ਤੇ ਵੀ ਕੋਈ ਨਹੀਂ ਸੀ, ਗੁਰਦੇਵ ਸਿੰਘ ਕੌਂਕੇ ਰਹੇ, ਉਹਨਾਂ ਤੇ ਵੀ ਨਹੀਂ ਸੀ, ਭਾਈ ਮਨਜੀਤ ਸਿੰਘ ਰਹੇ, ਉਹਨਾਂ ਤੇ ਵੀ ਨਹੀਂ ਸੀ। ਤੇ ਇਸ ਵੱਡੀ ਗੱਲ ਜਿਹੜੀ ਪ੍ਰੀਤਮਪਾਲ ਜਿਸ ਮੁੱਦੇ ਦੀ ਤੁਸੀਂ ਗੱਲ ਕਰ ਰਹੇ ਹੋ, ਦੇਖੋ ਕਿ ਜੋ ਪ੍ਰਸਥਿਤੀਆਂ ਹੁਣ ਬਣੀਆਂ, ਜੇ ਆਪਾਂ ਪੰਥਕ ਮਾਮਲਿਆਂ ਦੀ ਗੱਲ ਕਰ ਲਈਏ, ਪੋਲੀਟੀਕਲ ਸਰਕਲ ਦੀ ਗੱਲ ਕਰ ਲਈ, ਕਿਤੇ ਨਾ ਕਿਤੇ ਜੋ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਕਿਹਾ ਉਹ ਭੁਗਤਣਾ ਪੈ ਰਿਹਾ। ਹੁਣ ਤੁਸੀਂ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਹੈ, ਇੱਕ ਉਹ ਹਮੇਸ਼ਾ ਸਟੇਜ ਤੇ ਖੜਾ ਹੋ ਕੇ ਨਾਰਾ ਦਿੰਦੇ ਸੀਗੇ, ਅਕਾਲ ਤਖਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ। ਜਾਣੀ ਉਹ ਨਾਰਾ ਅੱਜ ਵੀ ਸਿੱਖ ਭਾਈਚਾਰੇ ਦੇ ਪੰਜਾਬੀਆਂ ਦੇ, ਮੈਂ ਇਹੋ ਜਿਹਾ ਨਾਰਾ ਮੁੜ ਕੇ ਕਦੇ ਸਟੇਜ ਤੋਂ ਗੂੰਜਿਆ ਹੀ ਨਹੀਂ ਕਿ ਅਕਾਲ ਤਖਤ ਮਹਾਨ ਹੈ। ਕਹਿੰਦੇ ਲੋਕ ਜ਼ਰੂਰ ਆ ਹੁਣ ਲੀਡਰਸ਼ਿਪ ਵਾਲੇ, ਪਰ ਉਹ ਲੋਕ ਕਹਿੰਦੇ ਆ ਜਦੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਜ਼ਰੂਰਤ ਹੁੰਦੀ ਹੈ ਤਾਂ ਅਕਾਲ ਤਖਤ ਮਹਾਨ ਹੁੰਦਾ। ਜਥੇਦਾਰ ਗੁਰਚਰਨ ਸਿੰਘ ਟੌੜਾ ਵਰਗੇ
ਵਿਅਕਤੀ। ਹੁਣ ਜੇ ਆਪਾਂ ਇਸ ਮੁੱਦੇ 'ਤੇ ਆਪਾਂ ਇਹਨੂੰ ਕੜੀ ਨੂੰ ਅੱਗੇ ਵਧਾਈਏ ਤਾਂ ਇਸ ਮੁੱਦੇ 'ਤੇ ਜੇ ਆਪਾਂ ਗੱਲ ਕਰਦੇ ਕਿ ਕਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਅਕਾਲੀ ਦਲ ਨੂੰ ਸਾਹਮਣਾ ਕਰਨਾ ਪੈ ਰਿਹਾ। ਹੁਣ ਜਲੰਧਰ 'ਚ ਪਾਰਲੀਮੈਂਟ ਦੀ ਰੁਪਾਲ ਜੀ ਉਪਚੋਣ ਆ ਰਹੀ ਹੈ। ਉਸ ਉਪਚੋਣ ਦੇ ਵਿੱਚ ਅਕਾਲੀ ਦਲ ਦੇ ਲਈ ਵੀ ਵੱਡੀ ਸਮੱਸਿਆ ਹੈ ਕਿ ਕਿਸ ਨੂੰ ਆਗੂ ਖੜਾ ਕਰਿਆ ਜਾਵੇ। ਆਗੂ ਖੜੇ ਕਰਨ ਤੋਂ ਇਲਾਵਾ ਜਿਹੜਾ ਉਮੀਦਵਾਰ ਹੋਏਗਾ ਉਹਦੀ ਅੱਗੇ ਕਿੱਦਾਂ ਦੀ ਸਥਿਤੀ ਹੋਏਗੀ। ਅਕਾਲੀ ਦਲ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਬੁਲਾ ਕੇ ਫੈਸਲਾ ਲੈਣ ਦੀ ਗੱਲ ਕੀਤੀ ਜਾ ਰਹੀ ਹੈ। ਇੱਦਾਂ ਹੀ ਦੂਜੀਆਂ ਧਿਰਾਂ ਚਾਹੇ ਕਾਂਗਰਸ ਹੈ, ਭਾਰਤੀ ਜਨਤਾ ਪਾਰਟੀ, ਆਪ ਵਾਲੇ ਹੈ, ਇਹ ਵੀ ਆਪਣੇ ਆਪ 'ਚ ਪਾਰਲੀਮੈਂਟ ਇਲੈਕਸ਼ਨ ਦਾ ਮਾਮਲਾ ਤਾਂ ਚਲੋ ਸਾਰਿਆਂ ਨਾਲ ਸੰਬੰਧਿਤ ਹੈ, ਪਰ ਆਪਾਂ ਜਦੋਂ ਅਕਾਲੀ ਦਲ ਦੇ ਮੁੱਦੇ 'ਤੇ ਗੱਲ ਕਰਦੇ ਹਾਂ ਕਿ ਜੇ ਕਿਧਰੇ ਉਸ ਵੇਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਗੱਲ ਸੁਣੀ ਹੁੰਦੀ ਤਾਂ ਅੱਜ ਸ਼ਾਇਦ ਜਿੱਦਾਂ ਪੰਜਾਬੀ 'ਚ ਆਪਾਂ ਆਖਦੇ ਹਾਂ ਕਿ ਅਕਾਲੀ ਦਲ ਨੂੰ ਇੱਦਾਂ ਇਹਨਾਂ ਦੀ ਲੀਡਰਸ਼ਿਪ ਨੂੰ ਇੱਦਾਂ ਵੱਟੋ ਵੱਟੀ ਨਾ ਹੋਣਾ ਪੈਂਦਾ ਜੋ ਸਥਿਤੀ ਬਣੀ ਵੀ ਹੈ। ਸੋ ਜਲੰਧਰ ਦੀ ਉਪਚੋਣ ਦਾ ਵੀ ਜੇ ਆਪਾਂ ਜ਼ਿਕਰ ਕਰਦੇ ਹਾਂ ਤਾਂ ਉੱਥੇ ਜਿਹੜਾ ਸੀਨ ਇਸ ਵੇਲੇ ਬਣਿਆ ਵਾ ਉਸ ਨੂੰ ਕਿਵੇਂ ਦੇਖਦੇ ਹੋ ਰੁਪਾਲ ਜੀ ਤੁਸੀਂ? ਨਹੀਂ, ਬਿਲਕੁਲ ਮੈਂ ਤੁਹਾਡੀ ਗੱਲ ਨੂੰ ਜੇ ਅੱਗੇ ਵਧਾਵਾਂ, ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ। ਲੰਬਾ ਸਮਾਂ ਅਕਾਲੀ ਦਲ ਨਾਲ ਜੁੜੇ ਰਹੇ ਜਗਵੀਰ ਬਰਾੜ ਜੋ ਕਾਂਗਰਸ ਨਾਲ ਵੀ ਜੁੜੇ ਰਹੇ, ਮਨਪ੍ਰੀਤ ਬਾਦਲ ਹੋਰਾਂ ਦੇ ਰਿਸ਼ਤੇਦਾਰ ਨੇ ਉਹ, ਅਤੇ ਉੱਥੇ ਉਹਨਾਂ ਦਾ ਨਾਂ ਵੀ ਹੈ ਜਿਹੜੇ ਉਹ ਉੱਥੇ ਹਲਕੇ ਦੇ ਵਿੱਚੋਂ ਜਲੰਧਰ ਛਾਉਣੀ ਤੋਂ ਜਿੱਥੋਂ ਚੋਣ ਲੜਦੇ ਰਹੇ ਆ ਉਹ, ਅਤੇ ਉਹਨਾਂ ਦਾ ਚੋਣਾਂ ਤੋਂ ਐਨ ਜਿਮਨੀ ਚੋਣ ਤੋਂ ਐਨ ਪਹਿਲਾਂ ਆਮ ਆਦਮੀ ਪਾਰਟੀ ਚਲੇ ਜਾਣਾ ਇਹ ਇੱਕ ਕੀ ਸੰਕੇਤ ਦਿੰਦਾ ਹੈ ਕਿ ਅਕਾਲੀ ਦਲ ਦਾ ਉੱਥੇ ਕਿੰਨਾ ਕੁ ਜਿਹੜਾ ਹੈਗਾ ਅਸਰ ਹੈ ਜਾਂ ਕਿੰਨਾ ਕੁ ਪ੍ਰਭਾਵ ਹੈ। ਅਤੇ ਉਂਝ ਤਾਂ ਖੈਰ ਜੇ ਆਪਾਂ ਪਿੱਛੇ ਤੋਂ ਦੇਖਿਆ ਜਾਵੇ ਕਿ ਜਿਹੜੀ ਜਲੰਧਰ ਦੀ ਸੀਟ ਹੈ ਇੱਕ ਇੱਦਾਂ ਦੀ ਸੀਟ ਹੈ ਉਹਦੇ 'ਚ ਅਕਾਲੀ ਦਲ ਦਾ ਕਦੇ ਕੋਈ ਬਹੁਤਾ ਦਬਦਬਾ ਜਿਹੜਾ ਸੀ ਉਹ ਰਿਹਾ ਨਹੀਂ, ਕਿਉਂਕਿ ਉਹ ਹਮੇਸ਼ਾ ਗੱਠਜੋੜ ਦੇ ਵਿੱਚੋਂ ਹੀ ਅਕਾਲੀ ਦਲ ਜਿੱਤਦਾ ਰਿਹਾ, ਅਤੇ ਜਾਂ ਫਿਰ ਜਦੋਂ ਜਨਤਾ ਦਲ ਸੀ ਜਾਂ ਹੋਰ ਆ ਉੱਥੇ ਜਦੋਂ ਆਪਣਾ ਪ੍ਰਧਾਨ ਮੰਤਰੀ ਆਏ ਨੁਮਾਇੰਦਗੀ ਕਰਦੇ ਗੁਜਰਾਲ ਸਾਹਿਬ, ਹਾਂਜੀ, ਉਦੋਂ ਉਸ ਵੇਲੇ ਉਹਨਾਂ ਨੂੰ ਵੀ ਜਿਹੜਾ ਸੀ ਉਦੋਂ ਸਪੋਰਟ ਦੇ ਉਹਨਾਂ ਨੇ ਦਿੱਤੀ ਅਤੇ ਗੁਜਰਾਲ ਸਾਹਿਬ ਨੂੰ, ਅਤੇ ਬਾਅਦ ਦੇ ਵਿੱਚ ਗੁਜਰਾਲ ਸਾਹਿਬ ਦੇ ਬੇਟੇ ਜਿਹੜੇ ਸੀ ਉਹ ਨੁਮਾਇੰਦਗੀ ਕਰਦੇ ਰਹੇ। ਅਤੇ ਮੈਂ ਇਹ ਕਹਿਣਾ ਕਿ ਅਕਾਲੀ ਦਲ ਹੁਣ ਉੱਥੇ ਇੰਡੀਪੈਂਡੈਂਟ ਕਿੱਦਾਂ ਜਿਹੜਾ ਹੈ ਚੱਲੇਗਾ ਜਾਂ ਕਿੰਨਾ ਕੁ ਉੱਥੇ ਕਰ ਪਾਏਗਾ, ਕਿਉਂਕਿ ਉਹ ਜਿਹੜੀ ਜਲੰਧਰ ਦੀ ਸੀਟ ਹੈ ਜੀ, ਵੈਸੇ ਤਾਂ ਉਹ ਸੀਟ ਹੁਣ ਰਿਜ਼ਰਵ ਹੈ, ਆਪਾਂ ਨੂੰ ਪਤਾ ਸਾਰਿਆਂ ਨੂੰ। ਹੁਣ ਉਹਦੇ ਵਿੱਚ ਜਿਹੜੇ ਸੈਗਮੈਂਟ ਨੇ ਅੱਗੇ 9 ਜਿਹੜੇ ਵਿਧਾਨ ਸਭਾ ਦੇ, ਉੱਥੇ ਵੀ ਜਿਹੜਾ ਹੈ ਅਕਾਲੀ ਦਲ ਦਾ ਉਸ ਰੂਪ ਦੇ ਵਿੱਚ ਕੋਈ ਉਹਨਾਂ ਸਾਰਿਆਂ ਦੇ ਵਿੱਚ ਪ੍ਰਭਾਵ ਨਹੀਂ ਹੈ। ਜਿਹੜਾ 2-3 ਦੇ ਵਿੱਚ ਜਿੱਥੇ ਪ੍ਰਭਾਵ ਹੈ, ਹੁਣ ਪਿਛਲੀ ਚੋਣ ਵਿਧਾਨ ਸਭਾ ਦੀ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਉੱਥੇ ਕਿੰਨਾ ਕੁ ਰਹੇਗਾ ਇਹ ਗੱਲ ਹੈ। ਦੂਸਰੀ ਉੱਥੇ ਹੁਣ ਭਾਰਤੀ ਜਨਤਾ ਪਾਰਟੀ, ਕਾਂਗਰਸ, ਕਿਉਂਕਿ ਕਾਂਗਰਸ ਦੇ ਹੱਥੋਂ ਸੀਟ ਗਈ ਹੈ, ਕਾਂਗਰਸ ਦੇ MP ਉੱਥੋਂ ਰਵਾਇਤੀ ਤੌਰ ਤੇ ਕਾਂਗਰਸ ਦੀ ਸੀਟ ਸੀ ਉਹ, ਜਾਂ BJP ਉੱਥੇ ਆਪਣਾ ਦਾਅਵਾ ਕਰਦੀ ਸੀ। ਅਤੇ ਪਰ ਜਿਹੜੀ ਉਹ ਇਹ ਕਮਾਲ ਦੀ ਜਿਹੜੀ ਇੱਕ ਸੀਟ ਹੈ, ਇਹਦੇ 'ਤੇ ਹੁਣ ਜਿਹੜਾ ਨਵਾਂ ਹੁਣ ਇਸ ਵਾਰ ਮੁਕਾਬਲਾ ਹੋਏਗਾ ਉਹ ਕਿਸ ਪਾਸੇ ਜਿਹੜਾ ਹੈਗਾ ਗੱਲ ਤੁਰੇਗੀ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਉੱਥੇ ਲਗਾਤਾਰ ਗਏ ਅਤੇ ਉਹਨਾਂ ਨੇ ਆਪਣੀ ਪਾਰਟੀ ਦੇ ਜਿਹੜੇ ਹੈਗੇ ਸੀ ਕਨਵੀਨਰ ਨੂੰ ਵੀ ਬੁਲਾਇਆ, ਅਤੇ ਸਿਰਫ ਉਹਨਾਂ ਦਾ ਜਿਹੜਾ ਟਾਰਗੇਟ ਸੀ ਉਹ ਇਹ ਸੀ ਕਿ ਜ਼ਿਮਨੀ ਚੋਣ ਹੁਣ 10 ਮਈ ਨੂੰ ਐਲਾਨ ਹੋ ਹੀ ਗਿਆ ਚੋਣਾਂ ਦਾ, ਅਤੇ ਉਸ ਤੋਂ ਥੋੜ੍ਹਾ ਚਿਰ ਪਹਿਲਾਂ ਉਹ ਜਾ ਕੇ ਡੇਰਾ ਬੱਲਾਂ ਵੀ ਗਏ, ਜਿਹਦਾ ਕਾਫੀ ਪ੍ਰਭਾਵ ਹੈ ਉਸ ਇਲਾਕੇ ਦੀ ਜਿਹੜੀ ਖਾਸ ਇੱਕ ਕਮਿਊਨਿਟੀ ਹੈ ਉਹਦੇ ਵਿੱਚ, ਅਤੇ ਉੱਥੇ ਜਿਹੜਾ ਹੈਗਾ ਸ਼ੁਰੂਆਤ ਕਰਨ ਵਾਸਤੇ ਗ੍ਰਾਂਟ ਵੀ ਬਹੁਤ ਵੱਡੀ ਦਿੱਤੀ 25 ਕਰੋੜ ਰੁਪਏ ਦੀ, ਅਤੇ ਹੋਰ ਅਤੇ BJP ਵੀ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੀ ਹੈ। ਅਸ਼ਵਨੀ ਸ਼ਰਮਾ ਹਰ ਚੀਜ਼ ਦੇ ਦਿਨ, ਹਰ 10ਵੇਂ ਦਿਨ ਉੱਥੇ ਜਾ ਕੇ ਕੋਈ ਨਾ ਕੋਈ ਮੀਟਿੰਗ ਕਰਦੇ ਆ, ਅਤੇ ਹੁਣ ਇੱਕ ਪਾਸੇ ਜਿਹੜਾ ਹੈਗਾ ਪੂਰੇ ਦੇਸ਼ ਦੇ ਮਾਹੌਲ ਦੇ ਨਾਲ ਚੱਲੇਗੀ ਇਹ ਚੋਣ ਜਾਂ ਪੰਜਾਬ ਦੇ ਮਾਹੌਲ ਦੇ ਨਾਲ ਚੱਲੇਗੀ, ਇਹਦੇ 'ਤੇ ਕਾਫੀ ਗੱਲ ਜਿਹੜੀ ਹੈ ਨਿਰਭਰ ਕਰਦੀ ਹੈ। ਹਰਪਾਲ, ਬਹੁਤ ਦਿਲਚਸਪ ਸਥਿਤੀ ਬਣੀ ਵੀ ਹੈ ਕਿ ਦੇਖੋ ਜਦੋਂ ਜਲੰਧਰ ਦੀ ਉਪਚੋਣ ਕਈ ਵਾਰ ਕਿਹਾ ਨਾ ਸਾਡਾ ਡੈਮੋਕ੍ਰੇਟਿਕ ਜਮਹੂਰੀ ਸਿਸਟਮ 'ਚ ਕਮਾਲ ਦੇ ਵਰਤਾਰੇ ਹੁੰਦੇ ਆ। ਹੁਣ ਸਾਲ ਬਾਅਦ ਤਾਂ ਪਾਰਲੀਮੈਂਟ ਦੀਆਂ ਇਲੈਕਸ਼ਨਸ ਹੀ ਆ ਜਾਣੀਆਂ। ਪਹਿਲੀ ਗੱਲ ਤਾਂ ਜਿਹੜੀ ਜਲੰਧਰ ਦੀ ਉਪਚੋਣ ਹੋਣ ਜਾ ਰਹੀ ਹੈ, ਵੱਧ ਤੋਂ ਵੱਧ 1 ਸਾਲ ਦਾ ਸਮਾਂ ਜਿਹੜਾ ਵੀ ਮੈਂਬਰ ਜਿੱਤ ਕੇ ਆਏਗਾ 1 ਸਾਲ ਦੀ ਨੁਮਾਇੰਦਗੀ ਕਰੇਗਾ, ਪਰ ਉਸ ਨੂੰ ਇਸ ਤਰ੍ਹਾਂ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਜਿਹੜੀ ਵੀ ਧਿਰ ਉੱਥੇ ਜਿੱਤੇਗੀ, ਇਹ ਮੰਨਿਆ ਜਾ ਰਿਹਾ ਹੈ ਕਿ 24 ਦੀਆਂ ਜਿਹੜੀਆਂ ਪਾਰਲੀਮੈਂਟ ਇਲੈਕਸ਼ਨਸ ਆ ਰਹੀਆਂ ਹੈ ਉਹ ਧਿਰ ਦੀ ਪੰਜਾਬ 'ਚ ਜਿਹੜੀ ਹੈਗੀ ਹੈ ਬੱਲੇ ਬੱਲੇ ਹੋਏਗੀ, ਜਾਣੀ ਉਸੇ ਧਿਰ ਦੇ ਵੱਲ ਪੰਜਾਬੀਆਂ ਦੀ ਹਮਾਇਤ ਹੋਏਗੀ। ਆਪ ਜਿੱਤਦੀ ਹੈ, ਕਾਂਗਰਸ ਵਾਲੇ ਜਿੱਤਦੇ ਹੈ, ਅਕਾਲੀ ਦਲ ਜਿੱਤਦਾ ਜਾਂ ਭਾਜਪਾ ਜਿੱਤਦੀ ਹੈ, ਇਹਦਾ ਫੈਸਲਾ ਤਾਂ ਦੁਆਬੇ ਦੇ ਜਿਹੜੇ ਜਲੰਧਰ ਦੀ ਸੀਟ ਵਾਲੇ ਬੜੇ ਸਿਆਣੇ ਲੋਕ ਮੰਨੇ ਜਾਂਦੇ ਆ, ਉੱਥੋਂ ਦੇ ਵਿਦੇਸ਼ਾਂ 'ਚ ਵੀ ਬਹੁਤ ਸਾਰੇ ਲੋਕ ਗਏ ਵੇ ਆ, ਸੋ ਫੈਸਲਾ ਤਾਂ ਉਹ ਕਰਨਗੇ। ਪਰ ਸਥਿਤੀ ਜਿਹੜੀ ਬਹੁਤ ਹੀ ਦਿਲਚਸਪ ਬਣੀ ਹੈ। ਹੁਣ ਜਦੋਂ ਆਪਾਂ ਭਾਜਪਾ ਦੀ ਗੱਲ ਕਰਦੇ ਹਾਂ, ਭਾਜਪਾ ਲਈ ਵੀ ਜਿੱਦਾਂ ਅਕਾਲੀ ਦਲ ਦਾ ਤੁਸੀਂ ਦੱਸਿਆ ਚੁਣੌਤੀਆਂ ਵਾਲੀ ਗੱਲ, ਭਾਜਪਾ ਲਈ ਵੀ ਇਹ ਪਹਿਲਾ ਮੌਕਾ ਹੈ ਆਪਣੇ ਪੈਰ ਜਮਾਉਣ ਦੇ ਲਈ। ਉਹਨਾਂ ਨੂੰ ਲੱਗਦਾ ਜੇ ਸਾਡੇ ਸੀਟ ਹੱਥ ਲੱਗ ਜੇ ਤਾਂ ਸਾਰੇ ਮੁਲਕ 'ਚ ਸੁਨੇਹਾ ਜਾਏਗਾ ਕਿ ਪੰਜਾਬ ਦੇ ਵਿੱਚ ਵੀ ਸਾਡੀ ਬੱਲੇ ਬੱਲੇ ਹੋ ਗਈ ਹੈ। ਹੁਣ ਜਿੱਦਾਂ ਮੀਡੀਆ 'ਚ ਚਰਚਾ ਹੋ ਰਹੀ ਹੈ ਕਿ ਇੱਕ ਸਾਬਕਾ ਪੁਲਿਸ ਅਧਿਕਾਰੀ ਨੂੰ ਭਾਜਪਾ ਆਪਣੇ 'ਚ ਸ਼ਾਮਲ ਕਰ ਰਹੀ ਹੈ। ਇਹ ਕਿਹਾ ਨਹੀਂ ਜਾ ਸਕਦਾ ਕਿ
ਉਸ ਨੂੰ ਟਿਕਟ ਦਿੰਦੇ ਆ ਕਿ ਨਹੀਂ ਦਿੰਦੇ। ਪਰ ਇਦਾਂ ਦੀਆਂ ਕੋਸ਼ਿਸ਼ਾਂ, ਜਿੱਦਾਂ ਤੁਸੀਂ ਅਕਾਲੀ ਦਲ ਦੀ ਬਰਾੜ ਦੀ ਗੱਲ ਕੀਤੀ ਹੈ ਕਿ ਉਸ ਪਾਸੇ ਵੱਲ ਉੱਧਰੋਂ ਉਹਨੂੰ ਤੋੜ ਕੇ ਦੂਜੇ ਪਾਸੇ ਚਲਾਇਆ ਗਿਆ, ਇੱਦਾਂ ਹੀ ਜਿਹੜਾ ਹੁਣ ਪਾਰਟੀਆਂ 'ਚ ਜਿਹੜੀ ਹੈਗੀ ਤੋੜ ਫੋੜ ਦੀ ਰਾਜਨੀਤੀ ਹੈਗੀ ਹੈ। ਭਾਜਪਾ ਕੋਈ ਪੁਲਿਸ ਅਧਿਕਾਰੀ ਲੱਭ ਰਹੀ ਹੈ ਕਿ ਇਹ ਵੀ ਜਾ ਰਿਹਾ ਕਿ ਆਪ ਵਾਲਿਆਂ ਨੂੰ, ਜਿੱਦਾਂ ਆਪਾਂ ਜ਼ਿਕਰ ਕਰਾਂਗੇ ਦੂਜੀਆਂ ਪਾਰਟੀਆਂ 'ਚੋਂ ਆਪਣੇ ਵੱਲ ਆਉਣ ਦਾ ਤੁਸੀਂ ਕਮੈਂਟ ਕਰਕੇ ਹਟੇ ਹੋ, ਆਪ ਵੱਲੋਂ ਵੀ ਇਹ ਕੋਸ਼ਿਸ਼ ਹੋ ਰਹੀ ਹੈ ਕਿ ਉੱਥੇ ਕੌਣ ਆਗੂ ਹੋਏਗਾ ਵੱਡਾ, ਕਿਉਂਕਿ ਆਪ ਨੂੰ ਵੀ ਕੋਈ ਬਹੁਤ ਜਿਹੜਾ ਕਦਾਵਰ ਆਗੂ ਮਿਲ ਨਹੀਂ ਰਿਹਾ। ਇਹ ਜ਼ਰੂਰ ਹੈ ਕਿ ਅੱਜ ਦੀ ਘੜੀ 'ਚ ਵੀ ਕਾਂਗਰਸ ਦਾ ਉੱਥੇ, ਕਿਉਂਕਿ ਕਾਂਗਰਸ ਦੀ ਹਮਾਇਤ ਰਹੀ ਹੈ, ਟ੍ਰੈਡੀਸ਼ਨ ਤੌਰ 'ਤੇ ਕਾਂਗਰਸ ਦੀ ਸੀਟ ਰਹੀ ਹੈ, ਖਾਸ ਤੌਰ 'ਤੇ ਜਿਹੜਾ ਚੌਧਰੀ ਪਰਿਵਾਰ ਹੈਗਾ, ਜਿੱਦਾਂ ਕਾਂਗਰਸ ਨੇ ਤਾਂ ਐਲਾਨ ਹੀ ਕਰਤਾ ਕਿ ਉਹਦੀ ਜਿਹੜੀ ਬੀਵੀ ਹੈਗੀ ਹੈ ਉਹਨਾਂ ਨੂੰ ਉਹ ਟਿਕਟ ਦੇਣਗੇ। ਇਸ ਕਰਕੇ ਪੋਸੀਬਿਲਿਟੀ ਹੋ ਸਕਦੀ ਹੈ ਕਿ ਉਹ ਟਿਕਟ ਦੇ ਵਿੱਚ ਦਿੱਤੀ ਜਾਏਗੀ ਤਾਂ ਚੰਗਾ ਇੱਕ ਮੁਕਾਬਲਾ ਦੇ ਸਕਦੀ ਹੈ। ਪਰ ਵੱਡੀ ਗੱਲ, ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਆਪ ਦਾ ਵੀ ਉਦੋਂ ਇਮਤਿਹਾਨ ਆ ਰਿਹਾ ਜਦੋਂ 1 ਸਾਲ ਪੂਰਾ ਹੋ ਗਿਆ। 1 ਸਾਲ ਪੂਰਾ ਹੋਣ ਦੇ ਮੁੱਦੇ 'ਤੇ ਜਿਹੜਾ ਇਮਤਿਹਾਨ ਹੈ, ਇਸ ਨਜ਼ਰੀਏ ਤੋਂ ਕਿਵੇਂ ਦੇਖ ਰਹੇ ਹੋ ਇਸ ਸੀਟ ਨੂੰ? ਦੇਖੋ, ਇਹਦੇ 'ਚ ਜਗਤਾਰ ਜੀ ਗੱਲ ਇਹ ਹੈ ਕਿ ਪਹਿਲੀ ਗੱਲ ਤਾਂ ਜੇ ਆਪਾਂ ਇਹਨੂੰ ਪੰਜਾਬ ਨਾਲ ਜੋੜ ਕੇ ਦੇਖੀਏ ਨਾ, ਜਲੰਧਰ ਦੀ ਸੀਟ ਨੂੰ, ਮੈਂ ਸਮਝਦਾ ਕਿ ਇਹ ਕੁਝ ਸੀਟਾਂ ਪਾਰਲੀਮੈਂਟ ਦੀਆਂ ਇੱਦਾਂ ਦੀਆਂ ਜਿੱਦਾਂ ਗੁਰਦਾਸਪੁਰ ਹੈ ਅਤੇ ਜਾਂ ਇਹ ਜਲੰਧਰ ਹੈ ਜਾਂ ਫਲੌਰ ਹੈ, ਅਤੇ ਇਹ ਕੁਝ ਸੀਟਾਂ ਇੱਦਾਂ ਦੀਆਂ ਨੇ ਜਿਨ੍ਹਾਂ ਦਾ ਬਿਲਕੁਲ ਇੱਕ ਵੱਖਰਾ ਜਿਹੜਾ ਹੈਗਾ ਇੱਥੇ ਟਰੈਂਡ ਹੁੰਦਾ ਅਤੇ ਕਦੇ ਵੀ ਇੱਕ ਹਵਾ ਦੇ ਨਾਲ ਚੱਲਣ ਵਾਲੀਆਂ ਜਿਹੜੀਆਂ ਸੀਟਾਂ ਨਹੀਂ ਹੈਗੀਆਂ। ਖਾਸ ਕਰਕੇ ਜਿਹੜਾ ਹੈ ਪੰਜਾਬ ਦੇ ਵਿੱਚ ਕੋਈ ਬਹੁਤ ਐਕਸਟਰਾ ਆਰਡੀਨਰੀ ਸਿਚੁਏਸ਼ਨ ਹੈ ਹਰਪਾਲ, ਮੈਂ ਸੋਰੀ ਵਿੱਚ ਟੋਕਣ ਲੱਗਿਆ, ਕੋਈ ਐਕਸਟਰਾ ਆਰਡੀਨਰੀ ਸਿਚੁਏਸ਼ਨ ਪੈਦਾ ਹੋ ਜੇ ਤਾਂ ਜਿਨ੍ਹਾਂ ਦਿਨਾਂ 'ਚ ਗੁਰਦਾਸਪੁਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਨਾ, ਜਦੋਂ ਭਿੰਡਰ ਉੱਥੇ ਪਾਰਲੀਮੈਂਟ ਮੈਂਬਰ ਸੀ ਤਾਂ ਭਿੰਡਰ ਪਰਿਵਾਰ ਬਹੁਤ ਸਟਰੋਂਗ ਸੀ। ਹਾਂਜੀ, ਤਾਂ ਮੈਂ ਬੀਇੰਗ ਏ ਰਿਪੋਰਟਰ ਉੱਥੇ ਕਵਰ ਕਰਨ ਗਿਆ, ਪਾਰਲੀਮੈਂਟ ਦੀ ਇਲੈਕਸ਼ਨ ਸੀ, ਤਾਂ ਉੱਥੇ ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਫਿਲਮੀ ਕਲਾਕਾਰ ਇੱਕ ਜਿਹੜਾ ਉਹ ਮੈਦਾਨ ਦੇ 'ਚ ਉਤਰਿਆ। ਮੈਂ ਇਤਫਾਕ ਦੀ ਗੱਲ ਆ ਕਿ ਸ਼ਾਮ ਦਾ ਟਾਈਮ ਸੀ, ਉੱਥੇ ਹਨੂੰਮਾਨ ਚੌਕ ਹੈ ਜਿੱਥੇ ਉਹ ਕਲਾਕਾਰ ਵੱਲੋਂ ਰੈਲੀ ਰੱਖੀ ਗਈ ਸੀ। ਮੈਂ ਜਦੋਂ ਗੁਰਦਾਸਪੁਰ 'ਚ ਦਾਖਲ ਹੋਇਆ ਹਰਪਾਲ ਜੀ, ਤਾਂ ਉਹ ਰੈਲੀ ਖਤਮ ਹੋ ਚੁੱਕੀ ਸੀ। ਇੰਨੀ ਭੀੜ ਗੁਰਦਾਸਪੁਰ ਦੀਆਂ ਸੜਕਾਂ 'ਤੇ, ਇੰਨੀ ਭੀੜ ਕਿ ਸਾਨੂੰ ਗੱਡੀ ਲੰਘਾਉਣੀ ਮੁਸ਼ਕਿਲ। ਸ਼ਾਮ ਨੂੰ ਮੈਂ ਮੈਡਮ ਭਿੰਡਰ ਨੂੰ ਮਿਲਿਆ, ਮੈਨੂੰ ਪੁੱਛਦੇ ਆ ਵੀ ਕਿਵੇਂ ਲੱਗਦਾ, ਤੁਸੀਂ ਰੈਲੀ ਦੇਖੀ ਹੋਣੀ ਹੈ, ਅਤੇ ਮੈਂ ਕਿਹਾ ਜੀ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਵੀ ਐਡਾ ਵੱਡਾ ਇਕੱਠ ਹੈ। ਤਾਂ ਭਿੰਡਰ ਕਹਿਣ ਲੱਗੀ ਕਿ ਮੈਨੂੰ ਆਪ ਨਹੀਂ ਪਤਾ ਲੱਗਦਾ ਕਿ ਮੇਰੇ ਪੈਰ ਜ਼ਮੀਨ 'ਤੇ ਹੈਗੇ ਵੀ ਕਿ ਨਹੀਂ ਹੈਗੇ। ਜਿਹੜੀ ਐਕਸਟਰਾ ਆਰਡੀਨਰੀ ਸਿਚੁਏਸ਼ਨ ਪੈਦਾ ਹੋ ਜਾਏ ਤਾਂ ਵੱਖਰੀ ਗੱਲ ਹੈ। ਅਦਰਵਾਈਜ਼ ਜਿਵੇਂ ਤੁਸੀਂ ਕਹਿੰਦੇ ਹੋ, ਜਿਹੜੀਆਂ ਇਹ ਕੋਈ ਸੀਟਾਂ ਹੈਗੀਆਂ ਜਿਹੜੀਆਂ ਆਮ ਤੌਰ 'ਤੇ ਮੰਨੀਆਂ ਜਾਂਦੀਆਂ ਕਿ ਇਹ ਧਿਰ ਦੀਆਂ ਹਮਾਇਤੀ ਹੈ ਕਿਸੇ ਨਾ ਕਿਸੇ ਧਿਰ ਦੀ। ਨਹੀਂ, ਉਹ ਇਹ ਤਾਂ ਹੈਗੇ। ਜਦੋਂ ਤੋਂ ਵਿਨੋਦ ਖੰਨਾ ਆਏ, ਦੇਖੋ ਲਗਾਤਾਰ 3 ਵਾਰੀ ਉੱਥੋਂ ਵਿਨੋਦ ਖੰਨਾ ਜਿੱਤੇ, ਜਿਨ੍ਹਾਂ ਤੁਸੀਂ ਜ਼ਿਕਰ ਕੀਤਾ, ਅਤੇ ਉਹ ਕੀ ਕਾਰਨ ਸੀ ਜਾਂ ਕੀ ਇਹਨਾਂ ਉਹਨਾਂ ਦਾ ਅਸਰ ਰਸੂਖ ਸੀ ਜਾਂ ਹੋਰ ਹੈ। ਅਤੇ ਹੁਣ ਵੀ ਜਦੋਂ ਪੰਜਾਬ ਦਾ ਪੂਰਾ ਮਾਹੌਲ ਜਿਹੜਾ ਬਦਲਿਆ ਹੋਇਆ ਸੀਗਾ, ਅਤੇ ਉੱਥੋਂ ਸੰਨੀ ਦਿਓਲ ਜਿੱਤੇ ਅਤੇ ਸੁਨੀਲ ਜਾਖੜ ਵਰਗੇ ਵੱਡੇ ਕੱਦ ਵਾਲੇ ਜਿਹੜੇ ਸੀ ਆਗੂ, ਅਤੇ ਉਹ ਉੱਥੋਂ ਹਾਰ ਗਏ ਉਲਟਾ ਕੇ। ਅਤੇ ਹਾਂਜੀ, ਅਤੇ ਇਸੇ ਤਰ੍ਹਾਂ ਹੀ ਜਿਹੜਾ ਹੈ ਜਲੰਧਰ ਦਾ, ਮੈਨੂੰ ਯਾਦ ਹੈ ਜਦੋਂ ਪੰਜਾਬ ਦੇ ਜਦੋਂ ਹਾਲਾਤ ਕਾਫੀ ਖਰਾਬ ਸੀ, ਉਦੋਂ ਬਾਅਦ ਜਦੋਂ 1999 ਦੇ ਵਿੱਚ 89 ਦੇ ਵਿੱਚ ਜਦੋਂ ਇਲੈਕਸ਼ਨ ਹੋਈ, ਪੂਰੇ ਪੰਜਾਬ ਦਾ ਜਿਹੜਾ ਮਾਹੌਲ ਸੀ ਤੁਸੀਂ ਦੇਖੋ ਇੱਕ ਪਾਸੇ ਸੀ ਸਾਰਾ ਚੱਲ ਰਿਹਾ, ਅਤੇ ਪੂਰੇ ਪੰਜਾਬ ਦੇ ਵਿੱਚੋਂ ਸਿਮਰਨਜੀਤ ਮਾਨ ਹੋਰਾਂ ਦੀ ਪਾਰਟੀ ਜਾਂ ਉਹਨਾਂ ਦੀ ਪਾਰਟੀ ਦੇ ਹਮਾਇਤੀ ਜਿਹੜੇ ਉਮੀਦਵਾਰ ਸੀ ਉਹੀ ਉਮੀਦਵਾਰ ਜਿੱਤੇ, ਪਰ ਗੁਰਦਾਸਪੁਰ ਤੋਂ ਉਸ ਵੇਲੇ ਵੀ ਕਾਂਗਰਸ ਜਿੱਤੀ, ਅਤੇ ਇਸੇ ਤਰ੍ਹਾਂ ਜਲੰਧਰ ਦਾ ਹਾਲ ਸੀ ਉਸ ਵੇਲੇ। ਅਤੇ ਮੈਂ ਇਹ ਕਹਿੰਦਾ ਕਿ ਹੁਣ ਇਸ ਵਾਰੀ ਆਪਾਂ ਨੂੰ ਬਿਲਕੁਲ ਪਤਾ ਹੈ ਕਿ ਉੱਥੇ ਕਾਂਗਰਸ ਦੀ ਜਿਹੜੀ ਹੈਗੀ ਅਜੇ ਵੀ ਕਾਂਗਰਸ ਸਮਝਦੇ ਸਾਡਾ ਸਟਰੋਂਗ ਹੋਲਡ ਹੈ, ਅਤੇ ਇੱਕੋ ਖਾਸ ਪਰਿਵਾਰ ਦਾ ਮਾਸਟਰ ਗੁਰਬੰਤਾ ਸਿੰਘ ਜੀ ਹੋਰਾਂ ਦਾ ਇੱਕ ਪ੍ਰਭਾਵ ਰਿਹਾ। ਹਾਂਜੀ, ਕਿਉਂਕਿ 1947 ਤੋਂ ਬਾਅਦ ਉਹਨਾਂ ਦਾ ਕਾਫੀ ਜਿਹੜਾ ਪ੍ਰਭਾਵ ਰਿਹਾ, ਅਤੇ ਬੜੇ ਬੇਵਾਕ ਲੀਡਰ ਰਹੇ ਨੇ ਉਹ, ਕਾਂਗਰਸ 'ਚ ਰਹੇ ਨੇ ਸ਼ੁਰੂ ਤੋਂ ਸਟਰੋਂਗ। ਫਿਰ ਅੱਗੇ ਉਹਨਾਂ ਦੇ ਬੇਟੇ ਚੌਧਰੀ ਜਗਜੀਤ ਚੌਧਰੀ, ਸੰਤੋਖ ਸਿੰਘ, ਅਤੇ ਅੱਗੋਂ ਹੁਣ ਉਹਨਾਂ ਦੇ ਬੇਟੇ ਵੀ ਸਰਗਰਮ ਨੇ, ਜਿੱਦਾਂ ਤੁਸੀਂ ਗੱਲ ਕੀਤੀ ਕਿ ਉਹਨਾਂ ਦੀ ਨੂੰਹ ਜਿਹੜੀ ਆ ਉਹ ਦਾਅਵੇਦਾਰ ਹੈ ਜਾਂ ਹੋਰ ਹੈ। ਅਤੇ ਮੈਨੂੰ ਇਹ ਹੁਣ ਇਹ ਲੱਗਦਾ ਕਿ ਆਉਣ ਵਾਲੇ ਹੁਣ, ਕਿਉਂਕਿ ਮੁਕਾਬਲਾ ਚੌਕੋਨਾ ਹੋਏਗਾ ਮੇਰਾ ਖਿਆਲ ਹੈ ਇਸ ਵਾਰੀ, ਅਤੇ ਕਿਉਂਕਿ ਕਿਤੇ ਅਕਾਲੀ ਦਲ BJP ਦੀ ਸਾਂਝ ਬਣਦੀ ਨਜ਼ਰ ਨਹੀਂ ਆ ਰਹੀ। ਅਕਾਲੀ ਦਲ ਦੀ ਜੇ ਸਾਂਝ ਬਣਦੀ ਹੈ ਤਾਂ BSP ਨਾਲ ਬਣਦੀ ਹੈ, ਉਹਨਾਂ ਨੇ ਕਿਹਾ ਵੀ ਅਸੀਂ ਮਿਲ ਕੇ ਲੜਾਂਗੇ। ਹੁਣ ਉੱਥੇ ਉਹ ਅਕਾਲੀ ਦਲ ਆਪਣਾ ਲੀਡਰ ਖੜਾ ਕਰਦਾ MP ਵਾਸਤੇ ਜਾਂ ਕਿਸੇ BSP ਦੇ ਲੀਡਰ ਨੂੰ ਛੱਡਦਾ। ਹਾਲਾਂਕਿ ਰਪਾਲ ਜੀ ਉੱਥੇ ਜਿਹੜੇ ਪਵਨ ਟੀਨੂ ਜਿਹੜੇ ਉੱਥੇ MLA ਰਹੇ ਆ ਅਕਾਲੀ ਦਲ ਵੱਲੋਂ, ਉਹ ਕਿਸੇ ਸਮੇਂ 'ਚ ਬਸਪਾ ਦੇ ਰਹੇ ਹੈ, ਉਹਨਾਂ ਦਾ ਕਾਫੀ ਆਧਾਰ ਆ। ਪਰ ਹੁਣ ਦੇਖਿਆ ਜਾਏਗਾ ਕਿ ਟਿਕਟ ਜਿਹੜੀ ਅਕਾਲੀ ਦਲ ਦੇ ਖਾਤੇ 'ਚ ਆਉਂਦੀ ਹੈ ਜਾਂ ਜਿਹੜੀ ਹੈਗੀ ਹੈ ਬਸਪਾ ਦੇ ਖਾਤੇ 'ਚ ਆਉਂਦੀ ਹੈ। ਆਪਾਂ ਨੂੰ ਹੁਣ ਟੈਕਨੀਕਲ ਤੌਰ 'ਤੇ ਬ੍ਰੇਕ ਲੈਣੀ ਪੈਣੀ ਹੈ। ਹੁਣ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਿਹੜੇ ਬਾਕੀ ਦੇ ਵੱਡੇ ਅਤੇ ਅਹਿਮ ਮੁੱਦੇ ਹੈ, ਮੈਂ ਅਤੇ ਪ੍ਰੀਤਮ ਰੁਪਾਲ ਤੁਹਾਡੀ ਕਚਹਿਰੀ 'ਚ ਮੁੜ ਹਾਜ਼ਰ ਹੁੰਦੇ ਹਾਂ। ਪਰ ਬ੍ਰੇਕ ਦੇ ਬਾਅਦ ਵਾਰ ਸਤਵਾਰ ਪ੍ਰੋਗਰਾਮ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਜਦੋਂ ਆਪਾਂ ਵੱਡੇ ਮੁੱਦਿਆਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ 'ਚ ਇਹਨਾਂ ਦਿਨਾਂ 'ਚ ਬੇਮੌਸਮੀ ਬਾਰਿਸ਼, ਗੜੇਮਾਰੀ ਕਾਰਨ
ਬਹੁਤ ਵੱਡਾ ਵਰਤਾਰਾ, ਜਾਣੀ ਕਿ ਜਿੰਨੀ ਵੱਡੀ ਕਿਸਾਨੀ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸ਼ਾਇਦ ਬਹੁਤ ਘੱਟ ਮੌਕੇ ਅਜਿਹੇ ਹੋਣਗੇ ਜਦੋਂ ਪੰਜਾਬ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਮਾਨਸਾ ਤੱਕ, ਹੇਠਾਂ ਤੱਕ ਇੱਕੋ ਜਿਹੀ ਸਥਿਤੀ ਆਲਮੋਸਟ ਬਣੀ ਹੈ, ਕਿਤੇ ਘੱਟ ਕਿਤੇ ਵੱਧ, ਕਿਤੇ ਬਾਰਿਸ਼ਾਂ ਵਧੇਰੇ ਹੋਈਆਂ, ਹਵਾ ਵਧੇਰੇ ਚੱਲੀ ਹੈ, ਕਿਤੇ ਗੜਿਆਂ ਦੀ ਬਹੁਤ ਵੱਡੀ ਮਾਰ ਪਈ ਹੈ, ਕਿਸਾਨ ਝੰਬਿਆ ਗਿਆ, ਕਿਸਾਨ ਬੁਰੀ ਤਰ੍ਹਾਂ ਜਿਹੜਾ ਹੈਗਾ ਕੰਬ ਉੱਠਿਆ ਹੈ, ਜਿਸ ਤਰੀਕੇ ਨਾਲ ਜਿੱਦਾਂ ਦੀ ਸਥਿਤੀ ਬਣੀ ਵੀ ਹੈ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਪਹਿਲਾਂ 3 ਦਿਨ ਬਾਰਿਸ਼ ਹੁੰਦੀ ਰਹੀ, 1-2 ਦਿਨ ਰੁਕੀ, ਹੁਣ ਫੇਰ ਬਾਰਿਸ਼, ਜਦੋਂ ਆਪਾਂ ਗੱਲ ਕਰ ਰਹੇ ਹਾਂ ਇਹਨਾਂ ਦਿਨਾਂ ਦੇ ਵਿੱਚ ਬਾਰਿਸ਼ਾਂ ਹੋ ਰਹੀਆਂ। ਖਾਸ ਤੌਰ 'ਤੇ ਵੱਡੀ ਗੱਲ ਇਹ ਹੈ ਕਿ ਅੱਗੇ ਮੰਨਿਆ ਜਾਂਦਾ ਸੀ ਕਿ ਜਿਹੜੀ ਕਣਕ ਦੀ ਫਸਲ ਹੁੰਦੀ ਹੈ ਉਹ ਕਿਸਾਨ ਦੀ ਇੱਕ ਤਰ੍ਹਾਂ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਹੁਣ ਤਾਂ ਝੋਨਾ ਵਗੈਰਾ ਤੇ ਕੁਝ ਹੋਰ ਫਸਲਾਂ ਆ ਗਈਆਂ। ਇੱਕ ਜ਼ਮਾਨਾ, ਇੱਕ ਸਮਾਂ ਸੀ ਜਦੋਂ ਕਣਕ ਹੀ ਸਭ ਤੋਂ ਵੱਡੀ ਫਸਲ, ਔਰ ਬੜੀਆਂ ਆਸਾਂ, ਬੜੇ ਬੜੇ ਗੀਤ ਇਹਦੇ ਉੱਤੇ ਲਿਖੇ ਗਏ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਣਕ ਦੀ ਫਸਲ ਆਏਗੀ, ਕਿਵੇਂ ਕਿਸਾਨ ਆਪਣੇ ਘਰ ਪੜੋਲੇ ਭਰੇਗਾ, ਕਿੱਦਾਂ ਦਾ ਮਾਹੌਲ ਹੋਏਗਾ। ਪਰ ਉਹੀ ਕਿਸਾਨ ਅੱਜ ਉਦਾਸ ਹੈ, ਬੁਰੀ ਤਰ੍ਹਾਂ। ਕਈ ਖੇਤ ਤਾਂ ਇੰਨਾ ਬੁਰੀ ਤਰ੍ਹਾਂ ਵੇਚ ਚੁੱਕੇ ਜਿਵੇਂ ਕੰਬਾਈਨ ਨੇ ਜਾਂ ਦਾਤੀ ਨਾਲ ਕੋਈ ਫਸਲ ਕੱਟੀ ਹੁੰਦੀ ਹੈ। ਕਣਕਾਂ ਵਿਛ ਗਈਆਂ, ਜਿੱਥੇ ਥੋੜ੍ਹਾ ਬਹੁਤਾ ਬਚਾ ਰਿਹਾ ਉੱਥੇ ਵੀ ਬੱਲੀਆਂ ਦੇ ਦਾਣੇ ਬਹੁਤ ਜ਼ਿਆਦਾ ਖਰਾਬ ਹੋ ਗਏ ਹੈ। ਸਰਕਾਰੀ ਮੁਆਵਜ਼ੇ ਦੀ ਗੱਲ ਵੀ ਹੈ, ਕੈਬਨਿਟ ਨੇ ਫੈਸਲਾ ਲਿਆ, ਕਦੋਂ ਮੁਆਵਜ਼ਾ ਮਿਲੇਗਾ, ਕਿੰਨਾ ਮਿਲੇਗਾ, ਇਹ ਇੱਕ ਬਹੁਤ ਲੰਬਾ ਵੱਡਾ ਪ੍ਰੋਸੈਸ ਹੈ, ਜਦੋਂ ਕਿ ਅਗਲੀ ਫਸਲ ਦੀ ਬਿਜਾਈ ਕਿਸਾਨ ਦੇ ਸਿਰ 'ਤੇ ਖੜੀ ਹੈ। ਐਡੀ ਵੱਡੀ ਸਮੱਸਿਆ ਇਸ ਵੇਲੇ ਕਿਸਾਨ ਨੂੰ, ਜਿਹਦੇ 'ਚੋਂ ਲੰਘਣਾ ਪੈ ਰਿਹਾ। ਸਰਕਾਰਾਂ ਕਿੰਨੀਆਂ ਕੁ ਬਾਂਹ ਫੜਦੀਆਂ, ਕਿੰਨੀ ਕੁ ਮਦਦ ਕਰਦੀਆਂ, ਇਹ ਤਾਂ ਆਉਣ ਵਾਲੇ ਦਿਨ ਦੱਸਣਗੇ। ਪਰ ਕਿਸਾਨ ਦੀ ਬਹੁਤ ਵੱਡੀ ਤਰਾਸਦੀ ਹੈ ਇਸ ਵੇਲੇ, ਜਿਹੜੇ ਵੱਡੇ ਸੰਕਟ 'ਚੋਂ ਲੰਘ ਰਿਹਾ ਹੈ। ਬਦਕਿਸਮਤੀ ਕਹਿ ਲਓ ਜਾਂ ਇੱਕ ਨਜ਼ਰੀਆ ਕਹਿ ਲਓ, ਐਡੇ ਵੱਡੇ ਵਰਤਾਰੇ ਦੇ ਬਾਵਜੂਦ ਅਸੀਂ ਜਿਹੜੇ ਮੀਡੀਆ ਕਰਮੀ, ਜਰਨਲਿਸਟ ਜਿਹੜਾ ਹੈਗਾ, ਮੀਡੀਆ ਭਾਈਚਾਰਾ, ਹੋਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਬਹੁਤ ਵਧਾ ਚੜ੍ਹਾ ਕੇ ਸੁਰਖੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸਾਨਾਂ ਦੀ ਤਰਾਸਦੀ ਦੀ ਗੱਲ ਬਹੁਤ ਘੱਟ ਕੀਤੀ ਜਾਂਦੀ ਹੈ। ਕਹਿਣ ਨੂੰ ਤਾਂ ਕਿਹਾ ਜਾਂਦਾ ਹੈ ਕਿ ਦੇਸ਼ ਦਾ ਅੰਨਦਾਤਾ ਹੈ, ਪਰ ਅੰਨਦਾਤਾ ਚਾਹੇ ਦਿੱਲੀ ਦੀਆਂ ਬਰੂਹਾਂ 'ਤੇ ਜਾ ਕੇ, ਬਾਰਡਰ 'ਤੇ ਜਾ ਕੇ ਲੜਦਾ ਹੋਵੇ, ਸਰਕਾਰਾਂ ਨੂੰ ਚੀਜ਼ ਨਹੀਂ ਹੁੰਦੀ। ਅਤੇ ਮੀਡੀਆ ਨੂੰ ਵੀ ਇਹ ਚੀਜ਼ ਕਿਧਰੇ ਘੱਟ ਹੀ ਮਹਿਸੂਸ ਹੁੰਦੀ ਹੈ ਜਦੋਂ ਐਡਾ ਵੱਡਾ ਦਰਦ ਜਿਹੜਾ ਸਹਿ ਤੇ ਕਹਿ ਹੈ ਕਿਸਾਨਾਂ ਦੇ ਲਈ। ਮੈਂ ਕਈ ਕਿਸਾਨਾਂ ਦੀਆਂ ਅੱਖਾਂ 'ਚੋਂ ਅਥਰੂ ਤੇ ਹੰਝੂ ਕਰਦੇ ਦੇਖੇ ਹੈ। ਹਰਪਾਲ, ਜਿੱਦਾਂ ਦੀ ਸਥਿਤੀ ਬਣੀ ਵੀ ਹੈ, ਮੇਰਾ ਖਿਆਲ ਹੈ ਕਿ ਆਪਾਂ ਬੀਇੰਗ ਜਰਨਲਿਸਟ ਆਪਾਂ ਕਵਰ ਵੀ ਕਰਦੇ ਜਦੋਂ ਇਹੋ ਜਿਹੀਆਂ ਤਰਾਸਦੀਆਂ, ਇਹੋ ਜਿਹੇ ਝੱਖੜ ਝੋਲੇ ਆਉਂਦੇ ਆ। ਪਰ ਇਹ ਆਪਣੇ ਆਪ 'ਚ ਹੁਣ ਵੀ ਲੱਗਦਾ ਕਿ ਬਹੁਤ ਵੱਡਾ ਮੰਦਭਾਗਾ ਵਰਤਾਰਾ ਹੈ ਜਿਸ 'ਚੋਂ ਕਿਸਾਨ ਨਿਕਲ ਰਹੇ ਆ। ਕਿਵੇਂ ਦੇਖਦੇ ਹੋ ਸਥਿਤੀ ਨੂੰ? ਦੇਖੋ ਸਿੱਧੂ ਸਾਹਿਬ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸ਼ੁਰੂ ਤੋਂ ਹੀ ਇਸ ਸਮੱਸਿਆ ਨੂੰ ਜਾਂ ਹੋਰ ਨੂੰ ਸਰਕਾਰਾਂ ਨੇ ਜਾਂ ਕਾਨੂੰਨ ਬਣਾਉਣ ਵਾਲੇ ਲੋਕਾਂ ਨੇ ਜਾਂ ਹੋਰ ਹੈ, ਇਹਨੂੰ ਕੁਦਰਤੀ ਆਫਤ ਨਹੀਂ ਮੰਨਿਆ। ਮੇਰਾ ਖਿਆਲ ਹੈ ਕਿ ਜੇ ਇਸ ਗੱਲ ਨੂੰ ਵੀ ਉਹ ਕੁਦਰਤੀ ਆਫਤ ਮੰਨ ਲੈਂਦੇ, ਉਹ ਸਿਰਫ ਕੁਦਰਤੀ ਆਫਤ ਉੱਥੇ ਮੰਨਦੇ ਆ ਜਿੱਥੇ ਜਾਨੀ ਨੁਕਸਾਨ ਹੁੰਦਾ ਹੈ, ਘਰ ਢਹਿ ਜਾਂਦੇ ਆ, ਭੁਚਾਲ ਆ ਜਾਂਦਾ ਹੈ, ਹੜ੍ਹ ਆ ਜਾਂਦੇ ਆ। ਅਤੇ ਮੈਂ ਸਮਝਦਾ ਕਿ ਇਹ ਵੀ ਇੱਕ ਬਹੁਤ ਵੱਡੀ ਕੁਦਰਤੀ ਆਫਤ ਹੈ। ਜਦੋਂ ਤੁਹਾਡੀ 6 ਮਹੀਨਿਆਂ ਦੀ ਕਮਾਈ ਰੁੜ ਗਈ ਹੈ ਇੱਕ ਕਿਸਮ ਦੀ, ਮੁਆਵਜ਼ਾ ਕਿੰਨਾ ਕੁ ਮਿਲ ਜਾਏਗਾ? ਸਰਕਾਰ ਨੇ ਕਿਹਾ ਕਿ ਅਸੀਂ 15,000 ਦੇਵਾਂਗੇ ਵਧਾ ਕੇ ਵੀ ਪਰ ਏਕੜ, ਅਤੇ ਕੀ ਜਿਹੜਾ ਹੈ 15,000 ਪਰ ਏਕੜ ਨਾਲ ਜਿਹੜਾ ਹੈ ਕਿਸਾਨ ਦੀ ਜਿਹੜੀ ਪੂਰੀ ਜਿਹੜੀ ਹੈ ਉਹ ਆਪਾਂ ਜਿਹਨੂੰ ਕਹਿੰਦੇ ਹਾਂ ਕਿ ਕੰਪਨਸੇਟ ਹੋ ਜਾਏਗਾ। ਅਤੇ ਹੁਣ ਪੰਜਾਬ ਦੇ ਹਾਲਾਤ ਸਿੱਧੂ ਸਾਹਿਬ ਇੱਦਾਂ ਦੇ ਹੈ ਕਿ ਕਣਕ ਅਤੇ ਝੋਨਾ ਭਾਵੇਂ ਆਪਾਂ ਕਹਿ ਜਾਂਦਾ ਕਿ ਇਹਦੇ 'ਚੋਂ ਬਾਹਰ ਨਿਕਲੋ ਇਹ ਹੈ, ਪਰ ਅਜੇ ਵੀ ਜਿਹੜੀ ਮੁੱਖ ਫਸਲ ਹੈ, ਉਹ ਜਿਹੜੀ ਲਾਈਫ ਲਾਈਨ ਹੈ ਜਿਹੜੀ ਕਿਸਾਨੀ ਦੀ, ਉਹ ਕਣਕ ਅਤੇ ਝੋਨਾ ਹੀ ਹੈ। ਭਾਵੇਂ ਕਿਸੇ ਕੋਲੇ 1 ਏਕੜ ਜ਼ਮੀਨ ਹੈ, ਭਾਵੇਂ ਕਿਸੇ ਕੋਲੇ 50 ਏਕੜ ਜ਼ਮੀਨ ਹੈ। ਅਤੇ ਉਹ ਕਿਉਂਕਿ ਉਹ ਇਹ ਕਿੱਤਾ ਛੱਡ ਹੀ ਨਹੀਂ ਸਕਦਾ, ਹੋਰ ਕਿਸੇ ਪਾਸੇ ਜਾ ਹੀ ਨਹੀਂ ਸਕਦਾ। ਇੱਕ ਸੱਭਿਆਚਾਰਕ ਤੌਰ 'ਤੇ, ਇੱਕ ਵਿਰਸੇ ਦੇ ਤੌਰ 'ਤੇ, ਹੋਰ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਇਸ ਗੱਲ ਨਾਲ ਜੁੜੀਆਂ ਹੋਈਆਂ ਨੇ। ਅਤੇ ਸਰਕਾਰਾਂ ਨੇ, ਭਾਵੇਂ ਉਹ ਸੂਬੇ ਦੀਆਂ ਹੋਣ, ਭਾਵੇਂ ਉਹ ਸੈਂਟਰ ਦੀਆਂ ਹੋਣ ਜਾਂ ਹੋਰ ਆ, ਉਹਨਾਂ ਨੇ ਕਦੇ ਗੰਭੀਰਤਾ ਨਾਲ ਇਸ ਗੱਲ ਨੂੰ ਲਿਆ ਨਹੀਂ। ਪਹਿਲੀ ਗੱਲ ਤਾਂ ਉਹ ਇਹਨੂੰ ਅੰਡਰ ਅਸੈਸ ਕੀਤਾ ਜਾਂਦਾ ਹਮੇਸ਼ਾ, ਜੇ ਨੁਕਸਾਨ ਹੋਇਆ ਜਾਂ ਹੋਰ ਹੈ। ਅਤੇ ਮੈਂ ਪਰਸੋਂ ਜਿਹੜੇ ਸੀਗੇ ਸਾਡੇ ਸੈਕਰੇਟਰੀ ਨੇ, ਜਿਹੜੇ ਸਾਡੇ ਇਹਦੇ ਫੂਡ ਐਂਡ ਸਪਲਾਈ ਦੇ ਯੂਨੀਅਨ ਗਵਰਨਮੈਂਟ ਦੇ ਜਿਹੜੇ ਸੈਕਰੇਟਰੀ ਨੇ, ਉਹਨਾਂ ਦੀ ਸਟੇਟਮੈਂਟ ਆ ਰਹੀ ਸੀ ਕਿ ਇਸ ਵਾਰੀ ਜਿਹੜੀ ਹੈ ਬੜੀ ਭਰਪੂਰ ਹੋਏਗੀ ਫਸਲ, ਕੋਈ ਗੱਲ ਨਹੀਂ, ਜੇ ਥੋੜ੍ਹਾ ਮੋਟਾ ਮੌਸਮ ਖਰਾਬ ਹੈ ਕੋਈ ਅਸਰ ਨਹੀਂ ਪੈਂਦਾ। ਇੱਕ ਵਾਰੀ ਮੈਨੂੰ ਯਾਦ ਹੈ, ਭਜਨ ਲਾਲ ਜੀ ਹੁਣ ਇਸ ਦੁਨੀਆ 'ਚ ਨਹੀਂ ਰਹੇ, ਉਹ ਵੀ ਯੂਨੀਅਨ ਮਿਨਿਸਟਰ ਰਹੇ ਨੇ ਐਗਰੀਕਲਚਰ ਦੇ,
ਇੱਕ ਵਾਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸੀ ਉਹ ਫਲੱਡ ਆ ਗਏ ਸੀ ਤੇ ਨਰਮੇ ਤੇ ਕਪਾਹ ਦੀਆਂ ਫਸਲਾਂ ਮਾਲਵੇ ਦੇ ਵਿੱਚ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਸੀ। ਉਹਨਾਂ ਨੇ ਆਪਣਾ ਹਵਾਈ ਸਰਵੇਖਣ ਕਰਨ ਤੋਂ ਬਾਅਦ ਕਿਹਾ ਕਿ ਨਹੀਂ ਕੋਈ ਖਾਸ ਨੁਕਸਾਨ ਨਹੀਂ, ਸਗੋਂ ਫਾਇਦਾ ਹੋਏਗਾ, ਟਿੰਡੇ ਵੱਡੇ ਲੱਗਣਗੇ ਕਿਉਂਕਿ ਪਾਣੀ ਬਹੁਤ ਲੱਗ ਗਿਆ ਨਰਮੇ ਨੂੰ। ਮਤਲਬ ਕਿ ਜਦੋਂ ਸਰਕਾਰਾਂ ਦੇ ਵਿੱਚ ਬੈਠ ਕੇ ਲੋਕ ਇੱਦਾਂ ਦੀਆਂ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਇਹ ਦਰਦ ਦਾ ਪਤਾ ਹੀ ਨਹੀਂ। ਤੇ ਦੂਸਰੀ ਗੱਲ ਸਿੱਧੂ ਸਾਹਿਬ, ਜਿਹੜੀ ਗੱਲ ਨੋਟ ਕਰਨ ਵਾਲੀ ਇਹ ਹੈ ਕਿ ਜਿਹੜੀ ਇਕੋਨਮੀ ਹੈ ਕਿਸਾਨੀ ਦੀ, ਤੇ ਤੁਸੀਂ 15,000 ਆਪਾਂ ਪ੍ਰਤੀ ਏਕੜ ਦੀ ਗੱਲ ਕਰਦੇ ਹਾਂ, ਤੇ ਜਿਹੜਾ ਇੱਥੇ ਠੇਕਾ ਹੈ, ਜਿਹੜੇ ਲੋਕਾਂ ਦੀ ਹੋਰਾਂ ਦੀ ਜ਼ਮੀਨ ਲੈ ਕੇ ਵਾਹੁੰਦੇ ਆ, ਜਿਹਨਾਂ ਨੂੰ ਇਹ ਵੀ ਸਾਨੂੰ ਇਹਦੇ 'ਚੋਂ ਕੁਛ ਨਾ ਕੁਛ ਨਿਕਲੂਗਾ, ਉਹ ਠੇਕੇ ਦਾ ਤੁਸੀਂ ਰੇਟ ਦੇਖ ਲਓ। ਕਈ ਥਾਵਾਂ ਤਾਂ ਮੈਂ ਨੋਟ ਕੀਤਾ, ਮੈਨੂੰ ਦੱਸਿਆ ਕਿ 60,000 ਰੁਪਏ ਪਰ ਏਕੜ ਜਿਹੜਾ ਹੈਗਾ। ਬਿਲਕੁਲ 60 ਤੋਂ ਵੀ ਦੇ ਰਹੇ ਕਈ ਥਾਵਾਂ ਤੇ ਜਿਹੜੀਆਂ ਚੰਗੀਆਂ ਜ਼ਮੀਨਾਂ ਹੈਗੀਆਂ ਰਪਾਲ ਜੀ 70,000 ਤੱਕ ਵੀ ਠੇਕਾ। ਹਾਂਜੀ, ਚਲੋ ਜੇ ਆਪਾਂ ਹੁਣ ਕਿੱਥੇ 60-70,000 ਠੇਕਾ ਦੇ ਕੇ ਬਾਅਦ 'ਚ ਉਹਦੇ ਤੇ ਬੀ ਵੀ ਪਾਇਆ ਹੋਊਗਾ, ਖਾਦ ਵੀ ਪਾਈ ਹੋਏਗੀ, ਉਹਦੇ ਤੇ ਗੋਡੀਆਂ ਵੀ ਕੀਤੀਆਂ ਹੋਣਗੀਆਂ ਜਾਂ ਉਹਦੇ ਤੇ ਨਦੀਨਨਾਸ਼ਕ ਛਿੜਕੇ ਹੋਣਗੇ, ਉਹ ਜਿਹੜੇ ਖਰਚੇ ਉਹ ਕਿੱਦਾਂ ਜਿਹੜਾ ਹੈਗਾ ਕਿਸਾਨ ਪੂਰਾ ਕਰ ਪਾਏਗਾ। ਸੋ ਇਹ ਇੱਕ ਜਿੰਨਾ ਚਿਰ ਇਹਦੇ ਤੇ ਦੋ ਗੱਲਾਂ ਜਿਹੜੀਆਂ ਨੇ ਆਪਾਂ, ਕਿਉਂਕਿ ਲੰਬੇ ਸਮੇਂ ਤੋਂ ਚੱਲ ਰਹੀਆਂ। ਪਹਿਲੀ ਗੱਲ ਤਾਂ ਇਹ ਵੀ ਸਰਕਾਰਾਂ ਨੂੰ ਇਹਨੂੰ ਇੰਡਸਟਰੀ ਨਹੀਂ ਅਜੇ ਤੱਕ ਕਰਾਰ ਦਿੱਤਾ। ਇੰਡਸਟਰੀ ਦੇ ਵਿੱਚ ਕੋਈ ਨੁਕਸਾਨ ਹੁੰਦਾ ਹੈ, ਵੱਡਾ ਨੁਕਸਾਨ ਹੁੰਦਾ ਹੈ, ਤੇ ਉਹਦੇ ਲਈ ਕਾਨੂੰਨ ਨੇ ਬਕਾਇਦਾ ਤੌਰ ਤੇ ਜਿੱਥੇ ਉਹਨਾਂ ਨੂੰ ਕੰਪਨਸੇਟ ਕੀਤਾ ਜਾਂਦਾ ਹੈ। ਇਸੇ ਕਰਕੇ ਜਿਹੜਾ ਫਸਲੀ ਬੀਮੇ ਦਾ ਰੌਲਾ ਤਾਂ ਬਹੁਤ ਪੈ ਰਿਹਾ। ਹੁਣ ਵੀ ਜਿਹੜੀ ਯੂਨੀਅਨ ਗਵਰਨਮੈਂਟ ਹੈ ਸਾਡੀ, ਭਾਰਤ ਦੀ ਸਰਕਾਰ ਹੈ, ਉਹ ਵਾਰ-ਵਾਰ ਇਹ ਗੱਲ ਕਹਿੰਦੀ ਹੈ ਕ੍ਰੌਪ ਇੰਸ਼ੋਰੈਂਸ ਇੱਕ ਇਹੋ ਜਿਹੀ ਗੱਲ ਹੈ ਜਿਹੜਾ ਪੂਰੀ ਤਰ੍ਹਾਂ ਜਿਹੜਾ ਕਿਸਾਨ ਨੂੰ ਦਿੱਤਾ ਨਹੀਂ ਜਾਂਦਾ, ਨਾ ਉਹਦਾ ਪੂਰਾ ਮੁਆਵਜ਼ਾ ਮਿਲਦਾ। ਪਹਿਲੀ ਗੱਲ, ਕੰਪਨੀਆਂ ਆਉਂਦੀਆਂ ਹੀ ਨਹੀਂ। ਹੁਣ ਕੰਪਨੀਆਂ ਕਹਿੰਦੀਆਂ ਵੀ ਜੇ ਸਾਰੀ ਫਸਲ ਡੁੱਬ ਗਈ ਸਾਡਾ ਤਾਂ ਉਹ ਪ੍ਰੀਮੀਅਮ ਦੇ ਵਿੱਚੋਂ ਕੁਛ ਵੀ ਨਹੀਂ ਸਾਡੇ ਹੱਥ 'ਚ ਬਚਣਾ। ਜਿਹੜੀਆਂ ਬੀਮਾ ਕੰਪਨੀਆਂ ਉਹ ਤਾਂ ਉਹਨਾਂ ਨੂੰ ਤਾਂ ਇਹੀ ਲਾਲਚ ਹੁੰਦਾ ਨਾ ਜੀ, ਬੰਦਾ ਤੰਦਰੁਸਤ ਰਹੇ, ਸਾਨੂੰ ਫਸਲਾਂ ਠੀਕ ਰਹਿਣ, ਇੰਡਸਟਰੀ ਠੀਕ ਚੱਲਦੀ ਰਹੇ, ਕਿਤੇ ਅੱਗ ਨਾ ਲੱਗੇ, ਸਾਨੂੰ ਕੰਪਨਸੇਟ ਨਾ ਦੇਣਾ ਪਵੇ, ਤਾਂ ਉਹਨਾਂ ਨੂੰ ਫਾਇਦਾ। ਇਸ ਕਰਕੇ ਇੱਕ ਇੱਦਾਂ ਦੀ ਜਿਹੜੀ ਹੈ ਸਿਚੁਏਸ਼ਨ ਹੈ, ਇਹ ਪੰਜਾਬ ਦੀ ਹੈ। ਤੇ ਜਾਂ ਹੋਰ ਜਿਹੜੇ ਦੇਸ਼ ਨੇ ਸਾਡੇ, ਉਹਨਾਂ ਦੇ ਵਿੱਚ ਜਿਹੜੀ ਇਹ ਸਿਚੁਏਸ਼ਨ ਹੈਗੀ। ਹੁਣ ਜੇ ਆਪਾਂ ਇੱਕ ਪਾਸੇ ਅਸੀਂ ਕੰਪੇਅਰ ਕਰਦੇ ਹਾਂ, ਸਾਡੇ ਲੀਡਰ ਵੀ ਬਿਆਨ ਦਿੰਦੇ ਆ ਕੈਨੇਡਾ ਅਮਰੀਕਾ ਦੇ, ਉੱਥੇ ਤਾਂ 1000 ਏਕੜ 2-2000 ਏਕੜ ਦੇ ਫਾਰਮ ਨੇਗੇ, ਵੱਡੇ ਫਾਰਮ। ਰਪਾਲ ਜੀ ਵੱਡੇ ਫਾਰਮਾਂ ਦੇ ਨਾਲ ਦੇਖੋ ਸਰਕਾਰਾਂ ਦੀ, ਜੇ ਤੁਸੀਂ ਗੱਲ ਕਰਦੇ ਹੋ ਸਰਕਾਰਾਂ ਦੀਆਂ ਨੀਤੀਆਂ, ਪਹਿਲੀ ਗੱਲ ਤਾਂ ਮੈਂ ਜਿੱਦਾਂ ਤੁਸੀਂ ਗੱਲ ਕੀਤੀ ਹੈ, ਕੱਲ੍ਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਇੱਕ ਮੌਸਮ ਵਿਭਾਗ ਦੇ ਮਾਹਰ ਹੈਗੇ ਵਿਗਿਆਨੀ, ਉਹਨਾਂ ਨਾਲ ਆਪਾਂ ਗੱਲ ਕਰ ਰਹੇ ਸੀ, ਤਾਂ ਮੈਂ ਉਹਨਾਂ ਨੂੰ ਸਵਾਲ ਇਹ ਕਰ ਰਿਹਾ ਸੀ ਕਿ ਵੀ ਜਿੱਦਾਂ ਇੱਦਾਂ ਦੇ ਮੌਸਮ ਦੀ ਖਰੂਬੀ ਹੈ, ਕਿਤੇ ਬਾਰਿਸ਼ਾਂ ਪੈਂਦੀਆਂ, ਤੂਫਾਨ ਆਉਂਦੇ ਆ, ਗੜੇ ਆਉਂਦੇ ਆ, ਕਦੇ ਸਰਕਾਰਾਂ ਨੇ ਬੁਲਾ ਕੇ ਮੌਸਮ ਵਿਭਾਗ ਦੇ ਮਾਹਰਾਂ ਨਾਲ ਕੋਈ ਡਿਸਕਸ਼ਨਸ ਕੀਤੀਆਂ ਵੀ ਇਹਨਾਂ ਮੁੱਦਿਆਂ ਦਾ, ਇਸ ਜਿਹੜੇ ਅਚਾਨਕ ਇੱਦਾਂ ਦੀ ਆਫਤ ਆਉਂਦੀ ਹੈ, ਇਹਦਾ ਕੀ ਹੱਲ ਲੱਭਿਆ ਜਾ ਸਕਦਾ ਜੇ ਘੱਟ ਤੋਂ ਘੱਟ ਨੁਕਸਾਨ। ਜਾਣੀ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮੁੱਦੇ 'ਤੇ ਕਦੇ ਸਰਕਾਰਾਂ ਗੱਲ ਹੀ ਨਹੀਂ ਕਰਦੀਆਂ। ਜਾਣੀ ਮੌਸਮ ਵਿਭਾਗ ਦੇ ਮਾਹਰ ਆ, ਉਹ ਸਿਰਫ ਇਸ ਲਈ ਰੱਖੇ ਹੋਏ ਆ ਜਾਂ ਕਹੇ ਜਾਂਦੇ ਆ ਕਿ ਜੀ ਹੁਣ ਬਾਰਿਸ਼ ਹੋ ਜਾਏਗੀ, ਤੁਹਾਡੇ ਸਾਡੇ ਵਰਗੇ ਮੀਡੀਆ ਵਰਗਿਆਂ ਨੂੰ ਪ੍ਰੈਸ ਨੋਟ ਜਾਂ ਕੋਈ ਬਾਈਟ ਦੇਤੀ, ਜਾਣਕਾਰੀ ਦੇਤੀ। ਇੰਨਾ ਜਾਣੀ ਸੀਮਤ ਜਿਹੜਾ ਹੈਗਾ ਦਾਇਰਾ ਇਸ ਮਾਮਲੇ ਦਾ। ਤੇ ਜਦੋਂ ਨੁਕਸਾਨ ਹੋ ਜਾਂਦਾ, ਅਕਸਰ ਜਿਹੜਾ ਇੱਕ ਸਰਕਾਰ ਦੀ ਨਹੀਂ, ਜੇ ਆਪਾਂ ਪਿਛਲੀਆਂ ਸਰਕਾਰਾਂ ਦੀ ਵੀ ਗੱਲ ਕਰੀਏ, ਹੁੰਦਾ ਕੀ ਹੈ ਰਪਾਲ ਜੀ, ਜਦੋਂ ਨੁਕਸਾਨ ਵੀ ਹੋ ਜਾਂਦਾ ਤਾਂ ਅੱਗੇ ਹੇਠਾਂ ਕੀ ਹੁੰਦਾ, ਹੇਠਾਂ 'ਚ ਉਹੀ ਫਿਰ ਸਾਡੇ ਵਰਗੇ ਚੌਧਰੀ, ਕੋਈ ਅਕਾਲੀ ਦਲ ਦਾ, ਕੋਈ ਕਾਂਗਰਸ ਦਾ, ਕੋਈ ਆਪ ਦਾ, ਉਹ ਕੀ ਕਰਦੇ ਆ ਕਿ ਜਿੱਥੇ ਉਹਨਾਂ ਦੇ ਆਪਦੇ ਨੇੜਲੇ ਹੈ ਉਹਨਾਂ ਨੂੰ ਕਹਿੰਦੇ ਕਿ ਮੁਆਵਜ਼ਾ ਪੂਰਾ ਮਿਲਣਾ ਚਾਹੀਦਾ ਹੈ, ਦੂਜਿਆਂ ਦੇ ਕਈਆਂ ਦੇ ਖੇਤ ਹੀ ਰਹਿ ਜਾਂਦੇ ਆ, ਫਿਰ ਕਈਆਂ ਨੂੰ ਪਟਵਾਰੀ ਠੀਕ ਢੰਗ ਨਾਲ ਉਹਨਾਂ ਦੇ ਗਿਰਦਾਵਰੀਆਂ ਜਾਂ ਉਹਨਾਂ ਦੇ ਜਿਹੜੇ ਉਹਨਾਂ ਦੇ ਖਾਤਿਆਂ 'ਚ ਚਾੜਨਾ ਹੁੰਦਾ ਨਹੀਂ ਚਾੜਦੇ। ਸੋ ਬਹੁਤ ਵੱਡਾ ਪ੍ਰੋਸੈਸ ਆ। ਹੁਣ ਜਿਹੜੀ 15,000 ਦਾ ਤੁਸੀਂ ਗੱਲ ਕਰ ਰਹੇ ਸੀ, 15,000 ਦੇਖੋ ਰਪਾਲ ਜੀ ਮੈਕਸਿਮਮ ਅਮਾਊਂਟ ਹੈ, ਜਾਣੀ ਕਿ ਜਿੱਥੇ ਪੂਰੀ ਫਸਲ ਬਰਬਾਦ ਹੋ ਗਈ, 75 ਤੋਂ ਵੱਧ ਜਿੱਥੇ ਆਲਮੋਸਟ ਪੂਰੀ ਬਰਬਾਦ ਹੋ ਗਈ, ਉੱਥੇ ਹੈਗਾ। ਉਸ ਤੋਂ ਜਿੱਥੇ 50% ਤੱਕ ਹੈ ਜਾਂ 50% ਦੇ ਨੇੜੇ ਤੇੜੇ ਹੈਗਾ, ਤਾਂ ਇਹਨਾਂ ਨੇ 6500 ਰੁਪਏ ਤੱਕ ਦਾ ਨਹੀਂ, ਉਸ ਤੋਂ ਥੱਲੇ ਬਿਲਕੁਲ ਨਹੀਂ। ਅਕਸਰ ਜਿਹੜਾ ਹੁਣ ਜਿਹੜੇ ਕਿਸਾਨ ਆਗੂਆਂ ਦੇ ਉਹਨਾਂ ਦੀ ਜੇ ਆਪਾਂ ਗੱਲਬਾਤ ਸੁਣੀਏ, ਇਹ ਤਾਂ ਕਹਿੰਦੇ ਸੀ ਨੇ ਇਕੱਠੇ ਦਿਨਾਂ ਦੇ ਅੰਦਰ ਅੰਦਰ ਅਸੀਂ ਜਿਹੜਾ ਹੈਗਾ ਮੁਆਵਜ਼ਾ ਦਾ ਇੰਤਜ਼ਾਮ ਕਰਾਂਗੇ, ਰਾਹਤ ਮਿਲ ਜਾਏਗੀ। ਅਜੇ ਤੱਕ ਖੇਤਾਂ 'ਚ ਜਾ ਕੇ ਜਾਂ ਪਟਵਾਰੀ ਵੜੇ ਹੀ ਨਹੀਂ, ਕਿਸੇ ਨੇ ਜਾ ਕੇ ਪੁੱਛਿਆ ਹੀ ਨਹੀਂ ਹੈਗਾ, ਸੁਣਵਾਈ ਨਹੀਂ ਸ਼ੁਰੂ ਹੋਈ। ਸੋ ਇੱਕ ਤਾਂ ਇਹ ਸਥਿਤੀ ਹੈਗੀ ਹੈ। ਦੂਜਾ ਜਿਹੜਾ ਵੱਡਾ ਮਾਮਲਾ, ਤੁਸੀਂ ਫਸਲੀ ਬੀਮਾ ਸਕੀਮ ਦੀ ਗੱਲ ਕਰਦੇ ਹੋ, ਯਾਨੀ ਉਹਦਾ ਕੋਈ ਨਾ ਕੋਈ ਹੱਲ ਤਾਂ ਲੱਭਿਆ ਜਾਣਾ, ਜਿਹਦੇ ਕਿਸਾਨ ਦੀ ਪੂਰੀ ਫਸਲ, ਜਿੱਦਾਂ ਤੁਸੀਂ ਖੁਦ ਹੀ ਕਿਹਾ ਕਿ ਹੁਣ ਜਦੋਂ ਫਸਲ ਬਰਬਾਦ ਹੋਈ ਹੈ ਤਾਂ ਉਹ ਆਪਣਾ ਸਾਰਾ ਖਰਚਾ ਫਸਲ ਦੇ ਉੱਤੇ ਲਾ ਚੁੱਕਾ ਹੈ। ਕੇਵਲ ਇਹ ਨਹੀਂ ਕਿ ਇਹ ਫਸਲ ਜਿਹੜੀ ਅਗਲੀ ਫਸਲ ਦੀ ਅੱਗੇ ਜਾ ਕੇ ਵਿਉਂਤ ਕਰਨੀ ਹੈ, ਉਸ ਵਿਉਂਤ ਦੀ ਬਹੁਤ ਵੱਡੀ ਸਮੱਸਿਆ ਹੈ, ਕਿਉਂਕਿ ਪੈਸਾ ਜੇਬ ਵਿੱਚ ਹੋਏਗਾ, ਬੀਜ ਵੀ ਖਰੀਦਣਾ ਹੈ, ਖਾਦ ਵੀ ਖਰੀਦਣੀ ਹੈ, ਤੇ ਤੇਲ ਵੀ ਖਰੀਦਣਾ, ਉਹ ਸਾਰਾ ਜਿਹੜਾ ਬਹੁਤ ਵੱਡਾ ਆਉਣ ਵਾਲੀ ਫਸਲ 'ਤੇ ਵੀ ਇਸ ਗੱਲ ਦਾ ਇੰਪੈਕਟ ਪਏਗਾ। ਕਿਤੇ ਲੱਗਦਾ ਕਿ ਸਰਕਾਰਾਂ ਦੀ ਵਿਉਂਤਬੰਦੀ ਕੋਈ ਨਹੀਂ। ਇਹ ਜ਼ਰੂਰ ਹੈ ਕਿ ਜਦੋਂ ਨੁਕਸਾਨ ਹੋ ਜਾਏਗਾ, ਖਰਾਬਾ ਹੋ ਜਾਏਗਾ, ਤਾਂ ਰੰਗ ਬਿਰੰਗੇ ਇਸ਼ਤਿਹਾਰ ਜ਼ਰੂਰ ਇੱਕ
ਮੀਟਰ ਲੰਬੇ ਮੀਡੀਆ 'ਚ ਆ ਜਾਣਗੇ ਕਿ ਜੀ ਸਰਕਾਰ ਬੜੀ ਕਿਸਾਨਾਂ ਦੀ ਹਿਤੈਸ਼ੀ ਹੈ। ਜਾਣੀ ਸਾਡਾ ਖੇਤੀ ਸੂਬਾ ਹੋਣ ਦੇ ਬਾਵਜੂਦ ਵੀਰਪਾਲ ਜੀ ਇੱਕ ਵੱਡਾ ਸਵਾਲ ਮੈਂ ਇਸ ਮੁੱਦੇ ਤੇ ਤੁਹਾਡੇ ਤੋਂ ਵੀ ਕਮੈਂਟ ਲੈਣਾ ਚਾਹਾਂਗਾ ਕਿ ਸਾਡੀ ਅਜੇ ਤੱਕ ਖੇਤੀ ਨੀਤੀ ਕੋਈ ਨਹੀਂ ਪੰਜਾਬ ਦੀ। ਨਹੀਂ, ਇਹ ਤਾਂ ਬਿਲਕੁਲ ਠੀਕ ਹੈ। ਵੈਸੇ ਤਾਂ ਜਿਵੇਂ ਆਪਾਂ ਕਹਿੰਦੇ ਆ ਕਿ ਐਗਰੀਕਲਚਰ ਜਿਹੜਾ ਹੈਗਾ ਸੂਬਿਆਂ ਦਾ ਹੀ ਸਬਜੈਕਟ ਹੈ ਜੀ ਬਿਲਕੁਲ, ਤੇ ਇਹਦੇ ਤੇ ਕੋਈ ਸਪਸ਼ਟ ਜਿਹੜੀ ਹੈ ਉਹ ਨੀਤੀ ਹੋਣੀ ਚਾਹੀਦੀ ਹੈ। ਹੁਣ ਕਈ ਵਾਰੀ ਕੇਂਦਰ ਆਪਣੇ ਤਰੀਕੇ ਨਾਲ ਇਸ ਦੇ ਵਿੱਚ ਦਖਲ ਵੀ ਦਿੰਦਾ ਜਾਂ ਹੋਰ ਹੈ, ਤੇ ਇਹ ਜਦੋਂ ਇਦਾਂ ਦੇ ਮਾਮਲੇ ਆਉਂਦੇ ਉਦੋਂ ਕੇਂਦਰ ਵੀ ਪਿੱਛੇ ਹਟ ਜਾਂਦਾ, ਨਹੀਂ ਚਾਹੁੰਦਾ। ਤੇ ਇੱਥੇ ਅਲਟਰਨੇਟਿਵ ਜਿਹੜੀਆਂ ਹੈਗੀਆਂ ਕ੍ਰੌਪਸ ਦੀ ਗੱਲ ਚੱਲਦੀ ਹੈ ਜਾਂ ਫਸਲੀ ਚੱਕਰ ਬਦਲਣ ਦੀ ਗੱਲ ਚੱਲਦੀ ਹੈ। ਮੈਂ ਸਮਝਦਾ ਵੀ ਕੋਈ ਤੁਹਾਡੇ ਕੋਲੇ ਮਾਡਲ ਤਾਂ ਹੋਵੇ। ਜੇ ਹੁਣ ਇਹ ਇਦਾਂ ਦੀ ਕਰੋਪੀ ਤੋਂ ਸਿਰਫ ਗੰਨਾ ਬਚ ਸਕਦਾ ਤੇ ਗੰਨਾ ਪਾਣੀ ਵੀ ਜੇ ਖੜਾ ਰਹਿ ਜੇ ਉਹਨੂੰ ਵੀ ਚੱਲ ਜਾਂਦਾ, ਪਰ ਇੱਥੇ ਗੰਨਾ ਕਿਸਾਨ ਤਾਂ ਸਭ ਤੋਂ ਵੱਧ ਮਾਰ ਪੈਂਦੀ ਹੈ ਜਦੋਂ ਉਹ ਵਿਚਾਰੇ ਪਹਿਲਾਂ ਟਰਾਲੀਆਂ ਲਈ ਮਿੱਲਾਂ ਦੇ ਬਾਹਰ ਖੜੇ ਰਹਿੰਦੇ ਆ। ਮਿੱਲਾਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ, ਲੰਬੀਆਂ ਲਾਈਨਾਂ ਹੁੰਦੀਆਂ, ਉਹਨਾਂ ਦੀ ਪਰਚੀ ਨਹੀਂ ਕੱਢਦੀ ਹੈ, ਫਿਰ ਉਹਨਾਂ ਨੂੰ ਗੰਨੇ ਦੇ ਪੈਸੇ ਨਹੀਂ ਮਿਲਦੇ। 10-10 ਸਾਲਾਂ ਬਾਅਦ ਗੰਨੇ ਦੇ ਪੈਸੇ ਤਾਂ ਉਹਨਾਂ ਨੂੰ ਹੁਣ ਮਿਲੇ। ਮਤਲਬ ਕਿ ਇਸ ਨੂੰ ਮੈਂ ਸਮਝਦਾ ਕਿ ਖਾਸ ਕਰਕੇ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਇਦਾਂ ਦੀਆਂ ਬਣ ਚੁੱਕੀਆਂ ਨੇ, ਉਹਨਾਂ ਨੂੰ ਇਹ ਹੈ ਕਿ ਕਿਸਾਨ ਖੇਤੀ ਤੋਂ ਪਾਸੇ ਹੋਣ। ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਅਸੀਂ ਕਿਸੇ ਨਾ ਕਿਵੇਂ ਤਰੀਕੇ ਨਾਲ ਫਾਇਦਾ ਦਈਏ, ਉਹਨਾਂ ਨੂੰ ਜ਼ਮੀਨਾਂ ਦਈਏ। ਜੇ ਤੁਸੀਂ ਗੱਲ ਕਰਦੇ ਹੋ ਇਹਨਾਂ ਦੇ ਸੁਪਨਾ ਤਾਂ ਇਹੀ ਹੈ ਵੀ ਇੱਥੇ ਵੀ ਸੈਂਕੜੇ ਜਿਹੜੇ ਹੈਗਾ ਏਕੜਾਂ ਦੇ ਫਾਰਮ ਬਣਨ, ਵੱਡੀ ਖੇਤੀ ਹੋਵੇ। ਇਹ ਛੋਟੇ ਮੋਟੇ ਕਿਸਾਨ ਤਾਂ ਅਸੀਂ ਬਾਹਰ ਦਾ ਉਹ ਲੇਬਰ ਬਣ ਜੇ, ਬਾਹਰ ਦਾ ਰਾਹ ਦਿਖਾ ਦਈਏ। ਔਰ ਵੈਸੇ ਵੀ ਰਪਾਲ ਜੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਸਰਕਾਰਾਂ ਦੀਆਂ ਨੀਤੀਆਂ ਦੇਖੋ। ਹੁਣ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਆ ਨਾ ਕਿ ਕਣਕ ਝੋਨੇ ਦੇ ਫਸਲੀ ਚੱਕਰ ਦਾ ਆਪਾਂ ਜਦੋਂ ਗੱਲ ਕਰਦੇ ਹਾਂ, ਕਹਿੰਦੇ ਇਹਦੇ 'ਚੋਂ ਕੱਢਿਆ ਜਾਏਗਾ, ਉਹਦੀ ਬਦਲ ਕੀ ਆ, ਕਹਿੰਦੇ ਮੂੰਗੀ ਦਾ ਅਸੀਂ ਜਿਹੜਾ ਹੈਗਾ MSP ਦੇਵਾਂਗੇ, ਮੱਕੀ ਤੇ MSP ਦੇਵਾਂਗੇ, ਤੇਲ ਬੀਜਾਂ ਤੇ MSP ਦੇਵਾਂਗੇ, ਬਾਸਮਤੀ ਦੇਵਾਂਗੇ। ਪਰ ਜਦੋਂ ਫਸਲ ਮੰਡੀਆਂ 'ਚ ਆ ਜਾਂਦੀ ਹੈ ਤਾਂ ਉਹੀ ਫਿਰ ਵਪਾਰੀਆਂ ਦੇ ਰਹਿਮੋ ਕਰਮ ਦੇ ਉੱਤੇ। ਰਪਾਲ ਜੀ ਇੱਕ ਹੋਰ ਵੱਡਾ ਮੁੱਦਾ ਹੈ ਜਿਸ ਮੁੱਦੇ 'ਤੇ ਆਪਾਂ ਜ਼ਰੂਰ ਚਰਚਾ ਕਰਨੀ ਚਾਹੁੰਦੇ ਹਾਂ। ਜੇ ਆਪਾਂ ਗੱਲ ਕਰਦੇ ਹਾਂ ਮੀਡੀਆ ਦੇ ਅੰਦਰ ਵੀ ਅਕਾਲ ਤਖ਼ਤ ਦੇ ਜਥੇਦਾਰ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਸੀ, ਅਕਾਲ ਤਖ਼ਤ ਦੇ ਜਥੇਦਾਰ ਨੇ ਪਿਛਲੇ ਦਿਨਾਂ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਨਾਂ ਨੂੰ ਲੈ ਕੇ ਇੱਕ ਦਿਨ ਪਹਿਲਾਂ ਇਹ ਐਲਾਨ ਕੀਤਾ ਹੈ ਕਿ ਦਮਦਮਾ ਸਾਹਿਬ ਜਿਹੜਾ ਹੈਗਾ ਸਿੱਖ ਬੁੱਧੀਜੀਵੀਆਂ ਦੀ ਵੱਖ-ਵੱਖ ਪੰਥਕ ਜਥੇਬੰਦੀਆਂ ਦਾ ਇੱਕ ਨੁਮਾਇੰਦਾ ਇਕੱਠ ਬੁਲਾਇਆ ਜਾਏਗਾ ਕਿ ਜਿੱਦਾਂ ਦੇ ਨੌਜਵਾਨਾਂ ਦੀ ਫੜੋ-ਫੜੀ ਹੋ ਰਹੀ ਹੈ, ਪੰਥਕ ਮੁੱਦੇ ਆ, ਉਹਨਾਂ ਮੁੱਦਿਆਂ 'ਤੇ ਵਿਚਾਰ ਕੀਤੀ ਜਾਏਗੀ। ਇਹਦੇ ਨਾਲ ਉਹਨਾਂ ਨੇ ਇੱਕ ਵੱਡੀ ਗੱਲ ਇਹ ਵੀ ਕਹੀ ਹੈ ਕਿ ਜਿਹੜਾ ਸਿੱਖ ਮੀਡੀਆ ਹੈ ਉਹਨੂੰ ਜਿਹੜੀਆਂ ਚੁਣੌਤੀਆਂ ਆ ਰਹੀਆਂ ਉਹਦੇ 'ਤੇ ਵੀ ਵਿਚਾਰ ਹੋਏਗੀ। ਹੁਣ ਦੇਸ਼ ਦੇ ਅੰਦਰ ਤੁਹਾਨੂੰ ਲੱਗਦਾ ਹੈ ਕਿ ਸਿੱਖ ਮੀਡੀਆ, ਮੁਸਲਿਮ ਮੀਡੀਆ, ਹਿੰਦੂ ਮੀਡੀਆ ਇਹਦਾ ਮੰਡੀਆਂ ਪਾ ਸਕਦੇ ਹਾਂ ਆਪਾਂ? ਨਹੀਂ, ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਸ ਨਜ਼ਰੀਏ ਤੋਂ ਜਿਹੜੀ ਇਹ ਗੱਲ ਕੀਤੀ ਹੈ ਸਿੱਖ ਮੀਡੀਆ ਵਾਲੀ। ਦੂਸਰੀ ਗੱਲ ਜੀ, ਜਿਹੜੀ ਖੁਦ ਅਕਾਲ ਤਖ਼ਤ ਸਕੱਤਰੇਤ ਦੇ ਜਿਹੜੇ ਸੋਰਸ ਨੇ ਉਹਨਾਂ ਨੇ ਕਿਹਾ ਕਿ ਇੰਨੇ ਨੌਜਵਾਨ, ਇੰਨੇ ਜਿਹੜੇ ਬੱਚੇ ਹੈ ਰਾਉਂਡ ਅਪ ਕੀਤੇ ਸੀ ਉਹ ਛੱਡੇ ਜਾ ਚੁੱਕੇ ਨੇ। ਤੇ ਹੁਣ ਇਹਦੇ ਤੇ ਅੱਗੋਂ ਕੀ ਜਿਹੜੀ ਇਹ ਗੱਲਬਾਤ ਕਰਨੀ ਹੈ, ਮੈਨੂੰ ਇਹ ਲੱਗਦਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਹੈ ਉਹ ਜਿਵੇਂ ਕਹਿੰਦੇ ਨਾ ਆਪਣੇ ਇੱਕ ਮੁਹਾਵਰਾ ਹੈ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਗੱਲ ਨੂੰ ਇਹ ਚਾਹੁੰਦੇ ਆ ਕਿ ਵਿਸਾਖੀ ਤੋਂ ਪਹਿਲਾਂ ਕੋਈ ਇਦਾਂ ਦੀ ਗੱਲ ਜਿਹੜੀ ਹੈ ਇਹ ਪਾਸੇ ਹੋ ਕੇ ਤੇ ਇੱਕ ਵਾਰ ਚੁੱਪਚਾਪ ਜਿਹੜੀ ਇਹ ਗੱਲ ਹੋ ਜੇ। ਕਿਉਂਕਿ ਜਿਹੜੀਆਂ ਕੁਛ ਧਿਰਾਂ ਜਾਂ ਆਪਾਂ ਜੇ ਅੰਮ੍ਰਿਤਪਾਲ ਦੀ ਵੀ ਗੱਲ ਕਰੀਏ, ਉਹਦੀ ਜੋ ਵੀਡੀਓ ਆਈ ਉਹਨੇ ਕਿਹਾ ਕਿ ਸਰਬੱਤ ਖਾਲਸਾ ਸੱਦਿਆ ਜਾਵੇ। ਤੇ ਕਿਉਂਕਿ ਇਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬਿਲਕੁਲ ਇਹ ਗੱਲ ਸੂਟ ਨਹੀਂ ਕਰੇਗੀ, ਉਹ ਤੋਂ ਪਾਸਾ ਵੱਟਣ ਵਾਸਤੇ ਉਹਨਾਂ ਨੂੰ ਇਹ ਗੱਲ ਕਰਤੀ। ਦੂਸਰੀ ਜਗਤਾਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸਿੱਖ ਮੀਡੀਆ ਤਾਂ ਦੇਖੋ ਮੀਡੀਆ ਹੀ ਹੈ, ਉਹਨੂੰ ਚਲਾਉਂਦਾ ਕੋਈ ਵੀ ਹੈ ਜਾਂ ਉਹਦੇ 'ਚ ਕਿਸੇ ਇੱਕ ਆਪਾਂ ਕਹਿ ਦਈਏ ਕਿ ਫਿਰਕੇ ਨਾਲ ਸੰਬੰਧਿਤ ਲੋਕਾਂ ਦੀ ਵੱਧ ਸ਼ਮੂਲੀਅਤ ਹੋ ਸਕਦੀ, ਉਹਨਾਂ ਦੀਆਂ ਖਬਰਾਂ ਜ਼ਿਆਦਾ ਆ ਸਕਦੀਆਂ। ਉਹ ਆਪਣੀ ਨੀਤੀ ਦੇ ਪੱਖੋਂ ਉਹਦੀ ਜਿਹੜੀ ਆਪਾਂ ਕਹਿੰਦੇ ਹਾਂ ਕਿ ਉਸ ਪਾਸੇ ਉਹ ਅਲਾਰ ਹੋ ਸਕਦਾ ਹੈ ਜਾਂ ਉਸ ਪਾਸੇ ਉਹਦਾ ਜਿਹੜਾ ਹੈਗਾ ਇੱਕ ਪੱਖਧਾਰੀ ਅਦਾਰੇ ਤੈਅ ਕਰਦੇ ਕਿ ਕਿੱਧਰ ਨੂੰ ਲੈ ਕੇ ਜਾਣਾ। ਹਾਂਜੀ ਬਿਲਕੁਲ। ਤੇ ਹੁਣ ਇੱਥੇ ਹਾਲਾਤ ਕਿਸੇ ਵੇਲੇ ਪਹਿਲਾਂ ਸਿੱਧੂ ਸਾਹਿਬ ਇਹ ਹਾਲਾਤ ਰਹੇ ਨੇ। ਜੇ ਆਪਾਂ ਜਲੰਧਰ ਦੀਆਂ ਅਖਬਾਰਾਂ ਦਾ ਦੇਖੀਏ, ਉੱਥੇ ਬਕਾਇਦਾ ਵੰਡੀਆਂ ਪਾਈਆਂ ਹੋਈਆਂ ਸੀ ਕਿ ਕਿਹੜੀ ਫਿਰਕੇ ਨੂੰ ਕਿਹੜੀ ਗੱਲ ਕੇਟਰ ਕਰਦੀ ਹੈ। ਮੈਨੂੰ ਯਾਦ ਆ ਜਦੋਂ ਆਪਾਂ ਪਿਛਲੀ ਹਿਸਟਰੀ ਦੇਖਦੇ ਹਾਂ, ਪ੍ਰਤਾਪ ਸਿੰਘ ਕੈਰੋਂ ਵੇਲੇ ਬਾਅਦ ਦੇ ਵਿੱਚ ਜਦੋਂ ਇੱਥੇ ਪੰਜਾਬੀ ਭਾਸ਼ਾ ਲਾਗੂ ਕਰਨ ਦੀ ਗੱਲ ਚੱਲੀ, ਲਛਮਣ ਸਿੰਘ ਗਿੱਲ ਹੋਰਾਂ ਨੇ ਕਾਨੂੰਨ ਬਣਵਾਇਆ ਇਹਦੇ ਤੇ। ਉਸ ਤੋਂ ਬਾਅਦ ਬਕਾਇਦਾ ਜਲੰਧਰ ਦੀ ਪ੍ਰੈਸ ਦਾ ਇੱਕ ਹਿੱਸਾ ਜਿਹੜਾ ਸੀ ਉਹ ਬਕਾਇਦਾ ਐਂਟੀ ਪੰਜਾਬੀ ਉਹਨਾਂ ਨੇ ਸਟੈਂਡ ਲਿਆ, ਉਹਨਾਂ ਨੇ ਐਡੀਟੋਰੀਅਲ ਲਿਖੇ ਜਾਂ ਹੋਰ ਹੈ, ਤੇ ਫਿਰ ਉੱਥੇ ਪ੍ਰੋ ਪੰਜਾਬੀ ਵਾਲਿਆਂ ਨੇ ਵੀ ਲਿਖੇ, ਭਾਵੇਂ ਅਕਾਲੀ ਪੱਤਰਕਾਰ ਸੀ ਜਾਂ ਅਜੀਤ ਸੀ ਜਾਂ ਹੋਰ ਹੈ। ਹੁਣ ਜੇ ਆਪਾਂ ਕਹਿ ਲਈਏ ਕਿ ਪੂਰੇ ਮੀਡੀਆ ਦਾ ਸਰੂਪ ਇਹ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ। ਮੈਨੂੰ ਨਹੀਂ ਸਮਝ ਆਉਂਦੀ ਕਿ ਜਥੇਦਾਰ ਸਾਹਿਬ ਨੇ ਕਿੱਦਾਂ ਇਹ ਗੱਲ ਕੀਤੀ ਹੈ। ਇੱਕ ਗੱਲ ਜਿਹੜੀ ਰਪਾਲੀ ਤਾਂ ਹੈ ਹੀ ਹੈ, ਜਦੋਂ ਹੁਣ ਪਿਛਲੇ ਦਿਨ ਦੀਆਂ ਆਪਾਂ ਘਟਨਾਵਾਂ ਤੋਂ ਪਹਿਲਾਂ ਕਿਸਾਨੀ ਅੰਦੋਲਨ ਦੀ ਗੱਲ ਕਰ ਲਈਏ, ਕਿਧਰੇ ਪੰਜਾਬ 'ਚ ਜ਼ਰੂਰ ਮਹਿਸੂਸ ਕੀਤਾ ਜਾ ਰਿਹਾ ਕਿ ਜਿਹੜਾ ਨੈਸ਼ਨਲ ਲੈਵਲ ਦਾ ਮੀਡੀਆ, ਸਾਰਾ ਮੀਡੀਆ ਨੇ ਉਹਦੇ 'ਚ ਵੀ ਮੀਡੀਆ ਦਾ ਕਾਫੀ ਵੱਡਾ ਹਿੱਸਾ ਇਹ ਹੈ ਜਿਹੜਾ ਪੰਜਾਬ ਨੂੰ ਹਮੇਸ਼ਾ ਇਹ ਪੇਸ਼ ਕਰਦਾ ਹੈ ਕਿ ਸ਼ਾਇਦ ਪਤਾ ਨਹੀਂ ਪੰਜਾਬ ਦੇਸ਼ ਦੇ ਖਿਲਾਫ ਕੋਈ ਬਗਾਵਤ ਕਰ ਰਿਹਾ ਹੈ,
ਬਹੁਤ ਵੱਡੀ ਗੜਬੜ ਹੈ, ਜਦੋਂ ਕਿ ਆਪਾਂ ਸਾਰੇ ਪੰਜਾਬੀ ਹਾਂ, ਆਪਾਂ ਜਾਣਦੇ ਹਾਂ, ਤੁਸੀਂ ਵੀ ਆਪਾਂ ਵੀ ਸਾਰੇ ਮੀਡੀਆ ਨੂੰ ਵੀ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹੀ ਨਾ ਤਾਂ ਬਦਅਮਨੀ ਵਾਲੀ ਗੱਲ ਹੈ, ਨਾ ਹੀ ਕੋਈ ਦੇਸ਼ ਦੇ ਖਿਲਾਫ ਇੱਦਾਂ ਦੀ ਗੱਲ ਜਿਹੜੀ ਹੈਗੀ ਹੈ। ਹੁਣ ਪਿਛਲੇ ਦਿਨਾਂ 'ਚ ਮੈਂ ਇੱਕ ਵੱਡੇ ਮੀਡੀਆ ਗਰੁੱਪ 'ਚ ਇੱਕ ਰਿਪੋਰਟ ਦੇਖ ਰਿਹਾ ਸੀ। ਦੇਖੋ, ਇਹਦੀ ਪੇਸ਼ਕਾਰੀ ਕੋਈ ਨਹੀਂ ਕਰਦਾ। ਉਸ ਰਿਪੋਰਟ 'ਚ ਕਿਹਾ ਗਿਆ ਸੀ ਕਿ ਕੌਮੀ ਪੱਧਰ 'ਤੇ ਜਿਹੜਾ ਸਰਵੇ ਆਇਆ ਉਹਦੇ 'ਚ ਆਇਆ ਸੀਗਾ ਕਿ ਵਾਰ ਵਿਡੋਜ਼ ਜਿਹੜੀਆਂ ਲੜਾਈ ਜਿਹੜੇ ਜੰਗ ਦੇ ਮੈਦਾਨ 'ਚ ਸ਼ਹੀਦ ਹੁੰਦੇ ਆ, ਉਹ ਜਿਹੜੀਆਂ ਵਿਡੋਜ਼ ਹੈਗੀਆਂ, ਕਿਹੜੇ ਸੂਬੇ 'ਚ ਉਹ ਵਿਡੋਜ਼ ਦੀ, ਉਹ ਵਿਧਵਾਵਾਂ ਦੀ ਗਿਣਤੀ ਵਧੇਰੇ ਹੈ। ਵੀਰ ਨਾਰੀਆਂ ਕਹਿੰਦੇ, ਵੀਰ ਨਾਰੀਆਂ ਕਹਿੰਦੇ ਜੇ, ਯੈਸ, ਉਹਨਾਂ ਨੂੰ ਇੱਕ ਨਾਂ ਦਿੱਤਾ ਗਿਆ ਸਤਿਕਾਰ ਵਾਲਾ, ਵੀਰ ਨਾਰੀਆਂ ਵਾਲਾ। ਤਾਂ ਉਹ ਵੀਰ ਨਾਰੀਆਂ ਦੀ ਗਿਣਤੀ ਸਭ ਤੋਂ ਵਧੇਰੇ ਪੰਜਾਬ 'ਚ ਹੈ। ਹੁਣ ਇਹ ਕੋਈ ਨਹੀਂ ਕਹਿੰਦਾ ਕਿ ਪੰਜਾਬ ਦੇ ਲੋਕ ਹੈ ਜਿਹੜੇ ਇੰਨੀਆਂ ਵੱਡੀਆਂ ਸ਼ਹਾਦਤਾਂ ਕਰ ਰਹੇ ਦੇਸ਼ ਦੀ ਰਾਖੀ ਲਈ, ਤੇ ਜਦੋਂ ਮੀਡੀਆ 'ਚ ਪੰਜਾਬ ਦੀ ਰੰਗਤ ਇਸ ਤਰ੍ਹਾਂ ਲਾ ਕਰਕੇ ਪਤਾ ਨਹੀਂ ਕੀ ਪੰਜਾਬ ਜਿਹੜਾ ਹੈਗਾ ਮੀਡੀਆ ਦੇ ਇਸ ਇਸ਼ੂ ਨੂੰ ਲੈ ਕੇ ਇੱਦਾਂ ਲੱਗਦਾ ਕਿ ਪੰਜਾਬ ਨੇ ਪਤਾ ਨਹੀਂ ਕੀ ਮਿਸਾਲਾਂ ਚੁੱਕੀਆਂ। ਪੰਜਾਬ ਵਾਲੇ ਤਾਂ ਕੁਰਬਾਨੀਆਂ ਦੇ ਰਹੇ ਆ। ਉਹਨਾਂ ਤੁਸੀਂ ਵੀਰ ਨਾਰੀ ਦੀ ਗੱਲ ਕਰੋ ਨਾ, ਉਹਨਾਂ ਵਿਧਵਾਵਾਂ ਦੀ ਗੱਲ ਕਰੋ ਨਾ, ਜਿਨ੍ਹਾਂ ਦੇ ਘਰਾਂ ਵਾਲੇ ਦੇਸ਼ ਦੀ ਰਾਖੀ ਲਈ ਚਲੇ ਗਏ। ਤੇ ਹੁਣ ਜਦੋਂ ਉਹਨਾਂ ਹੀ ਪਰਿਵਾਰਾਂ 'ਚ ਇਹ ਗੱਲ ਆਉਂਦੀ ਹੋਏਗੀ, ਦੇਖਦੇ ਹੋਣਗੇ ਚੈਨਲਾਂ ਦੇ ਉੱਤੇ ਕਿ ਪੰਜਾਬ ਨੂੰ ਕਿਹੋ ਜਿਹੀ ਰੰਗਤ, ਕਿਧਰੇ ਇਹ ਵੀ ਲੱਗਦਾ ਹੈ ਕਿ ਦੇਸ਼ ਦਾ ਮੀਡੀਆ ਦਾ ਕੋਈ ਇਹੋ ਜਿਹਾ ਵੀ ਹੈ ਜਿਹੜਾ ਜਾਣਬੁੱਝ ਕੇ ਪੰਜਾਬ ਨੂੰ ਗਲਤ ਰੰਗ ਦੇ ਕੇ ਪੇਸ਼ ਕਰਦਾ। ਕੋਈ ਮਨਸ਼ਾ ਉਹਨਾਂ ਦੀ ਆਪਣੀ ਹੋਏਗੀ। ਨਹੀਂ, ਬਿਲਕੁਲ। ਦੇਖੋ, ਹੁਣ ਜਿਹੜੀ ਹਾਲਾਤ ਇੱਦਾਂ ਬਣ ਗਏ, ਕਿਸੇ ਵੇਲੇ ਇਹ ਹਾਲਾਤ ਨਹੀਂ ਸੀ ਜਦੋਂ ਇੱਥੇ ਨਿਊਜ਼ਪੇਪਰ ਇੰਡਸਟਰੀ ਸੀ। ਨਿਊਜ਼ਪੇਪਰ ਦੇ ਇੰਡਸਟਰੀ ਦੇ ਵਿੱਚ ਵੀ ਇਹ ਸੀ ਕਿ ਇੱਕ ਖਾਸ ਐਡੀਟਰ ਕੌਣ ਬੈਠਾ ਹੈ, ਕਿਸੇ ਖਿੱਤੇ ਦੇ ਲੋਕ ਗੱਲ ਕਰਦੇ ਆ, ਉੱਥੇ ਇੱਦਾਂ ਦਾ ਗੱਲ ਚੱਲਦੀ ਸੀ। ਹੁਣ ਸੌਦਾ ਵੇਚਣ ਤੇ ਗੱਲ ਆ ਗਈ, ਆਪਣੀ TRP ਵਧਾਉਣ ਤੇ ਗੱਲ ਆ ਗਈ, ਵਿਊਅਰਸ਼ਿਪ ਵਧਾਉਣ ਤੇ ਗੱਲ ਆ ਗਈ। ਫਿਰ ਇਹ ਵੀ ਕਿਹੜੀ ਗੱਲ ਵਿਕ ਸਕਦੀ ਹੈ ਜਾਂ ਹੋਰ ਹੈ, ਪੰਜਾਬ ਨੂੰ ਐਵੇਂ ਯੁੱਧ ਦਾ ਅਖਾੜਾ, ਬਗਾਵਤ ਦਾ ਅਖਾੜਾ ਬਣਾ ਕੇ ਪੇਸ਼ ਕਰਨਾ, ਮੈਨੂੰ ਲੱਗਦਾ ਉਹਨਾਂ ਅੱਗੇ ਇਹ ਗੱਲ ਜਿਹੜੀ ਉਹ ਜ਼ਿਆਦਾ ਹੈ। ਤੇ ਉਹਨੂੰ ਕਿਉਂਕਿ ਖਾਸ ਕਰਕੇ ਜਿਹੜਾ ਇਲੈਕਟ੍ਰੋਨਿਕ ਮੀਡੀਆ ਇਹਦਾ ਇੱਕ ਜਿਹੜਾ ਨੈਗੇਟਿਵ ਪੱਖ ਸਭ ਤੋਂ ਵੱਧ ਇਹ ਵੀ ਹੈ ਕਿ ਤੁਸੀਂ ਕਿੰਨੀ ਗੱਲ ਕਿਸੇ ਤੋਂ ਕਹਾਉਣੀ ਹੈ, ਕਿੰਨੀ ਉਹਦੀ ਅੱਗੇ ਪੇਸ਼ ਕਰਨੀ ਹੈ। ਹੁਣ ਕੋਈ ਲੀਡਰ ਸਾਡਾ, ਭਾਵੇਂ ਕੋਈ ਵੀ ਹੈ, ਭਾਵੇਂ ਕਿਸੇ ਅਕਾਲੀ ਦਲ ਦਾ, ਭਾਵੇਂ ਆਮ ਆਦਮੀ ਪਾਰਟੀ ਦਾ, ਕਾਂਗਰਸ ਦਾ, ਉਹ ਸਟੇਜ ਤੇ ਬੋਲ ਰਿਹਾ, ਤੁਸੀਂ ਰਿਕਾਰਡ ਕਰ ਲਈ, ਆਪਾਂ ਵੀ ਗੱਲ ਕਰ ਰਹੇ ਹਾਂ, ਤੇ ਉਹਨੇ ਕਿਸ ਰੈਫਰੈਂਸ ਦੇ ਵਿੱਚ ਜਾਂ ਕਿਸ ਉਹਦੇ ਵਿੱਚ ਉਹ ਗੱਲ ਕੀਤੀ ਹੈ, ਕਿਸ ਸੰਦਰਭ ਦੇ ਵਿੱਚ, ਪ੍ਰਸੰਗ ਦੇ ਵਿੱਚ ਗੱਲ ਕੀਤੀ ਹੈ, ਉਹ ਪ੍ਰਸੰਗ ਨੂੰ ਹਟਾ ਕੇ ਸਿਰਫ ਜਿਹੜੀ ਉਹਨਾਂ ਦੀ ਲੰਡੀ ਜੀ ਕੋਈ ਬਾਈਟ ਉਹ ਚਲਾ ਦੇਣੀ ਤਾਂ ਕਿ ਬਾਹਰੇ ਪ੍ਰਭਾਵ ਜਾਵੇ ਕਿ ਆਹ ਗੱਲ ਹੋ ਰਹੀ ਹੈ। ਸੋ ਇਦਾਂ ਦੀ ਜਿਹੜੀ ਸ਼ਰਾਰਤ ਹੈ ਉਹਦੇ ਪਿੱਛੇ ਤੁਹਾਡੀ ਗੱਲ ਸਹੀ ਹੈ ਕਿ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਹੈ ਕਿ ਬਾਕੀ ਦੇਸ਼ ਦੇ ਉੱਤੋਂ ਦੇ ਵਿੱਚੋਂ ਆਪਾਂ ਵੋਟਾਂ ਲੈਣੀਆਂ ਨੇ। ਕੋਈ ਐਂਟੀ ਸਿੱਖ, ਕਾਂਗਰਸ ਵੇਲੇ ਵੀ ਇੱਕ ਵਾਰੀ ਇਹ ਹੋਈ ਸੀ ਗੱਲ ਕਿ ਇੱਕ ਇੱਦਾਂ ਦਾ ਮਾਹੌਲ ਬਣਾਇਆ ਜਾਵੇ ਜਾਂ ਪੰਜਾਬ ਨੂੰ ਫਿਰ ਇੱਦਾਂ ਪੇਂਟ ਕੀਤਾ ਜਾਵੇ, ਇੱਦਾਂ ਦੱਸਿਆ ਜਾਵੇ ਬਾਹਰ ਕਿ ਪੰਜਾਬ ਦੇ ਵਿੱਚ ਤਾਂ ਆਹ ਹਾਲਤ ਬਣੇ ਹੋਏ ਆ, ਇੱਥੇ ਇੱਦਾਂ ਦੀ ਹੋਈ ਹੈ। ਜੋ ਪਿਛਲੇ ਦਿਨਾਂ ਦੇ ਵਿੱਚ ਜੋ ਹੋਇਆ ਸਾਡੇ ਸਾਹਮਣੇ ਹੈ, ਕਿੰਨਾ ਕੁ ਹੋਇਆ, ਉਸ ਤੋਂ ਵੱਧ ਹੋਰਨਾਂ ਸੂਬਿਆਂ 'ਚ ਹੋ ਰਿਹਾ। ਯੈਸ, ਬਿਲਕੁਲ, ਐਬਸੋਲੂਟਲੀ। ਜਿਸ ਮੁੱਦੇ 'ਤੇ ਆਪਾਂ ਗੱਲ ਕਰ ਰਹੇ ਹਾਂ ਹਰਪਾਲ ਜੀ, ਚਲੋ ਸਾਡੇ ਕੋਲ ਸਮਾਂ ਵੀ ਹੁਣ ਸੀਮਿਤ ਜਿਹਾ ਬਚਿਆ ਹੈ। ਰਾਮਨੌਮੀ ਕਿੰਨਾ ਪਵਿੱਤਰ ਤਿਉਹਾਰ ਹੈ ਨਾ, ਸਾਰੇ ਤਿਉਹਾਰਾਂ ਦਾ ਬੜਾ ਸਤਿਕਾਰ ਕਰਦੇ, ਚਾਹੇ ਮੁਸਲਿਮ ਦਾ ਤਿਉਹਾਰ ਹੋਵੇ, ਸਿੱਖਾਂ ਦਾ ਤਿਉਹਾਰ ਹੋਵੇ, ਚਾਹੇ ਹਿੰਦੂਆਂ ਦਾ। ਰਾਮਨੌਮੀ ਦੇ ਮੌਕੇ ਦੇ ਉੱਤੇ ਗੁਜਰਾਤ 'ਚ ਕਿਸ ਤਰ੍ਹਾਂ ਇੱਕ ਦੂਜੇ ਦੇ ਰੋੜੇ ਚੱਲੇ, ਬੰਗਾਲ 'ਚ ਕਿਸ ਤਰ੍ਹਾਂ ਚੱਲੇ, ਬਿਹਾਰ 'ਚ ਕਿਸ ਤਰ੍ਹਾਂ ਚੱਲੇ, ਜਾਣੀ ਉੱਥੇ ਵੀ ਗੜਬੜਾਂ ਹੋਈਆਂ, ਵਾਇਲੈਂਸ ਹੋਈ, ਉਹ ਵੀ ਰਾਮਨੌਮੀ ਦੇ ਪਵਿੱਤਰ ਦਿਹਾੜੇ 'ਤੇ। ਉੱਥੇ ਕਿਸੇ ਨੈਸ਼ਨਲ ਮੀਡੀਆ ਨੇ ਇਹ ਨਹੀਂ ਕਿਹਾ ਕਿ ਬੰਗਾਲ ਤਾਂ ਜੀ ਟੁੱਟ ਕੇ ਹੁਣ ਪਾਕਿਸਤਾਨ ਲੱਗ ਜਾਏਗਾ, ਹੁਣ ਤਾਂ ਜੀ ਵੱਖਰਾ ਬੰਗਾਲਸਤਾਨ ਬਣ ਜਾ ਰਿਹਾ। ਕਿਸੇ ਨੇ ਇਹ ਨਹੀਂ ਕਿਹਾ ਕਿ ਗੁਜਰਾਤਸਤਾਨ ਬਣ ਜਾ ਰਿਹਾ, ਕਿਸੇ ਨੇ ਇਹ ਨਹੀਂ ਕਿਹਾ ਕਿ ਬਿਹਾਰਸਤਾਨ ਬਣ ਜਾ ਰਿਹਾ। ਜੇ ਪੰਜਾਬ ਦੇ ਵਿੱਚ ਕਿਸੇ ਧਿਰ ਵੱਲੋਂ ਕੋਈ ਜ਼ਿਆਦਤੀ ਕੀਤੀ ਵੀ ਗਈ ਵੀ ਹੋਏਗੀ, ਉਹਨੂੰ ਉਸ ਸੰਦਰਭ ਵਿੱਚ ਦੇਖਣ ਦੀ ਲੋੜ ਹੈ, ਨਾ ਕਿ ਸਾਰੇ ਪੰਜਾਬ ਨੂੰ। ਬਾਕੀ ਮੁਲਕ 'ਚ ਕਦੇ ਨਹੀਂ ਇਸ ਤਰ੍ਹਾਂ ਪੇਂਟ ਕੀਤਾ ਜਾਂਦਾ ਕਿ ਵੀ ਜੇ ਗੁਜਰਾਤ 'ਚ ਵਾਇਲੈਂਸ ਹੋਈ ਹੈ ਤਾਂ ਫਿਰ ਉੱਥੋਂ ਕਦੇ ਇਹ ਨਹੀਂ ਕਦੇ ਗੱਲ ਆਏਗੀ, ਕਦੇ ਨੈਸ਼ਨਲ ਮੀਡੀਆ 'ਚ ਗੱਲ ਆਏਗੀ ਨਹੀਂ ਕਿ ਗੁਜਰਾਤ ਤਾਂ ਮੁਲਕ ਨਾਲੋਂ ਟੁੱਟਣ ਲੱਗਿਆ। ਪੰਜਾਬ ਬਾਰੇ ਕਿਉਂ ਇਹ ਆਉਂਦੀ ਹੈ? ਬਿਲਕੁਲ। ਹਾਲਾਂਕਿ ਸਿੱਧੂ ਸਾਹਿਬ ਇਹ ਹੈ, ਪੰਜਾਬ ਦੇ ਵਿੱਚ ਇੱਕ ਵੀ ਤੁਸੀਂ ਉਦਾਹਰਨ ਇਦਾਂ ਦੀ ਨਹੀਂ ਦੇ ਸਕਦੇ ਕਿ ਕਿਸੇ ਧਾਰਮਿਕ ਬਿਲਕੁਲ ਨਹੀਂ, ਵੈਸੇ ਵੀ ਕਿਸੇ ਧਾਰਮਿਕ ਸਮਾਗਮ ਤੇ ਕਿਸੇ ਨੇ ਸ਼ਰਾਰਤ ਕੀਤੀ ਹੋਵੇ ਇੱਥੇ, ਕਿਉਂਕਿ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਸਤਿਕਾਰ ਹੈ। ਅਸੀਂ ਇਹੋ ਜਿਹੀ ਧਰਤੀ ਤੇ ਜਿੱਥੇ ਗੁਰੂਆਂ ਪੀਰਾਂ ਦੀ, ਸਾਡੇ ਸਿੱਖ ਗੁਰੂ ਸਾਹਿਬਾਨ ਨੇ ਸਿੱਖਿਆ ਹੀ ਇੱਦਾਂ ਦੀ ਦਿੱਤੀ, ਆਪਸ ਦੇ ਵਿੱਚ ਮਿਲਵਰਤਨ, ਬਹਿ ਕੇ ਗੱਲ ਕਰਨ ਦੀ ਜਾਂ ਹੋਰ ਹੈ। ਇੱਕ ਵੀ ਤੁਸੀਂ ਘਟਨਾ ਨਹੀਂ ਨੋਟ ਕਰਾ ਸਕਦੇ ਜਿੱਥੇ ਕੋਈ ਇੱਦਾਂ ਦੀ ਸ਼ਰਾਰਤ ਵਾਪਰੀ ਹੋਵੇ। ਹਰਪਾਲ ਜੀ, ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ। ਮੈਂ ਕਹਿਣਾ ਜਿੱਦਾਂ ਹੁਣ ਬੰਗਾਲ ਦੇ ਵਿੱਚ, ਬਿਹਾਰ 'ਚ, ਗੁਜਰਾਤ ਦੀਆਂ ਘਟਨਾਵਾਂ ਵਾਪਰੀਆਂ, ਉੱਥੇ ਆ ਕੇ ਪੈਟਰੋਲ ਬੰਬ ਚੱਲੇ। ਮੇਰਾ ਖਿਆਲ ਹੈ ਕਿਸੇ ਪੰਜਾਬੀ ਨੂੰ ਪੁੱਛ ਕੇ ਦੇਖ ਲਓ ਕਿ ਪੈਟਰੋਲ ਬੰਬ ਹੁੰਦਾ ਕੀ ਹੈ। ਕਦੇ ਕਿਸੇ ਧਾਰਮਿਕ ਸਮਾਗਮ ਦੇ, ਚਾਹੇ ਸਿੱਖਾਂ ਦਾ ਹੋਵੇ ਚਾਹੇ ਹਿੰਦੂਆਂ ਦਾ ਹੋਵੇ, ਸਾਰੇ ਜਾਣੇ ਇੱਕ ਦੂਜੇ ਦਾ ਸਤਿਕਾਰ ਕਰਦੇ, ਕਦੇ ਇਹੋ ਜਿਹਾ ਮਾਮਲਾ ਆਇਆ ਹੀ ਨਹੀਂ। ਜਿੱਥੇ ਜਾਣੀ ਬੰਬ ਚੱਲਦੇ ਆ, ਪੈਟਰੋਲ ਬੰਬ ਚੱਲਦੇ ਆ, ਇੱਟਾਂ ਰੋੜੇ ਚੱਲਦੇ ਆ, ਵਾਇਲੈਂਸ ਹੁੰਦੀ ਆ, ਬੰਦੇ ਮਰ ਜਾਂਦੇ ਆ, ਕਿੰਨੇ ਲੋਕ ਮਰ ਜਾਂਦੇ, ਅੱਗਾਂ ਲੱਗ ਜਾਂਦੀਆਂ, ਦੁਕਾਨਾਂ ਫੂਕੀਆਂ ਜਾਂਦੀਆਂ, ਗੱਡੀਆਂ ਫੂਕੀਆਂ ਜਾਂਦੀਆਂ। ਉਹ ਦੇਸ਼ ਦਾ ਇੱਕ ਅਟੁੱਟ ਅੰਗ ਹੈ। ਤੇ ਜਿਹੜਾ ਦੇਸ਼ ਦਾ ਹਿੱਸਾ
ਆਪਣਾ ਖੂਨ ਸਿੰਜ ਕੇ ਦੇਸ਼ ਨੂੰ ਬਚਾਉਂਦਾ ਹੈ, ਉਹਦੇ ਲਈ ਇਹ ਕਿਉਂ ਪੇਂਟ ਕੀਤਾ ਜਾਂਦਾ ਹੈ ਕਿ ਬਹੁਤ ਵੱਡੀ ਗੜਬੜ ਹੈ, ਪੰਜਾਬ 'ਚੋਂ ਪਤਾ ਨਹੀਂ ਕੀ ਉੱਠ ਕੇ ਆ ਰਿਹਾ। ਨਹੀਂ ਦੇਖੋ, ਇਹ ਤਾਂ ਬਿਲਕੁਲ ਹੈ ਹੀ ਹੈ ਨਾ। ਇਹਦੇ 'ਚ ਜਿੰਨੀ ਕੁ ਸਿਆਸਤ ਹੈਗੀ ਹੈ, ਜਾਂ ਜਿਹੜੇ ਮੀਡੀਆ ਹਾਊਸ ਹੈ ਉਹਨਾਂ ਦੀ ਆਪਣੀ ਕਮਾਈ ਦਾ ਗੱਲ ਜੁੜੀ ਹੋਈ ਹੈ, ਤੇ ਜਾਂ ਇਹ ਹੈ ਕਿ ਉਹਨਾਂ ਨੂੰ ਖਾਸ ਕਰਕੇ, ਕਿਉਂਕਿ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਜਦੋਂ ਵੀ ਕੋਈ ਇਦਾਂ ਦਾ ਮੁੱਦਾ ਇਸ ਦੇਸ਼ ਦੇ ਵਿੱਚ ਆਉਂਦਾ, ਭਾਵੇਂ ਕਾਂਗਰਸ ਵੇਲੇ ਆਇਆ ਹੋਵੇ, ਹੁਣ ਬੀਜੇਪੀ ਲੰਬੇ ਸਮੇਂ ਤੋਂ ਹੈ, ਕਿ ਉਹਨਾਂ ਨੂੰ ਜਦੋਂ ਕਿਤੇ ਇਹ ਲੱਗਦਾ ਹੈ ਕਿ ਜਿਹੜੀ ਵੀ ਕੋਈ ਮੂਵ ਕਿਸੇ ਮਾਈਨੋਰਿਟੀਜ਼ ਦੀ ਚੱਲ ਰਹੀ ਹੈ, ਉਹ ਆਪਣੇ ਰਾਈਟ ਲਈ ਕੋਈ ਗੱਲ ਕਰ ਰਿਹਾ ਹੋਰ ਹੈ, ਉਹ ਪਤਾ ਨਹੀਂ ਕਿ ਉਹਨੂੰ ਇਹ ਸਮਝਦੇ ਕਿ ਇਹ ਜਿਹੜਾ ਟੋਟਲ ਇੱਕ ਜਿਹੜਾ ਹਿੰਦੂਤਵ ਦਾ ਜਿਹੜਾ ਏਜੰਡਾ ਵੀ ਉਹਦੇ ਖਿਲਾਫ ਹੈ। ਹਾਲਾਂਕਿ ਉਹਦੇ ਖਿਲਾਫ ਕੁਝ ਵੀ ਨਹੀਂ। ਜੇ ਆਪਾਂ ਪੂਰੇ ਆਪਣੇ ਹੱਕਾਂ ਦੀ ਗੱਲ ਕਰ ਰਹੇ ਆ, ਆਪਣੇ ਹੱਕਾਂ ਦੀ ਗੱਲ ਕਰਦੇ ਆ, ਤੇ ਬਾਕੀ ਇਹ ਤੁਸੀਂ ਕਾਨੂੰਨ ਬਣਾ ਰੱਖਿਆ, ਤੁਸੀਂ ਕਮਿਸ਼ਨ ਬਣਾ ਰੱਖਿਆ, ਉਹ ਨਾ ਬਣਾਓ, ਉਹਨਾਂ ਨੂੰ ਖਤਮ ਕਰ ਦਿਓ, ਕਾਰਵਾਈ ਕਰੋ ਜੇ ਕੋਈ ਕਰਦਾ ਵੀ ਹੈ। ਇਹ ਤਾਂ ਨਹੀਂ ਨਾ ਕਿ ਤੁਸੀਂ ਪੇਂਟ ਕਰੋ ਕਿ ਦੇਸ਼ ਦਾ ਜਿਹੜਾ ਗ੍ਰਹਿ ਮੰਤਰੀ ਹੈ ਉਸ ਨੂੰ ਕੌਮੀ ਪੱਧਰ ਤੇ ਬਿਆਨ ਦੇਣਾ, ਫਿਰ ਮੀਡੀਆ 'ਚ ਬੜਾ ਹਾਈਲਾਈਟ ਹੋਵੇ ਕਿ ਪੰਜਾਬ 'ਚ ਖਾਲਿਸਤਾਨ ਨਹੀਂ ਬਣ ਦਿੱਤਾ ਜਾਏਗਾ, ਪੰਜਾਬ ਦੇ ਟੋਟੇ ਨਹੀਂ ਹੋਣ ਦਿੱਤੇ ਜਾਣਗੇ। ਬੰਗਾਲ ਬਾਰੇ ਕਦੇ ਨਹੀਂ ਬਿਆਨ ਆਇਆ, ਬਿਹਾਰ ਬਾਰੇ ਕਦੇ ਨਹੀਂ ਆਇਆ, ਗੁਜਰਾਤ ਬਾਰੇ ਕਦੇ ਨਹੀਂ ਆਇਆ ਕਿ ਟੋਟੇ ਜਿਹੜੇ ਪੰਜਾਬੀ ਦੇਸ਼ ਲਈ ਲੜਦੇ ਆ ਤੇ ਮਰਦੇ ਆ, ਜਿੱਦਾਂ ਵੀਰ ਨਾਰੀਆਂ ਦੀ ਆਪਾਂ ਗੱਲ ਕਰਦੇ ਹਾਂ। ਇਹ ਤਸਵੀਰ ਇੱਕ ਬਦਕਿਸਮਤੀ ਵਾਲਾ ਪਹਿਲੂ ਹੈ। ਚਲੋ ਗੱਲ ਇਹਦੇ 'ਤੇ ਰੁਪਾਲ ਜੀ ਹੋਰ ਵੀ ਲੰਬੀ ਕੀਤੀ ਜਾ ਸਕਦੀ, ਪਰ ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ। ਮੈਂ ਤੇ ਪ੍ਰੀਤਮ ਰੁਪਾਲ ਇਹਨਾਂ ਮੁੱਦਿਆਂ 'ਤੇ ਆਉਣ ਲਈ ਤੁਹਾਡੇ ਸਾਰੇ ਮਹਿਮਾਨਾਂ ਤੋਂ, ਸਾਰੇ ਦਰਸ਼ਕਾਂ ਤੋਂ ਇਜਾਜ਼ਤ ਲੈਂਦੇ ਹਾਂ। ਅਗਲੇ ਹਫ਼ਤੇ ਆਪਾਂ ਫਿਰ ਇਸੇ ਪਲੇਟਫਾਰਮ 'ਤੇ ਕਰਾਂਗੇ ਮੁਲਾਕਾਤ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।